ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਗੁਰਵਿੰਦਰ ਸਿੰਘ ਤੇ ਨਾਲ ਮੇਰੇ ਅੱਜ ਦੇ ਪ੍ਰੋਗਰਾਮ ਵਿੱਚ ਜੁੜਨਗੇ ਜੀ ਸਰਦਾਰ ਜਸਪ੍ਰੀਤ ਸਿੰਘ ਜੀ ਮੈਲਬਨ ਤੋਂ। ਜਿਵੇਂ ਕਿ ਤੁਸੀਂ ਸਾਡਾ ਹੈਡਲਾਈਨ ਜਾਂ ਟੌਪਿਕ ਹੀ ਦੇਖ ਲਿਆ ਹੋਊਗਾ ਕਿ ਅਸੀਂ ਖਾਸ ਤੌਰ 'ਤੇ ਗੱਲ ਕਰਾਂਗੇ ਸਿੱਖ ਤੇ ਦੀਵਾਲੀ, ਕਿ ਦੀਵਾਲੀ ਵਾਲੇ ਦਿਨ ਦੀ ਮੈਂ ਕਹਿੰਦਾ ਸਿੱਖ ਇਤਿਹਾਸ ਵਿੱਚ ਬੜਾ ਇਹ ਦਿਨ ਬੜਾ ਮਹਾਨ ਆ, ਕਿਉਂਕਿ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਸਿੱਖ ਘਟਨਾਵਾਂ ਨੇ ਉਹ ਜੁੜੀਆਂ ਹੋਈਆਂ ਨੇ। ਸਿੱਖ ਇਤਿਹਾਸ ਦੇ ਵਿੱਚ ਇਹ ਦਿਨ ਬਹੁਤ ਵਾਰ ਆਉਂਦਾ ਆ, ਅਤੇ ਸਿੱਖਾਂ ਦੇ ਲਈ ਇਹ ਦਿਨ ਦੀ ਕੀ ਇਹ ਮਹਾਨਤਾ ਹੈਗੀ ਆ ਜਾਂ ਕਿੱਦਾਂ ਸਿੱਖ ਜਿਹੜੇ ਆ ਇਸ ਦਿਨ ਨੂੰ ਯਾਦ ਰੱਖਦੇ ਨੇ, ਉਹਦੇ ਬਾਰੇ ਅਸੀਂ ਚਰਚਾ ਕਰਾਂਗੇ। ਅਤੇ ਨਾਲ ਦੀ ਨਾਲ ਅੱਜ ਸਾਡੀ ਦੀਵਾਲੀ ਕਿੱਦਾਂ ਦੀ ਬਣ ਚੁੱਕੀ ਹੈ ਜਾਂ ਅੱਜ ਅਸੀਂ ਉਹਨੂੰ ਕਿੱਦਾਂ ਸੋਚਦੇ ਹਾਂ, ਭਾਵੇਂ ਅਸੀਂ ਬੰਦੀ ਛੋੜ ਦਿਵਸ ਕਹਿੰਦੇ ਹਾਂ, ਉਹਦੇ ਬਾਰੇ ਵੀ ਗੱਲ ਕਰਾਂਗੇ। ਤਾਂ ਮੈਂ ਸਭ ਤੋਂ ਪਹਿਲਾਂ ਭਾਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦਾ, ਫਿਰ ਅਸੀਂ ਆਪਣੀ ਜਿਹੜੀ ਚਰਚਾ ਆ ਉਹ ਸ਼ੁਰੂ ਕਰਦੇ ਹਾਂ। ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਕੀ ਹਾਲ ਚਾਲ ਤੁਹਾਡਾ? ਬਸ ਵਧੀਆ ਵਧੀਆ, ਚੜ੍ਹਦੀ ਕਲਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇੰਟਰੋਡਕਸ਼ਨ ਦੇ ਦਾਂ, ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ ਪ੍ਰੋਗਰਾਮ ਦੇ ਉੱਤੇ ਸਿੰਘ ਸਟੇਸ਼ਨ ਦੇ ਉੱਤੇ ਆ ਰਹੇ ਹੋ। ਹਾਂਜੀ। ਤਾਂ ਪਿੱਛੋਂ ਭਾਜੀ ਤੁਸੀਂ ਅੰਮ੍ਰਿਤਸਰ ਤੋਂ ਨੇ, ਅਤੇ ਇਹਨਾਂ ਨੇ ਭਾਰਤ ਦੇ ਹੋਰ ਸ਼ਹਿਰਾਂ 'ਚ ਵੀ ਕੰਮ ਕੀਤਾ ਆ, ਅਤੇ ਨਾਲ ਦੀ ਨਾਲ ਹੁਣ ਭਾਜੀ ਮੈਲਬਨ ਵਿੱਚ ਰਹਿੰਦੇ ਨੇ ਇੱਥੇ। ਅਤੇ ਇਹ ਇੱਕ ਕਹਿੰਦੇ ਨਾ, ਦੀਵਾਲੀ ਨੂੰ ਲੈ ਕੇ ਇੱਕ ਬੜੀ ਪੁਰਾਣੀ ਕਹਾਵਤ ਆ ਕਿ ਦਾਲ ਰੋਟੀ ਘਰ ਦੀ ਅਤੇ ਦੀਵਾਲੀ ਅੰਮ੍ਰਿਤਸਰ ਦੀ। ਤਾਂ ਤੁਸੀਂ ਆਪ ਵੀ ਉਸੇ ਸ਼ਹਿਰ 'ਚੋਂ ਹੈਗੇ ਹੋ, ਅੰਮ੍ਰਿਤਸਰ ਤੋਂ, ਜਿੱਥੇ ਅੱਜ ਵੀ ਕਹਿੰਦੇ ਨਾ ਕਿ ਦੁਨੀਆ ਭਰ 'ਚ ਜਿੱਥੇ ਵੀ ਸਿੱਖ ਰਹਿੰਦਾ, ਖਾਸ ਕਰਕੇ ਇਹ ਦਿਨ ਅੰਮ੍ਰਿਤਸਰ ਨੂੰ ਖਾਸ ਕਰਕੇ ਯਾਦ ਕਰਦੇ ਨੇ, ਕਿ ਜਿੱਦਾਂ ਉੱਥੇ ਕਹਿੰਦੇ ਨਾ ਦੀਪਮਾਲਾ ਹੁੰਦੀ ਹੈ, ਜਿਵੇਂ ਅੰਮ੍ਰਿਤਸਰ ਸ਼ਹਿਰ ਸਜਾਇਆ ਜਾਂਦਾ ਆ, ਅਤੇ ਬੜੀ ਆਕਰਸ਼ਕ ਹੁੰਦੀ ਹੈ ਦੀਵਾਲੀ, ਅਤੇ ਖਾਸ ਤੌਰ 'ਤੇ ਇਕੱਠ ਵੀ ਬਹੁਤ ਹੁੰਦਾ ਆ। ਤਾਂ ਭਾਜੀ, ਸਭ ਤੋਂ ਪਹਿਲਾਂ ਕਿਉਂਕਿ ਆਪਣੇ ਅੱਜ ਗੱਲਾਂ ਬਹੁਤ ਕਰਨ ਵਾਲੀਆਂ, ਤਾਂ ਮੈਂ ਕਹਿੰਦਾ ਆਪਾਂ ਸਟ੍ਰੇਟ ਟੂ ਟੌਪਿਕ 'ਤੇ ਆਪਾਂ ਜਾਂਦੇ ਹਾਂ। ਅਤੇ ਖਾਸ ਤੌਰ 'ਤੇ ਅੱਜ ਜਿਹੜਾ ਦਿਨ ਹੈ ਆਪਾਂ ਦੀਵਾਲੀ 'ਤੇ ਕਰਨੀ ਹੈ, ਅਤੇ ਅੱਜ 13 ਤਰੀਕ ਹੈ, ਅਤੇ ਕੱਲ੍ਹ ਨੂੰ ਦੀਵਾਲੀ ਵਾਲਾ ਦਿਨ ਹੈ 14 ਨਵੰਬਰ ਦਾ। ਅਤੇ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਵੀ ਹੈਗਾ ਆ। ਆਪਾਂ ਉਹਨਾਂ ਦੇ ਉੱਤੇ ਵੀ ਗੱਲ ਕਰਨੀ ਹੈ, ਕਿਉਂਕਿ ਬੜੀ ਜ਼ਰੂਰੀ ਹੈ, ਸਾਡੇ ਪੰਥ ਦੀ ਇੱਕ ਬਹੁਤ ਮਹਾਨ ਸ਼ਖਸੀਅਤ ਆ। ਤਾਂ ਮਗਰ ਜਿਹੜੇ ਆਪਾਂ ਇਤਿਹਾਸ ਦੇ ਅੱਜ ਕਹਿੰਦੇ ਕਿ ਦਿਨਾਂ 'ਤੇ ਗੱਲ ਕਰਨੀ ਹੈ, ਜਿਹੜੀ ਘਟਨਾਵਾਂ 'ਤੇ ਗੱਲ ਕਰਨੀ ਹੈ, ਉਹਨਾਂ 'ਚ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਆਉਣਾ ਆ ਥੋੜ੍ਹਾ ਲੇਟਰ ਔਨ। ਆਪਾਂ ਉਸ ਸਮੇਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਅੱਜ ਦੇ ਦਿਹਾੜੇ ਨੂੰ ਲੈ ਕੇ ਵੀ ਆਪਾਂ ਗੱਲ ਕਰਾਂਗੇ ਉਹਨਾਂ ਦੇ ਉੱਤੇ। ਤਾਂ ਸਭ ਤੋਂ ਪਹਿਲਾਂ ਤਾਂ ਭਾਜੀ, ਕਿ ਅਗਰ ਅੱਜ ਦਾ ਆਪਾਂ ਦੀਵਾਲੀ ਦਾ ਰੂਪ ਦੇਖੀਏ, ਕਿ ਮੈਂ ਜੋ ਆਪ ਵੀ ਮਹਿਸੂਸ ਕਰਦਾ ਕਿ ਦੋ ਤਰ੍ਹਾਂ ਦੀਆਂ ਵਧਾਈਆਂ ਚੱਲਦੀਆਂ ਨੇ। ਇੱਕ ਕਿਹਾ ਜਾਂਦਾ ਕਿ ਹੈਪੀ ਦੀਵਾਲੀ ਐਂਡ ਬੰਦੀ ਛੋੜ ਦਿਵਸ, ਕਿ ਇਹ ਚੀਜ਼ ਹੋ ਚੁੱਕੀ ਆ। ਔਰ ਕਈਆਂ ਦੇ ਵਿੱਚ ਮੈਂ ਇਹ ਵੀ ਦੇਖਿਆ ਜੀ, ਕਿ ਜਦੋਂ ਦੀਵਾਲੀ ਕਹਿੰਦੇ ਇੱਕਦਮ ਅਟਕ ਜਾਣਗੇ, ਨਾਲ ਕਹਿਣਗੇ ਬੰਦੀ ਛੋੜ ਦਿਵਸ, ਕਿ ਉਹ ਜਦੋਂ ਮੈਨੂੰ ਦੇਖ ਲੈਣਗੇ ਕਿ ਵੀ ਇਹ ਸਰਦਾਰ ਆ, ਸਿੱਖ ਆ, ਦਾੜੀ ਰੱਖੀ ਆ, ਕਿ ਵੀ ਇਹਨੂੰ ਗਲਤੀ ਨਾਲ ਦੀਵਾਲੀ ਮੂੰਹ ਚੋਂ ਨਿਕਲ ਗਈ, ਤੇ ਇਹਨੂੰ ਬੰਦੀ ਛੋੜ ਦਿਵਸ ਵਾਲੇ ਦਿਨ ਉਹਦੀਆਂ ਵਧਾਈਆਂ ਦਈਏ। ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਉੱਤੇ ਗੱਲ ਕਰਦੇ ਜੀ, ਕਿ ਇਹ ਕਿੱਦਾਂ ਕਨੈਕਟਡ ਨੇ, ਜਾਂ ਇਹ ਸਾਡੇ 'ਚ ਇੱਕ ਇਨਸਿਕਿਉਰਿਟੀ ਵੀ ਕੀ ਹੈ, ਕਿ ਅਸੀਂ ਨਾਮ ਸ਼ਬਦਾਂ ਦੇ ਵਿੱਚ ਵੀ ਬਹੁਤ ਪੈ ਗਏ ਆ, ਕਿ ਦੀਵਾਲੀ ਨਹੀਂ ਕਹਿਣੀ, ਬੰਦੀ ਛੋੜ ਦਿਵਸ ਕਹਿਣੀ ਆ। ਤੁਸੀਂ ਕਿੱਦਾਂ ਦੇਖਦੇ ਹੋ ਸਭ ਤੋਂ ਪਹਿਲਾਂ, ਕਿ ਇਹ ਦੋਨੋਂ ਨਾਮਾਂ ਨੂੰ ਤੇ ਇਹ ਦਿਨ ਨੂੰ? ਹਾਂਜੀ ਵੀਰ ਜੀ, ਬਿਲਕੁਲ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅੰਮ੍ਰਿਤਸਰ ਤੋਂ ਹੋਣ ਕਰਕੇ ਜਿਹੜਾ ਸਾਡਾ ਹਰ ਸਾਲ ਦਾ ਰੂਟੀਨ ਪਹਿਲਾਂ ਇਹੀ ਹੁੰਦਾ ਸੀਗਾ ਵੀ ਦੀਵਾਲੀ ਵਾਲੇ ਦਿਨ ਅਸੀਂ ਦਰਬਾਰ ਸਾਹਿਬ ਜਾਂਦੇ ਸੀ, ਅਤੇ ਉਸ ਤੋਂ ਬਾਅਦ ਜਿਵੇਂ ਕਿ ਲੋਕਾਂ ਦੀ ਦੇਖਾ ਦੇਖੀ ਮੈਂ ਵੀ ਪਟਾਕੇ ਪਟੂਕੇ ਦਾ ਬਹੁਤ ਚਲਾਉਂਦਾ ਹੁੰਦਾ ਸੀ, ਪਰ ਬਾਅਦ 'ਚ ਜਦੋਂ ਪੋਲਿਊਸ਼ਨ ਵਾਲੀ ਗੱਲ ਦੇਖੀ ਤਾਂ ਮੈਂ ਹਟ ਗਿਆ ਜੀ ਉਹ ਚਲਾਉਣੋਂ। ਬਟ ਜਿਹੜਾ ਇਹ ਇਨਸਿਕਿਉਰਿਟੀ ਦੀ ਭਾਵਨਾ ਤੁਸੀਂ ਗੱਲ ਕੀਤੀ ਨਾ, ਤੁਸੀਂ ਬਹੁਤ ਜਿਹੜਾ ਆ ਇੱਕ ਨਬਜ਼ ਫੜ ਲਈ ਹੈ ਚੀਜ਼ ਦੀ, ਹੈ ਨਾ, ਕਿ ਇਹ ਦੀਵਾਲੀ ਪਹਿਲਾਂ ਤਾਂ ਅਸੀਂ ਕਹਿਣ ਤੋਂ ਨਹੀਂ ਡਰਦੇ ਸੀਗੇ, ਦੀਵਾਲੀ ਲਫ਼ਜ਼ ਤੋਂ, ਤੇ ਹੁਣ ਜਿਹੜਾ ਪਿਛਲੇ ਕੁਝ ਕੁ ਸਾਲਾਂ ਤੋਂ ਜਿਹੜਾ ਇਸ ਲਫ਼ਜ਼ ਨਾਲ ਸਾਨੂੰ ਡਰ ਪੈ ਗਿਆ ਬਈ ਕਿਸੇ ਨੇ ਮੈਨੂੰ ਦੀਵਾਲੀ ਕਹਿਤਾ, ਤੇ ਕਿਤੇ ਮੈਂ ਪਤਾ ਨਹੀਂ, ਜੇ ਮੈਂ ਹੈਪੀ ਦੀਵਾਲੀ ਦਾ ਰਿਪਲਾਈ ਕਰਤਾ ਅੱਗੋਂ ਵੀ ਹੈਪੀ ਦੀਵਾਲੀ ਜਾਂ ਥੈਂਕ ਯੂ ਜਾਂ ਸੇਮ ਟੂ ਯੂ, ਤਾਂ ਮੇਰੇ ਤੇ ਠੱਪਾ ਲੱਗ ਜੂਗਾ ਬਈ ਇਹ ਬੰਦਾ ਤਾਂ ਬਈ ਇਹਨੂੰ ਤਾਂ ਛੇਕੋ ਫਟਾਫਟ ਬਸ, ਹੈ ਨਾ, ਵੀ ਇਹ ਤਾਂ ਵੀ ਹੈਪੀ ਦੀਵਾਲੀ ਕਹਿਤਾ ਇਹਨੇ। ਤੇ ਦੂਜੀ ਜਿਹੜੀ ਗੱਲ ਆ ਬੰਦੀ ਛੋੜ ਦਿਵਸ ਦੀ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹੁਣ ਕਈ ਜਣੇ ਹੈਪੀ ਬੰਦੀ ਛੋੜ ਦਿਵਸ ਜਾਂ ਫਿਰ ਹੈਪੀ ਦੀਵਾਲੀ ਐਂਡ ਹੈਪੀ ਬੰਦੀ ਛੋੜ ਦਿਵਸ ਕਹਿੰਦੇ ਆ, ਤਾਂ ਉਹ ਵੀ ਵੀਰ ਜੀ ਆਪਾਂ ਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਡੇਟ ਬੰਦੀ ਛੋੜ ਦਿਵਸ ਦੀ ਆ ਉਹ ਐਗਜ਼ੈਕਟਲੀ ਦੀਵਾਲੀ ਨਾਲ ਮੈਚ ਨਹੀਂ ਕਰਦੀ ਸੀ। ਤਾਂ ਇਹਦੇ 'ਚ ਇਹ ਹੈ ਜੀ, ਮੇਰੇ ਖਿਆਲ 'ਚ ਜਿਹੜਾ ਮੇਰਾ ਨਜ਼ਰੀਆ ਇਹਦੇ 'ਚ ਹੈਗਾ ਹੁਣ ਉਹ ਇਹ ਹੈ ਵੀ ਦੀਵਾਲੀ ਲਫ਼ਜ਼ ਤੋਂ ਸਾਨੂੰ ਡਰਨ ਦੀ ਲੋੜ ਨਹੀਂ। ਦੀਵਾਲੀ ਜਿਹੜਾ ਆ ਸਾਡਾ ਮੇਰਾ ਕੋਈ ਧਾਰਮਿਕ ਤਿਉਹਾਰ ਨਹੀਂ ਹੈ, ਜਿਹੜੀ ਮੇਰੀ ਕੋਈ ਧਾਰਮਿਕ ਰੀਤੀ ਰਿਵਾਜ ਨਹੀਂ ਹੈ ਜਿਹੜਾ ਮੈਂ ਮਨਾਵਾਂ ਤੇ ਮੇਰਾ ਕੋਈ ਇਹਦੇ ਨਾਲ ਪੂਰਾ ਹੋ ਜਾਊਗਾ ਕੰਮ। ਪਰ ਦੀਵਾਲੀ ਦਾ ਕਿਉਂਕਿ ਇਤਿਹਾਸ ਨਾਲ ਇੰਨਾ ਕੁ ਆਪਣਾ ਜੁੜਿਆ, ਜਿਹੜਾ ਆਪਾਂ ਅੱਗੇ ਉਹਦੇ ਤੇ ਗੱਲਬਾਤ ਵੀ ਕਰਾਂਗੇ, ਬਈ ਇਸ ਦਿਨ ਨੂੰ ਲੈ ਕੇ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਇਤਿਹਾਸ 'ਚ। ਇਸ ਦਿਨ ਦੇ ਕਰਕੇ ਬਹੁਤ ਸਾਰੇ ਇਤਿਹਾਸ ਦੇ ਵਿੱਚ ਜਿਹੜੇ ਸੀ ਮੋੜ ਆਏ, ਜਿਨ੍ਹਾਂ ਨੇ ਆਪਣਾ ਇਤਿਹਾਸ ਅੱਗੇ ਬਣਾਇਆ ਸਾਰਾ, ਹੈ ਨਾ।
ਬਈ ਇਹ ਇਸ ਤਰ੍ਹਾਂ ਕਰਕੇ ਇਹ ਦਿਨ ਦੀ ਇੰਪੋਰਟੈਂਸ ਵੱਧਦੀ ਗਈ। ਸ਼ੁਰੂਆਤ ਹੋਈ ਸੀ ਇੱਕ ਦਿਨ ਤੋਂ, ਇੱਕ ਕਲਚਰਲ ਫੈਸਟੀਵਲ ਤੋਂ, ਪਰ ਕਿਉਂਕਿ ਇਹਦੇ ਇਸ ਦਿਨ ਨੂੰ ਲੈ ਕੇ ਆਪਾਂ ਉਸ ਕਲਚਰ 'ਚ ਰਹਿੰਦੇ ਸੀਗੇ ਕਿ ਜਿੱਥੇ ਇਹਦੀ ਮਹਾਨਤਾ ਸੀਗੀ, ਤਾਂ ਉਹਦਾ ਸਿੱਖ ਇਤਿਹਾਸ ਦੇ ਨਾਲ ਹਰ ਸਾਲ ਕੋਈ ਇਹੋ ਜਿਹੀ ਘਟਨਾ ਵਾਪਰਨੀ ਦੀਵਾਲੀ ਤੇ ਕਿ ਆਪਣੇ ਨਾਲ ਇਤਿਹਾਸ ਜੁੜਦਾ ਗਿਆ ਔਰ ਉਹ ਅੱਜ ਪਿੱਛੇ ਆਪਣਾ ਬਹੁਤ ਵੱਡਾ ਇਤਿਹਾਸ ਹੈ ਦੀਵਾਲੀ ਦਾ। ਹਾਂਜੀ ਵੀਰ ਜੀ। ਵੀਰ ਜੀ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ। ਹਾਂਜੀ ਸੌਰੀ ਅਗਰ ਆਪਾਂ ਦੀਵਾਲੀ ਵਾਲੇ ਦਿਨ ਨੂੰ ਦੇਖੀਏ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਤੋਂ ਪਹਿਲਾਂ ਦਾ ਇਹ ਦਿਨ ਚੱਲਦਾ ਆ ਰਿਹਾ ਹੈ। ਹਾਂਜੀ, ਮਤਲਬ ਇਹ ਇਦਾਂ ਦਾ ਨਹੀਂ ਹੈ ਕਿ ਇਹ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਆਏ ਨੇ, ਸਿੱਖੀ ਦੀ ਸ਼ੁਰੂਆਤ ਹੁੰਦੀ ਹੈ, ਉਹ ਤੋਂ ਬਾਅਦ ਦਿਨ ਬਣਿਆ। ਇਹ ਪੁਰਾਣਾ ਇੱਕ ਕਲਚਰਲ ਫੈਸਟੀਵਲ ਚੱਲਦਾ ਪਿਆ ਸੀਗਾ। ਉਸ ਮੈਂ ਕਹਿੰਦਾ ਜੋ ਸਮਾਜ ਵਿੱਚ, ਜਿਹੜੇ ਸਮਾਜ ਵਿੱਚ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਲੈਂਦੇ ਨੇ, ਤਾਂ ਜਿਹੜੇ ਸਮਾਜ ਵਿੱਚੋਂ ਸਿੱਖ ਨਿਕਲਦੇ ਨੇ, ਸਿੱਖੀ ਦਾ ਜਨਮ ਹੁੰਦਾ ਆ, ਇਹ ਬੂਟਾ ਜੀ, ਜਿੱਥੋਂ ਨਿਕਲਦਾ ਆ, ਤਾਂ ਉੱਥੇ ਆਲਰੇਡੀ ਇਹ ਕਹਿ ਦਈਏ ਕਿ ਫੈਸਟੀਵਲ ਮਨਾਏ ਜਾ ਰਹੇ ਸੀਗੇ। ਤਾਂ ਸਿੱਖਾਂ ਨੇ ਫਿਰ ਜਿੱਦਾਂ-ਜਿੱਦਾਂ ਅੱਗੇ ਇਤਿਹਾਸ ਵੱਧਦਾ ਆ, ਤਾਂ ਉਹਨਾਂ ਨੇ ਇਹ ਦਿਨ ਨੂੰ ਕੁਛ ਖਾਸ ਕੰਮਾਂ ਦੇ ਲਈ ਚੁਣਿਆ। ਅਗਰ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਚਰਚਾ ਕਰਾਂ ਕਿ ਸਾਡੇ ਇੱਕ ਬਹੁਤ ਮਹਾਨ ਸ਼ਹੀਦ ਹੋਏ ਨੇ, ਭਾਈ ਮਨੀ ਸਿੰਘ ਜੀ। ਅਸੀਂ ਸਾਰੇ ਬਿਲਕੁਲ। ਜਾਣਦੇ ਹਾਂ, ਉਹਨਾਂ ਦਾ ਬੰਦ-ਬੰਦ ਕੱਟਿਆ ਗਿਆ ਸੀਗਾ। ਤੇ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਮੈਂ ਕਹਾਂ ਡਾਇਰੈਕਟ ਲਿੰਕ ਜਿਹੜਾ ਹੈ ਉਹ ਦੀਵਾਲੀ ਦੇ ਨਾਲ ਬਣਦਾ ਕਿ ਇੱਕ ਦੀਵਾਲੀ ਦਾ ਜਿਹੜਾ ਦਿਨ ਆ, ਇਹਨੂੰ ਮਨਾਉਣਾ ਜਾਂ ਇੱਥੇ ਜਿਹੜਾ ਇਕੱਠ ਹੋਣਾ, ਉਹ ਇੱਕ ਕਾਰਨ ਬਣਿਆ। ਉੱਥੇ ਆਉਣ ਤੋਂ ਪਹਿਲਾਂ ਮੈਂ ਕਹਾਂਗਾ ਕਿ ਹਰ ਸਾਲ ਜਿਹੜੇ ਸਿੱਖ ਸੀਗੇ ਦੀਵਾਲੀ ਦੇ ਉੱਤੇ ਇਸ ਦਿਨ ਪੰਥ ਜਿਹੜਾ 17ਵੀਂ ਸਦੀ ਵਿੱਚ ਸੀਗਾ ਤੇ 18ਵੀਂ ਸਦੀ ਦੇ ਵਿੱਚ ਜਦੋਂ ਸਿੱਖ ਜੰਗਲਾਂ 'ਚ ਰਹਿੰਦੇ ਹੁੰਦੇ ਸੀਗੇ, ਤਾਂ ਉਹ ਇੱਕ ਦੂਜੇ ਨੂੰ ਮਿਲਦੇ ਵੀ ਨਹੀਂ ਸੀਗੇ, ਪਰਿਵਾਰਾਂ ਤੋਂ ਦੂਰ ਰਹਿੰਦੇ ਹੁੰਦੇ ਸੀ। ਕਈ-ਕਈ ਦਿਨ ਉਹਨਾਂ ਨੂੰ, ਕਈ-ਕਈ ਮਹੀਨੇ ਉਹਨਾਂ ਨੂੰ ਜੰਗਲਾਂ ਦੇ ਵਿੱਚ ਭੁੱਖੇ ਧਿਆਏ ਰਹਿਣਾ ਪੈਂਦਾ ਸੀਗਾ, ਕਿਉਂਕਿ ਸਮਾਂ ਹੀ ਏਦਾਂ ਦਾ ਸੀਗਾ। ਮਗਰ ਜੀ, ਦੀਵਾਲੀ ਵਾਲੇ ਦਿਨ ਉਹ ਇੱਕ ਬਣਿਆ ਹੋਇਆ ਸੀਗਾ ਕਿ ਉਹਨਾਂ ਨੇ ਇਕੱਠੇ ਹੁੰਦੇ ਸੀਗੇ ਅੰਮ੍ਰਿਤਸਰ ਦੇ ਵਿੱਚ ਤੇ ਇੱਥੇ ਆ ਕੇ ਸਰਬੱਤ ਖਾਲਸਾ ਕਰਦੇ ਹੁੰਦੇ ਸੀ। ਇੱਕ ਰੀਤ ਚੱਲਦੀ ਆ, ਮਗਰ ਸਮਾਂ ਕਈ ਵਾਰ ਏਦਾਂ ਦਾ ਬਣਿਆ ਕਿ ਕਈ ਸਾਲ ਨਹੀਂ ਵੀ ਹੋ ਸਕਿਆ, ਮਗਰ ਬਹੁਤ ਸਾਰੇ ਫੈਸਲੇ ਹੋਏ ਨੇ, ਜਦੋਂ ਆਪਾਂ ਚਰਚਾ ਵੀ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਇਹ ਭਾਜੀ ਆਪਾਂ ਗੱਲ ਕਰੀਏ ਕਿ ਕਿਉਂਕਿ ਭਾਈ ਮਨੀ ਸਿੰਘ ਹੋਣਾ ਦੀ ਸ਼ਹਾਦਤ ਵੀ ਉਹਦੇ ਨਾਲ ਜੁੜੀ ਹੈ, ਆਪਾਂ ਉੱਤੇ ਵੀ ਆਉਣਾ ਹੈ ਕਿ ਇਹ ਦਿਨ ਨੂੰ ਸਿੱਖ ਕਿਉਂ ਚੁਣਦੇ ਸੀਗੇ ਤੇ ਅੰਮ੍ਰਿਤਸਰ ਨੂੰ ਕਿਉਂ ਚੁਣਿਆ ਜਾਂਦਾ ਸੀਗਾ, ਜਾਂ ਇਹ ਇੱਥੇ ਸਿੱਖ ਇੱਕ ਬੈਠ ਕੇ ਜਿਹੜੀ ਇੱਕ ਆਪਣੀ ਵਾਰਤਾਲਾਪ ਕਰਦੇ ਸੀ। ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਕਿ ਜਿੱਦਾਂ ਆਪਾਂ ਗੱਲ ਵੀ ਕਰਦੇ ਸੀ ਪਹਿਲਾਂ ਕਿ ਸਾਲ ਭਰ ਕੀ ਕੀਤਾ ਤੇ ਅਗਲੀ ਕੀ ਹਾਂਜੀ। ਸਟ੍ਰੈਟਜੀ ਹੋਣਗੀਆਂ, ਉਹਦੇ ਬਾਰੇ ਇੱਕ ਚਰਚਾ ਕਰਦੇ ਹੁੰਦੇ ਸੀਗੇ। ਇਹਨੂੰ ਕਿੱਦਾਂ ਤੁਸੀਂ ਦੇਖਦੇ ਹੋ? ਕਿਉਂਕਿ ਇਹ ਬੜੀ ਪਾਵਰਫੁਲ ਚੀਜ਼ ਆ ਭਾਜੀ, ਜਿਹੜੀ ਇੱਕ ਸੰਵਾਦ ਕਰਨਾ, ਇੱਕ ਬੈਠਣਾ, ਫਿਊਚਰ ਸਟ੍ਰੈਟਜੀ ਤੇ ਗੱਲ ਕਰਨੀ, ਜਿਹਦੀ ਅੱਜ ਦੇ ਸਮੇਂ 'ਚ ਮੈਂ ਬਹੁਤ ਘਾਟ ਦੇਖਦਾ। ਜੀ, ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਜਿਹੜਾ ਇਕੱਠੇ ਬੈਠਣਾ ਜਿਹੜਾ ਆ ਅੱਜ ਮੁਸ਼ਕਲ ਹੋਇਆ ਪਿਆ ਹੈ, ਤੇ ਹੂੰ, ਉਦੋਂ ਤੁਸੀਂ ਇਹ ਦੇਖੋ ਬਈ ਦੀਵਾਲੀ, ਅੱਛਾ ਇਕੱਲੇ ਦੀਵਾਲੀ ਵਾਲੇ ਦਿਨ ਨਹੀਂ ਜੀ, ਵਿਸਾਖੀ ਵਾਲੇ ਦਿਨ ਵੀ ਸਾਲ 'ਚ 2 ਵਾਰੀ ਜਿਹੜਾ ਸੀਗਾ ਖਾਲਸਾ, ਸਰਬੱਤ ਹੂੰ, ਖਾਲਸਾ ਤੇ ਇਕੱਠਾ ਹੁੰਦਾ ਸੀਗਾ ਔਰ ਉਹ ਬੈਠ ਕੇ ਉੱਥੇ ਜਿਹੜੀਆਂ ਸੀਗੀਆਂ ਕਿ ਆਪਾਂ ਪਿਛਲੇ 6 ਮਹੀਨਿਆਂ ਦੇ ਵਿੱਚ ਜਾਂ ਪਿਛਲੇ ਸਾਲ ਦੇ ਵਿੱਚ ਆਪਣੀ ਕਾਰਗੁਜ਼ਾਰੀ ਕੀ ਰਹੀ ਹੈ ਨਾ? ਤੇ ਅਸੀਂ ਕਿੱਥੇ-ਕਿੱਥੇ ਸਾਡੀਆਂ ਜੇ ਅਸੀਂ ਮਾਰ ਖਾਧੀ ਹੈ, ਜੇ ਹਾਰ ਹੋਈ ਆ, ਉਹਦੇ ਕਾਰਨ ਲੱਭੇ ਜਾਂਦੇ ਸੀਗੇ। ਅੱਛਾ, ਜਿਸ ਤਰ੍ਹਾਂ ਤੁਸੀਂ ਕਿਹਾ ਵਹੀ ਖਾਤੇ ਖੋਲੇ ਜਾਂਦੇ ਸੀਗੇ, ਬਈ ਹੁਣ ਆਪਣੇ ਅੱਗੇ ਆਪਾਂ ਕਿਸ ਤਰ੍ਹਾਂ ਅਗਲਾ ਸਾਲ ਗੁਜ਼ਾਰਾ ਕਰਨਾ, ਪਿਛਲਾ ਸਾਲ ਸਾਡਾ ਗੁਜ਼ਾਰਾ ਕਿਵੇਂ ਰਿਹਾ। ਤੁਸੀਂ ਇਹ ਦੇਖੋ ਹੂੰ, ਕਿ ਖਾਲਸੇ ਦੇ ਇੰਨੇ ਦਲ ਬਣ ਚੁੱਕੇ ਸੀਗੇ ਕਿ ਆਪਸ ਦੇ ਵਿੱਚ ਇਕੱਠੇ ਬੈਠਣਾ, ਅਲੱਗ-ਅਲੱਗ ਸੋਚ ਹੋਣ ਦੇ ਬਾਵਜੂਦ ਉਹਨਾਂ ਦਾ ਬੇਸ ਇੱਕ ਹੂੰ, ਸੀਗਾ ਗੁਰਬਾਣੀ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਸੀ। ਇਹ ਉਹਨਾਂ ਦਾ ਬੇਸ ਸੀਗਾ, ਹੂੰ, ਬਟ ਉਸ ਤੋਂ ਉੱਪਰ ਜੇ ਵੇਖਿਆ ਜਾਵੇ ਤੇ ਇੱਕ ਇਨਸਾਨੀ ਸੋਚ ਜਿਹੜੀ ਆ, ਜੋ ਉਂਗਲਾਂ 2 ਬਰਾਬਰ ਨਹੀਂ ਹੈਗੀਆਂ, 2 ਭਰਾਵਾਂ ਦੀ ਸੋਚ ਨਹੀਂ ਮਿਲਦੀ, ਤਾਂ ਇੰਨੇ ਸਾਰੇ ਸਿੰਘ ਜਦੋਂ ਇਕੱਠੇ ਹੁੰਦੇ ਸੀ, ਮੋਢੀ ਸਿੰਘ, ਤਾਂ ਉਸ ਸੋਚ ਨੂੰ ਇੱਕ ਫ੍ਰੀਕੁਐਂਸੀ ਦੇ ਵਿੱਚ ਲਿਜਾ ਕੇ, ਹੈਨਾ, ਐਗਰੀ ਟੂ ਡਿਸਐਗਰੀ ਵੀ ਕਰਦੇ ਹੋਣਗੇ ਕਈ ਚੀਜ਼ਾਂ ਤੇ ਉਹ, ਬਿਲਕੁਲ। ਤੇ ਕਈ ਚੀਜ਼ਾਂ ਤੇ ਹੂੰ, ਉਹ ਕਨਵਿੰਸ ਵੀ ਕਰਦੇ ਹੋਣਗੇ ਦੂਜੇ ਨੂੰ, ਬਈ ਨਹੀਂ ਭਾਈ ਸਾਹਿਬ ਹੂੰ, ਜੀ, ਬਿਲਕੁਲ। ਤੁਸੀਂ ਇੱਥੇ ਇਸ ਤਰ੍ਹਾਂ ਹੈ ਜੀ, ਉਹ ਵੀ ਸਾਡੇ ਵਾਂਗੂ ਜਿਵੇਂ ਬਹਿ ਕੇ ਆਪਾਂ ਕਈ ਵਾਰੀ ਹੋ ਜਾਂਦੇ, ਪਰ ਸਾਡੇ 'ਚ ਪੇਸ਼ੈਂਸ ਦੀ ਕਮੀ ਹੋ ਗਈ ਜੀ। ਮੈਂ ਅੱਛਾ ਕਹਿੰਦਾ ਜੀ। ਇੰਨੇ ਸਿੰਘ ਇਕੱਠੇ ਹੋ ਕੇ ਉੱਥੇ ਖਾਣੇ ਬਣਦੇ ਹੋਣਗੇ, ਸਿੰਘਾਂ ਦੇ ਲੰਗਰ ਤਿਆਰ ਹੁੰਦੇ ਹੋਣਗੇ, ਤੰਬੂ ਲਾ ਕੇ, ਫਿਰ ਹੂੰ, ਇੱਕ ਦਿਨ ਦਾ ਤਾਂ ਉੱਥੇ ਕੋਈ ਕੰਮ ਨਹੀਂ ਹੋਣਾ, ਕੰਮ ਤਾਂ ਘੱਟੋ-ਘੱਟ ਹੂੰ, ਹਫ਼ਤਾ 2 ਹਫ਼ਤੇ ਚੱਲਦਾ ਹੋਊਗਾ ਜੀ। ਤਾਂ ਇਹ ਬਿਲਕੁਲ। ਜਿਹੜਾ ਮੇਰੇ ਖਿਆਲ ਦੇ ਵਿੱਚ ਇਸ ਤੋਂ ਸਾਨੂੰ ਜਿਹੜੀ ਸਿੱਖਿਆ ਲੈਣ ਦੀ ਲੋੜ ਆ ਨਾ, ਕਿ ਇਕੱਠੇ ਹੋ ਕੇ ਬਹਿਣਾ, ਕਿਸੇ ਟੌਪਿਕ ਨੂੰ ਲੈ ਕੇ ਡਿਸਕਸ ਕਰਨਾ, ਉਹਦੇ ਤੇ ਅਸੀਂ ਜਿਹੜਾ ਆ ਮਾਰ-ਧਾੜ ਤੋਂ ਬਚ ਕੇ ਤੇ ਐਗਰੀ ਟੂ ਡਿਸਐਗਰੀ ਕਿਸ ਤਰ੍ਹਾਂ ਹੋਣਾ ਹੈ ਨਾ, ਇਹ ਸਾਨੂੰ ਉਸ ਤੋਂ ਬਹੁਤ ਵੱਡੀ ਸੇਧ ਮਿਲਦੀ ਹੈ ਜੀ। ਔਰ ਉਹਨਾਂ ਨੇ ਦਿਨ ਜਿਹੜਾ ਦੀਵਾਲੀ ਇਹ ਇਸੇ ਕਰਕੇ ਹੀ ਚੁਣਿਆ ਸੀਗਾ, ਦੀਵਾਲੀ ਤੇ ਵਿਸਾਖੀ, ਕਿਉਂਕਿ ਕਲਚਰਲ ਡੇਜ਼ ਹੋਣ ਕਰਕੇ ਇਹ ਸਾਰਿਆਂ ਨੂੰ ਪਤਾ ਹੁੰਦਾ ਸੀ ਵੀ ਇਹ ਦਿਨ ਕਦੋਂ ਆ ਸਾਲ 'ਚ, ਤੇ ਬਿਲਕੁਲ, ਇਹ ਇੱਥੇ ਅੰਮ੍ਰਿਤਸਰ ਆਪਾਂ ਇਕੱਠੇ ਹੋਣਾ ਹੈ, ਹਨਾ? ਇਹ ਇਲਾਕਾ ਆਪਣਾ ਜਿਹੜਾ ਬਿਲਕੁਲ। ਅਕਾਲ ਤਖ਼ਤ ਸਾਹਿਬ ਜਿਹੜਾ ਆਪਣਾ ਪੋਲੀਟੀਕਲ ਕੇਂਦਰ ਸੀਗਾ,
ਤੇ ਇਹ ਬਿਲਕੁਲ, ਪੋਲੀਟੀਕਲ ਉੱਥੇ ਗੱਲਬਾਤ ਹੋਣੀ ਸੀ, ਜਿਹੜੇ ਗੁਰਮਤੇ ਪਾਸ ਹੁੰਦੇ ਸੀ, ਇਹ ਆਪਣੀ ਇੱਕ ਸਿੱਖ ਪੋਲਿਟਿਕਸ ਦਾ ਹਿੱਸਾ ਸੀ। ਅੱਜ ਵੀ ਆਪਾਂ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੁੰਦੇ ਹਾਂ ਤਾਂ ਜਿਹੜੇ ਜਥੇਦਾਰ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੇ, ਉਹ ਗੁਰਮਤਾ ਸੰਗਤ ਨੂੰ ਸੁਣਾਉਂਦੇ, ਸੰਗਤ ਉੱਥੇ ਬੜੇ ਸ਼ਾਂਤ ਚਿੱਤ ਹੋ ਕੇ ਗੁਰਮਤਾ ਸੁਣਦੀ ਹੈ ਜੀ। ਪਿਛਲੇ ਕੁਝ ਸਾਲਾਂ 'ਚ ਵੀ ਦੇਖਿਆ ਜਾਵੇ, ਜਦੋਂ ਸਰਬੱਤ ਖਾਲਸਾ ਜਿੰਨੀ ਕੁ ਵਾਰੀ ਹੋਇਆ, ਤਾਂ ਉਹ ਇੱਕ ਜਿਹੜਾ ਖਾਲਸਾਈ ਜਾਹੋ ਜਲਾਲ ਉੱਥੇ ਸਾਨੂੰ ਦੇਖਣ ਨੂੰ ਮਿਲਦਾ ਆ ਕਿ ਸਾਰੀ ਕੌਮ ਦੇ ਦੂਰੋਂ ਦੂਰੋਂ ਸਿੱਖ ਆ ਕੇ ਅਲੱਗ-ਅਲੱਗ ਸੰਪਰਦਾਵਾਂ, ਜਥੇਬੰਦੀਆਂ ਦੇ ਜਿਹੜੇ ਸਿੰਘ ਨੇ, ਮੋਢੀ ਸਿੰਘ ਜਾਂ ਸਾਰੇ ਸਿੰਘ ਉੱਥੇ ਇਕੱਠੇ ਹੋ ਕੇ ਉਹ ਇੱਕ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੁੰਦੇ ਨੇ, ਤੇ ਉਹ ਇੱਕ ਗੁਰਮਤਾ ਸੁਣ ਕੇ ਜਦੋਂ ਉਹਦੇ ਤੇ ਜਕਾਰਾ ਲਾਉਂਦੇ ਨੇ ਕਿ ਅਸੀਂ ਸਾਰੇ ਇਹਦੇ ਨਾਲ ਸਹਿਮਤ ਹਾਂ, ਤਾਂ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਇਹ ਪੁਰਾਤਨ ਜਿਹੜੀ ਰੀਤ ਆ ਅਜੇ ਗਈ ਨਹੀਂ ਹੈ, ਅਜੇ ਕਾਫੀ ਬਿਲਕੁਲ, ਅਜੇ ਜਾਗਦੀ ਜਿਉਂਦੀ ਹੈ। ਬਿਲਕੁਲ। ਨਹੀਂ, ਮੈਂ ਨਾ ਪਿਛਲੇ ਦਿਨੀ ਗਿਆਨੀ ਠਾਕੁਰ ਸਿੰਘ ਜੀ ਹੁਣੀ ਆਪਣੇ ਜਿਹੜੇ ਹੈਗੇ ਨੇ, ਗਿਆਨੀ ਸ਼ੇਰ ਸਿੰਘ ਜੀ, ਸੌਰੀ, ਗਿਆਨੀ ਸ਼ੇਰ ਹਾਂਜੀ ਸਿੰਘ ਹੁਣਾਂ ਦੀ ਪੰਥ ਪ੍ਰਕਾਸ਼ ਦੀ ਕਥਾ ਸੁਣ ਰਿਹਾ ਸੀਗਾ। ਤਾਂ ਉਹਨਾਂ ਨੇ ਉਹ ਬਹੁਤ ਘੱਟ ਹੈ ਜਿਨ੍ਹਾਂ ਨੇ ਪੰਥ ਪ੍ਰਕਾਸ਼ ਦੀ ਕਥਾ ਕੀਤੀ ਹੋਈ। ਉਹ ਜਦੋਂ ਡਿਫਾਈਨ ਕਰਦੇ ਆ ਨਾ ਕਿ ਜਦੋਂ ਸਰਬੱਤ ਖਾਲਸਾ ਹੁੰਦਾ ਸੀਗਾ, ਦੀਵਾਲੀ ਦੇ ਉੱਤੇ ਜਦੋਂ ਇਕੱਠ ਹੁੰਦਾ ਸੀਗਾ, ਉਹ ਜਦੋਂ ਇੱਕ ਤਰੀਕੇ ਨਾਲ ਕਹਿੰਦੇ ਜਦੋਂ ਬੋਲਦੇ ਆ, ਉਹਨੂੰ ਡਿਫਾਈਨ ਕਰਦੇ, ਉਹ ਤੁਹਾਡੇ ਸਾਹਮਣੇ ਇੱਕ ਪਿਕਚਰ ਜੀ ਆ ਜਾਂਦੀ ਆ ਕਿ ਕਿੱਦਾਂ ਇੱਕ ਘੋੜਿਆਂ ਦਾ ਜਥਾ, ਸਿੰਘਾਂ ਦਾ ਜਥਾ ਘੋੜਿਆਂ ਤੇ ਇੱਕ ਪਾਸਿਓਂ ਆ ਰਿਹਾ, ਇੱਕ ਦੂਜੇ ਪਾਸਿਓਂ ਆ ਰਿਹਾ, ਇੱਕ ਪਾਸੇ ਬੀਬੀਆਂ, ਬੱਚੇ ਨੇ, ਕਿੱਦਾਂ ਘੋੜਿਆਂ ਤੇ ਚੜੇ ਹੋਏ ਨੇ, ਤੰਬੂ ਇੱਥੇ ਲੱਗਾ, ਤੰਬੂ ਉੱਥੇ ਲੱਗਾ। ਉਹ ਮੈਂ ਵੈਸੇ ਹਾਂਜੀ ਹੀ ਇਮੈਜਿਨ ਕਰ ਰਿਹਾ ਸੀਗਾ ਕਿ ਦੇਖੋ ਕਿੰਨਾ ਸੋਹਣਾ ਦ੍ਰਿਸ਼ ਹੈ ਕਿ ਅੰਮ੍ਰਿਤਸਰ ਦੇ ਵਿੱਚ ਮਤਲਬ ਇੱਕ ਕਹਿੰਦੇ ਵੀ ਤੁਰਕਾਂ ਦੀ ਵੀ ਨਜ਼ਰ ਰਹਿੰਦੀ ਹੁੰਦੀ ਸੀਗੀ ਕਿ ਵੀ ਹੁਣ ਇਹ ਇਕੱਠੇ ਹੋ ਰਹੇ ਨੇ, ਤਾਂ ਇਹਨਾਂ ਨੂੰ ਕਿਸੇ ਨਾ ਕਿਤੇ ਇਹਨਾਂ ਦਾ ਨੁਕਸਾਨ ਕੀਤਾ ਜਾਵੇ। ਸਿੰਘ ਚੌਕਸ ਰਹਿੰਦੇ ਸੀਗੇ, ਕਿੱਦਾਂ ਜ਼ਿੰਮੇਦਾਰੀਆਂ ਵੀ ਉਹਨਾਂ ਦੀਆਂ ਲੱਗਦੀਆਂ ਹੋਣਗੀਆਂ। ਤਾਂ ਇੱਕ ਦੀਵਾਲੀ ਵਾਲਾ ਜਿਹੜਾ ਦਿਨ ਸੀਗਾ, ਮੈਂ ਅਗਰ ਕਹਾਂ ਬਰੀਫ ਇੱਕ ਸ਼ਬਦ ਵਿੱਚ, ਕਿ ਇਹ ਇੱਕ ਸਿੱਖਾਂ ਦਾ ਇਕੱਠੇ ਹੋਣ ਦਾ, ਸਰਬੱਤ ਖਾਲਸਾ ਦਾ ਦਿਨ ਸੀਗਾ। ਇਸ ਕਰਕੇ ਇਹ ਸਾਡੇ ਲਈ ਇੱਕ ਬੜਾ ਕੁਛ ਸਾਡੇ ਲਈ ਲੈ ਕੇ ਆਉਂਦਾ ਆ। ਤਾਂ ਹੁਣ ਇਸੇ ਸੰਦਰਭ ਦੇ ਵਿੱਚ ਭਾਜੀ ਆਪਾਂ ਆਉਂਦੇ ਭਾਈ ਮਨੀ ਸਿੰਘ ਹੁਣਾਂ ਤੇ, ਸ਼ਹੀਦ ਭਾਈ ਮਨੀ ਸਿੰਘ ਜੀ ਹੁਣਾਂ ਤੇ, ਕਿ ਜਦੋਂ 1936 ਦੇ ਵਿੱਚ ਭਾਈ ਸਾਹਿਬ ਜੀ ਇੱਕ ਦਰਬਾਰ ਸਾਹਿਬ ਹੈੱਡ ਗ੍ਰੰਥੀ ਸੀਗੇ, ਤਾਂ ਉਸ ਸਮੇਂ ਇਹ ਵਿਧ ਬਣਦੀ ਹੈ ਕਿ ਬੜਾ ਲੰਬਾ ਸਮਾਂ ਹੋ ਗਿਆ ਸੀ, ਸਿੱਖ ਨਹੀਂ ਇਕੱਠੇ ਹੋ ਸਕੇ ਸੀਗੇ। ਤਾਂ ਉਦੋਂ ਭਾਈ ਸਾਹਿਬ ਨੇ ਸੋਚਿਆ ਕਿ ਸਿੰਘਾਂ ਨੂੰ ਇਕੱਠੇ ਕੀਤਾ ਜਾਵੇ, ਦੁਬਾਰਾ ਦੀਵਾਲੀ ਦਾ ਸੱਦਾ ਜਿਹੜਾ ਭੇਜਿਆ ਜਾਵੇ। ਉਹਨਾਂ ਨੇ ਸੱਦਾ ਪੱਤਰ ਭੇਜਿਆ। ਉਹ ਤੋਂ ਬਾਅਦ ਮੁਗਲਾਂ ਨੇ ਪਹਿਲਾਂ ਤੇ ਹਾਂ ਕਰ ਦਿੱਤੀ, ਬਟ ਬਾਅਦ ਵਿੱਚ ਉਹਨਾਂ ਦੀ ਜਦ ਨੀਅਤ ਵਿਗੜੀ। ਉਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਦੱਸੋ ਕਿ ਇਹ ਉਹੀ ਆਪਾਂ ਥੋੜ੍ਹਾ ਜਿਹਾ ਬਰੀਫ ਵਿੱਚ ਹੀ ਆਪਾਂ ਇਹਨੂੰ ਰੱਖਾਂਗੇ ਤਾਂ ਕਿ ਆਪਾਂ ਅੱਗੇ ਵੀ ਵਧਣਾ, ਕਿ ਵੀ ਇਹ ਕਿੱਦਾਂ ਵਿਧ ਬਣੀ ਤਾਂ ਫਿਰ ਭਾਈ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ। ਜੀ ਬਿਲਕੁਲ ਜੀ, ਜਦੋਂ ਭਾਈ ਮਨੀ ਸਿੰਘ ਜੀ ਹੋਣਾ ਨੇ ਦੀਵਾਲੀ ਤੇ ਇਕੱਠ ਕਰਨ ਦੀ ਗੱਲ ਕੀਤੀ ਸੀ, ਤਾਂ ਉਸ ਵੇਲੇ ਵੀ ਜਿਹੜੀ ਸੀਗੀ ਮੁਗਲਾਂ ਦੀ ਨਜ਼ਰ ਸੀਗੀ ਇਸ ਇਕੱਠ ਤੇ ਵੀ ਕਿਉਂ ਨਾ ਇਹਨੂੰ ਇੱਕ ਮੌਕਾ ਬਣਾ ਕੇ ਤੇ ਜਿਹੜਾ ਆ ਸਿੰਘਾਂ ਦਾ ਖਾਤਮਾ ਕੀਤਾ ਜਾਵੇ। ਤਾਂ ਭਾਈ ਮਨੀ ਸਿੰਘ ਜੀ ਨੇ ਹਾਲਾਂਕਿ ਸਰਕਾਰ ਤੋਂ ਇਸ ਚੀਜ਼ ਦੀ ਇਜਾਜ਼ਤ ਲਈ ਸੀਗੀ ਕਿ ਅਸੀਂ ਇਹ ਦੀਵਾਲੀ ਦਾ ਜਿਹੜਾ ਇਕੱਠ ਕਰਨਾ ਆ, ਤੇ ਕਿਉਂਕਿ ਸਰਕਾਰ ਤਾਂ ਦੁਸ਼ਮਣ ਸੀਗੀ ਉਸ ਵੇਲੇ ਵੀ ਸਿੰਘਾਂ ਦੀ, ਤਾਂ ਇਹ ਤੇ ਉਹਨਾਂ ਨੇ ਅਪਰੂਵਲ ਭਾਜੀ ਜਿਹੜੀ, ਰਕਮ ਵੀ ਲਾਈ ਸੀਗੀ ਸ਼ਾਇਦ 5000 ਰੁਪਈਆ, ਕਿ ਵੀ ਜੇ ਤੁਸੀਂ ਹਾਂਜੀ ਇਕੱਠ ਬਿਲਕੁਲ ਕਰਨਾ ਜੀ, ਉਹਨਾਂ ਨੇ 5000। ਇੱਕ ਰਕਮ ਰੱਖੀ ਸੀ ਜੀ 5000 ਰੁਪਈਆ, ਜਿਹੜੀ ਕਿ ਜਦੋਂ ਭਾਈ ਸਾਹਿਬ ਨੂੰ ਪਤਾ ਲੱਗਾ ਵੀ ਮੁਗਲ ਸ਼ਾਇਦ ਇੱਥੇ ਹਮਲਾ ਕਰ ਸਕਦੇ ਆ ਤੇ ਜਿਹੜਾ ਸਿੰਘਾਂ ਦੀ ਜਾਨ ਨੂੰ ਜਿਹੜਾ ਹੈ ਜੋਖਮ 'ਚ ਨਾ ਪਾਇਆ ਜਾਵੇ, ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਅਸੀਂ ਇਹ ਜਿਹੜਾ ਇਕੱਠ ਹੈ ਕੈਂਸਲ ਕਰ ਰਹੇ ਹਾਂ। ਤਾਂ ਉਹਨਾਂ ਨੇ ਸਿੰਘਾਂ ਨੂੰ ਵੀ ਭੇਜਤਾ ਸੀਗਾ ਜੀ ਸੁਨੇਹਾ ਕਿ ਤੁਸੀਂ ਨਾ ਆਓ, ਕਿਉਂਕਿ ਇੱਥੇ ਹੋ ਸਕਦਾ ਇੱਥੇ ਖੂਨ ਖਰਾਬਾ ਹੋ ਜਾਵੇ। ਤੇ ਆਪਣੇ ਕਿਉਂਕਿ ਇਹ ਸਰਬੱਤ ਖਾਲਸਾ ਇਕੱਠਾ ਹੋਣਾ, ਤਾਂ ਪਰਿਵਾਰ ਵੀ ਨਾਲ ਹੁੰਦੇ ਸੀ, ਬੱਚੇ ਬਜ਼ੁਰਗ ਬੀਬੀਆਂ ਸਾਰੇ ਨਾਲ ਹੁੰਦੇ ਸੀ। ਤਾਂ ਉਹਨਾਂ ਨੇ ਕਿਹਾ ਵੀ ਕਿਤੇ ਇਹ ਖੂਨ ਖਰਾਬਾ ਹੋਣ ਤੋਂ ਬਚਾਉਣ ਵਾਸਤੇ ਉਹਨਾਂ ਨੇ ਇਹ ਸੁਨੇਹਾ ਭੇਜਿਆ ਸੀ ਸਿੰਘਾਂ ਨੂੰ ਵੀ ਆਪਾਂ ਇਕੱਠੇ ਨਾ ਹੋਈਏ। ਤਾਂ ਮੁਗਲਾਂ ਨੇ ਇਹਨੂੰ ਮੌਕਾ ਬਣਾ ਲਿਆ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਤੁਹਾਡੇ ਕੋਲੋਂ ਜਿਹੜੇ ਪੈਸੇ ਮੰਗੇ ਸੀ ਉਨੇ ਨਹੀਂ, ਬਲਕਿ ਸਾਨੂੰ ਉਸ ਤੋਂ ਡਬਲ ਚਾਹੀਦੇ ਆ। ਤਾਂ ਭਾਈ ਸਾਹਿਬ ਨੇ ਕਿਹਾ ਦੱਸ ਵੀ ਇਹ ਤਾਂ ਇਕੱਠ ਤਾਂ ਹੋਇਆ ਨਹੀਂ, ਤੇ ਜੇ ਇਕੱਠ ਨਹੀਂ ਹੋਇਆ ਤੇ ਫਿਰ ਅਸੀਂ ਤੁਹਾਨੂੰ ਇਹ ਕਿਸ ਤਰ੍ਹਾਂ ਦੇ ਸਕਦੇ ਹਾਂ ਜੀ ਪੈਸੇ। ਤਾਂ ਉਹਨੂੰ ਇਹ ਬਹਾਨਾ ਬਣਾ ਕੇ ਭਾਈ ਸਾਹਿਬ ਨੂੰ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਗਿਆ। ਤਾਂ ਉਹਦਾ ਇੱਕ ਦੇਖੋ ਬੇਸਿਕ ਰੀਜ਼ਨ ਹੀ ਦੀਵਾਲੀ ਬਣ ਗਿਆ ਕਿ ਸਿੰਘ ਇਕੱਠੇ ਨਹੀਂ ਹੋ ਲਖਪਤ ਸਕਦੇ। ਰਾਏ, ਦੀਵਾਨ ਲਖਪਤ ਰਾਏ ਨੇ ਮੋਢੀ ਉਹਦੇ ਵਿੱਚ ਰੋਲ ਨਿਭਾਇਆ ਹਾਂਜੀ ਸੀ। ਹਾਂਜੀ ਬਿਲਕੁਲ ਜੀ, ਫਿਰ ਉਹਨਾਂ ਨੂੰ ਭਾਈ ਸਾਹਿਬ ਜੀ ਨੂੰ ਉੱਥੇ ਜਿਹੜਾ ਸ਼ਹਾਦਤ ਜਿਹੜੀ ਉਹਨਾਂ ਨੂੰ ਉੱਥੇ ਉਹਨਾਂ ਦੀ ਹੋਈ ਹੈ ਜੀ 1734 ਦੇ ਵਿੱਚ। 36 1736 ਹਾਂਜੀ 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 ਹਾਂ, 1736 ਦਾ ਦਿਨ ਸੀਗਾ। ਹਾਂ, ਬਿਲਕੁਲ। ਦੇਖੋ ਜੀ, ਕਹਿੰਦੇ ਕਿ ਸਾਲ ਸ਼ਾਇਦ ਉੱਪਰ ਥੱਲੇ ਕਈ ਵਾਰ ਹੋ ਜਾਂਦੇ ਨੇ, ਕਿਉਂਕਿ ਜਿਹੜਾ ਇਤਿਹਾਸ ਹੈ ਸਿੱਖਾਂ ਦਾ, ਉਸ ਸਮੇਂ ਉਹ ਕਹਿੰਦੇ ਨੇ ਕਿ ਜਿੱਦਾਂ ਲਿਖਾਰੀ ਆ, ਗੋਰੇ ਆ, ਜਾਂ ਇਹਨਾਂ ਨੇ ਤਾਂ ਆਪਣਾ ਇਤਿਹਾਸ ਆਪ ਲਿਖਿਆ, ਮਗਰ ਸਿੱਖ ਹਾਂਜੀ ਜਿਹੜੇ ਹਾਂਜੀ ਸੀਗੇ ਇਹਨਾਂ ਨੂੰ ਬੜਾ ਲਿਖਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਇਹਨਾਂ ਦੀ ਬਾਹਲੀ ਜ਼ਿਆਦਾ ਜਿਹੜਾ ਜੀਵਨ ਆ ਉਹ ਜੰਗਲਾਂ 'ਚ ਬੀਤਿਆ। ਉੱਥੇ ਤਾਂ ਛਕਣ ਨੂੰ ਪ੍ਰਸ਼ਾਦਾ ਵੀ ਨਹੀਂ ਹੁੰਦਾ ਸੀ ਕਈ ਵਾਰ ਇੱਕ ਡੰਗ ਦਾ, ਤਾਂ ਉਹ ਲਿਖਦੇ ਬਿਲਕੁਲ ਕਿੱਦਾਂ? ਜੀ, ਇਸ ਹਾਂਜੀ ਅੱਜ ਬੜੇ ਆਰਾਮ ਨਾਲ ਕਹਿ ਦਿੰਦੇ ਨੇ ਕਿ ਬਈ ਅਸੀਂ ਤਾਂ ਏਸੀ ਕਮਰਿਆਂ 'ਚ ਬਹਿ ਕੇ ਕਹਿ ਦਿੰਦੇ ਹਾਂ ਜੀ ਇੱਥੋਂ ਕਿ ਬਈ ਸਿੱਖਾਂ ਨੇ ਤੇ ਆਪਣਾ ਇਤਿਹਾਸ ਨਹੀਂ ਲਿਖਿਆ। ਤੇ ਇਹ ਨਹੀਂ ਦੇਖਦੇ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਆ, ਔਰ ਉਸ ਵੇਲੇ ਲਿਖਣ ਵਾਸਤੇ ਜਿਹੜੇ ਸੀ ਉਹ ਮੁਸਲਮਾਨਾਂ ਦੇ ਸੂਹੀਏ ਜਾਂ ਮੁਗਲਾਂ ਦੇ ਸੂਹੀਏ ਲੱਗੇ ਹੁੰਦੇ ਸੀ, ਜਿਹੜੇ ਕਿ ਉਹਨਾਂ 'ਚ ਆ ਕੇ ਲਿਖਦੇ ਸੀਗੇ ਇਤਿਹਾਸ ਉਹਨਾਂ ਦਾ।
ਉਹ ਫਿਰ ਆਪਣੇ ਬਿਲਕੁਲ। ਹਿਸਾਬ ਨਾਲ ਉਹਨਾਂ ਨੇ ਸਿੱਖਾਂ ਨੂੰ ਸੱਗ ਵੀ ਲਿਖਿਆ, ਜਿਹਨੂੰ ਕੁੱਤਾ ਕਿਹਾ ਜਾਂਦਾ, ਉਹਨਾਂ ਨੇ ਉਹ ਵੀ ਲਿਖਿਆ ਦੇਖੋ। ਪਰ ਉਹ ਵੀ ਹੂੰ, ਬਹਾਦਰੀ ਦੀ ਜਿਹੜੀ ਪ੍ਰਸ਼ੰਸਾ ਕਰਨੋਂ ਨਹੀਂ ਥੱਕਦੇ ਹੈਗੇ, ਬਈ ਇਹਨਾਂ 'ਚ ਬਿਲਕੁਲ। ਇਹ ਬਹਾਦਰ ਬਹੁਤ ਸੀਗੇ। ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜੇ ਦੁਸ਼ਮਣ ਨੇ ਇਤਿਹਾਸ ਦੇ ਵਿੱਚ ਸਿੱਖਾਂ ਨੂੰ ਬਹਾਦਰ ਲਿਖਿਆ ਆ, ਤਾਂ ਆਮ ਜਿਹੜਾ ਇਨਸਾਨ ਸੀ ਉਸ ਵੇਲੇ ਉਹ ਸਿੱਖਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੋਊਗਾ। ਐਵੇਂ ਨਹੀਂ ਕਹਿੰਦੇ ਬਿਲ ਕਿ ਜੇ ਕਿਸੇ ਦੀ ਧੀ ਭੈਣ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਸੀ ਤਾਂ ਉਹ ਸਿੱਧਾ ਸਿੱਖਾਂ ਕੋਲ ਜਾ ਕੇ ਫਰਿਆਦ ਕਰਦੇ ਸੀ, ਤਾਂ ਸਿੱਖ ਉਹਨੂੰ ਜਿਹੜੀ ਆਪਣੀ ਧੀ ਭੈਣ ਵਾਂਗੂ ਬਚਾ ਕੇ ਉਹਦੇ ਘਰੋਂ ਘਰੀ ਉਹਨੂੰ ਪਹੁੰਚਾਉਂਦੇ ਸੀਗੇ। ਇਹ ਬਿਲਕੁਲ। ਵੀ ਉਸੇ ਸਮੇਂ ਤੇ ਦੌਰਾਨ ਅੱਜ ਦੀਆਂ ਘਟਨਾਵਾਂ ਨੇ ਜੀ। ਬਿਲਕੁਲ, ਅਸੀਂ ਵੀ ਇਹ ਗੱਲ ਨੂੰ ਵੀ ਬੜਾ ਅੱਜ-ਕੱਲ੍ਹ ਕੈਜੂਅਲ ਜਿਹਾ ਲੈਣ ਲੱਗ ਪਏ ਹਾਂ, ਬਟ ਇਹਦੇ ਮਾਇਨੇ ਬਹੁਤ ਵੱਡੇ ਨੇ, ਜੇ ਆਪਾਂ ਸਮਝੀਏ ਤਾਂ। ਬਿਲਕੁਲ ਜੀ, ਜਦੋਂ ਆਪਾਂ ਭਾਈ ਮਨੀ ਸਿੰਘ ਹੁਣਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਤਾਂ ਦੀਵਾਲੀ ਦਾ ਦਿਨ ਇੱਕ ਬਣਿਆ ਸੀਗਾ, ਤੇ ਇਸ ਦਿਨ ਸਾਨੂੰ ਹੋਰ ਚੀਜ਼ਾਂ ਦੇ ਨਾਲ-ਨਾਲ ਉਹਨਾਂ ਦੀ ਸ਼ਹਾਦਤ ਨੂੰ ਵੀ ਯਾਦ ਕਰਨਾ ਚਾਹੀਦਾ, ਕਿ ਇੱਕ ਜਿਹੜਾ ਦਿਨ ਹੈਗਾ, ਇਹ ਇੱਕ ਇਕੱਠਾ ਕਰਨਾ ਸਿੰਘਾਂ ਨੂੰ, ਇੱਕ ਬਿੱਧ ਬਣੀ ਸੀਗੀ। ਤੇ ਨਾਲ ਭਾਜੀ ਆਪਾਂ ਅੱਗੇ ਵੱਧਦੇ ਹਾਂ ਜੀ, 1746 ਦੀ ਗੱਲ ਕਰਦੇ ਹਾਂ। ਜਦੋਂ ਜੱਸਾ ਸਿੰਘ ਆਹਲੂਵਾਲੀਆ ਹੋਣਾ ਨੂੰ ਇੱਕ ਖਾਸ ਜ਼ਿੰਮੇਵਾਰੀ ਜਿਹੜੀ ਸੌਂਪੀ ਗਈ ਸੀਗੀ, ਇਸੇ ਸਰਬੱਤ ਖਾਲਸਾ ਜਿਹੜਾ ਦੀਵਾਲੀ ਵਾਲੇ ਦਿਨ 1746 ਵਿੱਚ ਹੁੰਦਾ ਹੈ। ਜੀ, ਬਿਲਕੁਲ ਭਾਈ ਸਾਹਿਬ ਜੀ। 1746 ਤੱਕ ਜਿਹੜੇ ਸਿੰਘਾਂ ਦੀ ਗਿਣਤੀ ਸੀ ਕਾਫ਼ੀ ਵੱਧ ਚੁੱਕੀ ਸੀ। ਜਿਹੜੇ ਸਿੰਘ ਸੀਗੇ ਇਹ ਖਾਲਸਾ ਫ਼ੌਜ ਸੀ, ਤੇ ਖਾਲਸਾ ਫ਼ੌਜ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਸੀ, ਤੇ ਜਿਹੜਾ ਇਹਨਾਂ ਦਾ ਆਮ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਸੀਗਾ, ਆਮ ਲੋਕਾਂ ਦਾ ਵਿਸ਼ਵਾਸ ਜਿੱਤਿਆ ਸੀਗਾ ਸਿੱਖਾਂ ਨੇ, ਤੇ ਆਮ ਹੂੰ, ਲੋਕਾਂ ਨੂੰ ਵੀ ਜਿਹੜੀ ਮੁਗਲਾਂ ਦੀ ਗੁਲਾਮੀ ਮਹਿਸੂਸ ਹੋ ਰਹੀ ਸੀ, ਔਰ ਉਹ ਸਿੱਖਾਂ ਦਾ ਸਾਥ ਦੇਣ ਲੱਗ ਪਏ ਸੀ। ਤਾਂ ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਸੀਗਾ ਪ੍ਰਾਣੀ ਜਿਹੜਾ ਸਿੱਖਾਂ ਦੇ ਜਥੇ ਨਾਲ ਰਲ ਜਾਂਦਾ ਸੀਗਾ, ਜਿਵੇਂ ਉਹਨਾਂ ਨੂੰ ਬਾਗੀ ਕਹਿ ਦਿੱਤਾ ਜਾਂਦਾ ਵੀ ਉਹ ਬਾਗੀ ਹੋ ਗਏ ਆ। ਤਾਂ ਭਾਈ ਹੂੰ, ਜਿਹੜੇ ਜੱਸਾ ਸਿੰਘ ਆਹਲੂਵਾਲੀਆ ਸੀਗੇ, ਇਹ ਬੜੇ ਉਸ ਵੇਲੇ 1746 ਦੇ ਵਿੱਚ ਕਾਫ਼ੀ ਜਵਾਨ ਉਮਰ ਦੇ ਸੀਗੇ, ਤੇ ਇਹਨਾਂ ਦੀ ਪਰ ਜਿਹੜੀ ਦੂਰ ਅੰਦੇਸ਼ੀ ਬਹੁਤ ਤਗੜੀ ਸੀ, ਔਰ ਇਹ ਬਹੁਤ ਬਿਲ ਇਹਨਾਂ ਦੀ ਜਿਹੜੀ ਬਹਾਦਰੀ ਦੀਆਂ ਦਾਸਤਾਨਾਂ ਨੇ, ਉਹ ਤਾਂ ਪੜ੍ਹਿਆਂ ਹੀ ਪਤਾ ਲੱਗਦੀਆਂ ਜੀ, ਕਿ ਇਹ ਇਹਨਾਂ ਦੀ ਬਿਲ ਬਹਾਦਰੀ ਦੀ ਦਾਸਤਾਨ, ਔਰ ਇਹ ਇੱਕ ਬੜੇ ਚੰਗੇ ਲੀਡਰ ਸੀਗੇ। ਤਾਂ ਉਸ ਵੇਲੇ ਇਹਨਾਂ ਨੂੰ ਇੱਕ ਜਥੇ ਦੀ ਕਮਾਂਡ ਜਿਹੜੀ ਦਿੱਤੀ ਗਈ ਸੀਗੀ, ਤਾਂ ਉਹਨਾਂ ਨੇ ਜਿਹੜੇ ਸੀਗੇ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸਾ ਜਿਹੜਾ ਕਿਹਾ ਜਾਂਦਾ ਸੀਗਾ, ਤਾਂ ਉਹਨਾਂ ਨੂੰ ਦਲ ਖਾਲਸਾ ਦੇ ਇੱਕ ਜਥੇ ਦੀ ਕਮਾਂਡ ਜਿਹੜੀ ਦੇ ਦਿੱਤੀ ਗਈ ਸੀ ਨਵਾਬ ਕਪੂਰ ਸਿੰਘ ਜੀ ਹੁਣਾਂ ਵੱਲੋਂ। ਬਿਲਕੁਲ, ਮੈਂ ਜੱਸਾ ਸਿੰਘ ਆਹਲੂਵਾਲੀਆ ਹੁਣਾਂ ਬਾਰੇ ਪੜ੍ਹ ਰਿਹਾ ਸੀਗਾ, ਤਾਂ ਦੇਖੋ ਲੀਡਰ ਕਿਉਂ ਨਹੀਂ ਹੋਗੇ, ਜਿਨ੍ਹਾਂ ਨੂੰ ਮਾਤਾ ਸੁੰਦਰੀ ਜੀ ਹੁਣਾਂ ਨੇ ਆਪਣੇ ਹੱਥੀਂ ਤਿਆਰ ਕੀਤਾ ਹੋਵੇ, ਜਿਹੜੇ ਸਿੰਘ ਨੂੰ, ਜਿਨ੍ਹਾਂ ਦਾ ਹੀ ਪਰਵਰਿਸ਼ ਜਾਂ ਐਜੂਕੇਸ਼ਨ ਉਹਨਾਂ ਦੇ ਹੱਥੋਂ ਹੋਈ ਹੋਵੇ ਦਿੱਲੀ ਦੇ ਵਿੱਚ, ਤਾਂ ਜੀ, ਉਹਦੇ ਵਿੱਚ ਤੁਸੀਂ ਗੁਣ ਸੋਚ ਸਕਦੇ ਹੋ ਕਿੱਦਾਂ ਦੇ ਹੋਊਗੇ। ਔਰ ਮੈਂ ਜਦੋਂ ਪੜ੍ਹ ਰਿਹਾ ਸੀਗਾ, ਤੇ ਇੱਕ ਗੱਲ ਬੜੀ ਆਈ, ਹਾਸੇ ਵਾਲੀ ਵੀ ਸੀਗੀ, ਕਿ ਜਦੋਂ ਇਹ ਛੋਟੇ ਹੁੰਦੇ ਦਿੱਲੀ ਤੋਂ ਕਹਿੰਦੇ ਪੜ੍ਹ ਕੇ ਪੰਜਾਬ ਆਉਂਦੇ ਆ, ਕਿਉਂਕਿ ਦਿੱਲੀ ਰਹੇ ਸੀਗੇ, ਤੇ ਇਹਨਾਂ ਦੀ ਪੰਜਾਬੀ ਦੀ ਜਿਹੜੀ ਕਹਿੰਦੇ ਜ਼ੁਬਾਨ ਸੀਗੀ, ਉਹ ਥੋੜੇ ਜਿਹੇ ਹਿੰਦੀ ਦੇ ਸ਼ਬਦ ਵਾਲੇ ਯੂਜ਼ ਕਰਦੇ ਸੀਗੇ। ਅੱਜ ਅਸੀਂ ਬੜੇ ਆਰਾਮ ਜੀ, ਨਾਲ, ਮੈਂ ਦੇਖਦਾ ਹੁੰਦਾ ਕਿ ਅੱਜ ਅਸੀਂ ਟੋਕ ਦਿੰਦੇ ਆ। ਤਾਂ ਸਿੰਘ ਹਾਂਜੀ। ਇਹਨਾਂ ਨੂੰ ਟਿੱਚਰਾਂ ਬੜੀ ਕਰਦੇ ਹੁੰਦੇ ਸੀਗੇ। ਤਾਂ ਕਈ ਵਾਰ ਹਮਕੀ ਕਹਿੰਦੇ ਇਹਨਾਂ ਤੁਮਕੀ ਨੇ ਉਹਦਾ ਮਜ਼ਾਕ ਕਰਦੇ ਸੀ ਜੀ। ਹਮਕੋ ਤੁਮਕੋ ਇਹਨਾਂ ਨੂੰ ਕਹਿੰਦੇ ਹੁੰਦੇ ਸੀਗੇ। ਤਾਂ ਹਾਂਜੀ, ਕਹਿੰਦੇ ਹਾਂਜੀ, ਫਿਰ ਹਾਂਜੀ। ਇਹਨਾਂ ਨੇ ਜਾ ਕੇ ਨਵਾਬ ਕਪੂਰ ਸਿੰਘ ਹੋਣਾ ਕੋਲ ਜਾ ਕੇ ਸ਼ਿਕਾਇਤ ਕਰਨੀ। ਹਨਾ, ਕਿ ਉਹ ਵੀ ਦੱਸੋ ਤੁਸੀਂ ਥੋੜਾ ਜਿਹਾ, ਜੇ ਤੁਹਾਨੂੰ ਉਹਦੇ ਬਾਰੇ ਥੋੜਾ ਜਿਹਾ ਹੈਗਾ ਕਿ ਹਾਂਜੀ ਭਾਈ ਸਾਹਿਬ ਜੀ, ਕਿਉਂਕਿ ਬੜੀ ਜ਼ਰੂਰੀ ਹੈ, ਕਿ ਛੋਟੀ-ਛੋਟੀ ਗੱਲਾਂ ਦੇਖੋ ਸਿੰਘਾਂ ਦੇ ਜੀਵਨ ਦੀਆਂ ਹੁੰਦੀਆਂ ਨੇ, ਹਨਾ, ਕਿ ਬਈ ਕਿੱਥੋਂ ਸਿੰਘ ਨਿਕਲ ਕੇ ਆਉਂਦੇ ਆ, ਤੇ ਅਸੀਂ ਅੱਜ ਵੀ ਕਰਦੇ ਏਦਾਂ ਦੀ ਟੀਚਰਾਂ, ਏਦਾਂ ਦੀ ਗੱਲ ਕਿ ਨਹੀਂ ਕਰਦੇ। ਜੀ, ਬਿਲਕੁਲ। ਜਿਵੇਂ ਅੱਜ ਜੇ ਆਪਾਂ ਅੱਜ ਦੇ ਉਹਦੇ ਨਾਲ ਇਹਨੂੰ ਕੰਪੇਅਰ ਕਰਨਾ ਹੋਵੇ, ਤਾਂ ਜਿਵੇਂ ਅੱਜ ਕਈ ਵਾਰੀ ਅਸੀਂ ਕੋਈ ਕੀਰਤਨ ਸਮਾਗਮ ਹੁੰਦੇ ਨੇ, ਜਾਂ ਫਿਰ ਜਿਹੜੇ ਕੁਝ ਸਾਲ ਪਹਿਲਾਂ ਕਾਫ਼ੀ ਕੀਰਤਨ ਸਮਾਗਮ ਏਦਾਂ ਹੁੰਦੇ ਸੀਗੇ ਕਿ ਇੱਕ-ਇੱਕ ਹਫ਼ਤਾ ਚੱਲਦੇ ਹੁੰਦੇ ਸੀ। ਉਹਦੇ ਵਿੱਚ ਹੂੰ, ਜਿਹੜਾ ਸੀਗਾ ਕੱਲਾ ਕੀਰਤਨ ਸਮਾਗਮ ਨਹੀਂ ਸੀ ਹੁੰਦਾ, ਉਹਦੇ ਵਿੱਚ ਅੰਮ੍ਰਿਤ ਵੇਲਾ ਕੀਰਤਨ ਸਮਾਗਮ, ਗੱਤਕਾ ਜਿਹੜਾ ਹੁੰਦਾ ਸੀ, ਉਹਦੇ ਵਿੱਚ ਜਿਹੜੀਆਂ ਸਿੱਖ ਖੇਡਾਂ ਕਰਾਈਆਂ ਜਾਂਦੀਆਂ ਸੀ। ਅਸੀਂ ਕਈ ਸਮਾਗਮ ਅਟੈਂਡ ਕੀਤੇ ਇਸ ਤਰ੍ਹਾਂ ਦੇ, ਜਿਹਦੇ ਵਿੱਚ ਹੂੰ, ਜਦੋਂ ਦੁਪਹਿਰ ਦੇ ਕੀਰਤਨ ਸਮਾਗਮ ਦਾ ਭੋਗ ਪੈਣਾ, ਉਸ ਤੋਂ ਬਾਅਦ ਸਿੱਖ ਖੇਡਾਂ ਸ਼ੁਰੂ ਹੋ ਜਾਣੀਆਂ ਜੀ। ਤਾਂ ਉਹਦੇ ਵਿੱਚ ਹੂੰ, ਸੇਵਾਵਾਂ ਬਹੁਤ ਹੁੰਦੀਆਂ ਸੀ, ਬਰਤਨਾਂ ਦੀਆਂ ਜਾਂ ਲੰਗਰ ਦੀਆਂ, ਜਾਂ ਸੰਗਤ ਦੀ ਸੇਵਾ ਕਰਨੀ, ਮੁੱਠੀ ਚਾਪੀ ਕਰਨੀ, ਉਹਨਾਂ ਨੂੰ ਪੱਖਾ ਝੱਲਣਾ। ਇਸੇ ਤਰ੍ਹਾਂ ਹੀ ਉਦੋਂ ਵੀ ਜਦੋਂ ਸਰਬੱਤ ਖਾਲਸਾ ਇਕੱਠਾ ਹੋਣਾ, ਜਾਂ ਜਿਹੜੇ ਦਲ ਖਾਲਸਾ ਜਿਹੜੇ ਜਥਿਆਂ ਦੇ ਵਿੱਚ ਰਹਿੰਦੇ ਹੁੰਦੇ ਸੀ ਸਿੰਘ ਜੰਗਲਾਂ ਦੇ ਵਿੱਚ, ਤਾਂ ਉੱਥੇ ਵੀ ਕਾਫ਼ੀ ਸਾਰੇ ਪਰਿਵਾਰ ਤੇ ਕਾਫ਼ੀ ਸਾਰੇ ਸਿੰਘਾਂ ਨੇ ਇਕੱਠੇ ਰਿਹਾ ਕਰਨਾ, ਤਾਂ ਉਹਨਾਂ ਦਾ ਲੰਗਰ ਪਾਣੀ ਹੂੰ, ਇੱਕ ਜਗ੍ਹਾ ਤਿਆਰ ਹੋਇਆ ਕਰਨਾ ਜੀ। ਤੇ ਉਦੋਂ ਹੂੰ, ਜਿਹੜੇ ਭਾਈ ਜੱਸਾ ਸਿੰਘ ਆਹਲੂਵਾਲੀਆ ਛੋਟੇ ਸੀਗੇ, ਤੇ ਉਹ ਲੰਗਰ ਵਿੱਚ ਸੇਵਾ ਕਰਕੇ ਬਹੁਤ ਖੁਸ਼ ਹੁੰਦੇ ਸੀ। ਤਾਂ ਲੰਗਰ ਵਿੱਚ ਬਿਲਕੁਲ। ਸਿੰਘਾਂ ਨੇ ਉਹਨਾਂ ਨੂੰ ਮਜ਼ਾਕ ਨਾਲ ਕਿਹਾ ਕਰਨਾ, ਉਹਨਾਂ ਦੀ ਬੋਲੀ ਤੋਂ ਉਹਨਾਂ ਨੂੰ ਜਿਹੜਾ ਸੀਗਾ ਵਿਅੰਗ ਕਰਿਆ ਕਰਨਾ, ਹਮਕੀ ਤੁਮਕੀ। ਤੇ ਇਸ ਤਰ੍ਹਾਂ ਉਹਨੂੰ ਭਾਈ ਸਾਹਿਬ ਨੂੰ ਫਿਰ ਜਿਹੜੇ ਜੱਸਾ ਸਿੰਘ ਆਹਲੂਵਾਲੀਆ ਸੀ, ਆਪਣੀ ਸ਼ਿਕਾਇਤ ਲੈ ਕੇ ਗਏ ਸੀਗੇ ਨਵਾਬ ਕਪੂਰ ਸਿੰਘ ਹੋਣਾ ਕੋਲੋਂ। ਉਹਨਾਂ ਨੇ ਬੜਾ ਪਿਆਰ ਦਿੱਤਾ ਸੀਗਾ, ਤੇ ਸਿੰਘਾਂ ਨੂੰ ਕਿਹਾ ਸੀਗਾ ਵੀ ਇਹਨੂੰ ਤੁਸੀਂ ਇਸ ਤਰ੍ਹਾਂ ਸਤਾਇਆ ਨਾ ਕਰੋ, ਇਹ ਕੱਲ ਨੂੰ ਤੁਹਾਡਾ ਲੀਡਰ ਬਣੂਗਾ ਬੜਾ ਤਗੜਾ, ਇਹ ਬਹੁਤ ਚੰਗੇ ਗੁਣ ਨੇ ਇਹਦੇ ਵਿੱਚ। ਜਿਹੜਾ ਬਿਲਕੁਲ। ਚੰਗਾ ਲੀਡਰ ਹੈ ਨਾ ਜੀ, ਉਹ ਏਦਾਂ ਨਹੀਂ ਕਹਿੰਦਾ ਕਿ ਤੁਸੀਂ ਆਹ ਕਰੋ, ਉਹ ਪਹਿਲਾਂ ਆਪ ਹੂੰ, ਕਰਦਾ ਹੈ। ਤਾਂ ਉਹਨੂੰ ਦੇਖਾ-ਦੇਖੀ ਜਿਹੜੇ ਬਾਕੀ ਉਹਦੇ ਪਿੱਛੇ ਲੱਗਦੇ ਨੇ ਜੀ। ਇਹ ਉਹਨਾਂ 'ਚ ਗੁਣ ਬਿਲਕੁਲ। ਸ਼ੁਰੂ ਤੋਂ ਹੀ ਸੀਗਾ। ਉਹਨਾਂ ਨੇ ਇਹ ਨਹੀਂ ਕਿਹਾ ਚਲੋ ਬਈ ਸੇਵਾ ਕਰੋ, ਭਾਂਡੇ ਚੁੱਕੋ ਤੇ ਉੱਤੇ ਰੱਖੋ। ਉਹਨਾਂ ਨੇ ਆਪ ਪਹਿਲਾਂ ਸੇਵਾਵਾਂ ਕੀਤੀਆਂ, ਤੇ ਸਿੰਘਾਂ ਨੇ ਉਹਨਾਂ ਨੂੰ ਦੇਖ ਕੇ ਉਹਨਾਂ ਤੋਂ ਜਿਹੜੇ ਇੰਸਪਾਇਰ ਹੋਏ, ਪ੍ਰੇਰਿਤ ਹੋਏ, ਤੇ ਉਹਨਾਂ ਨੇ ਫਿਰ ਇਸ ਪਾਸੇ ਨੂੰ ਜਿਹੜੇ ਲੱਗੇ ਸਿੰਘ। ਬਿਲਕੁਲ, ਸੰਗਤ ਜੀ,
ਤਕਰੀਬਨ ਉਸ ਸਾਲ ਹਰ ਸਾਲ ਵੀ ਸਰਬੱਤ ਖਾਲਸਾ ਹੁੰਦਾ ਸੀਗਾ ਵਿਸਾਖੀ ਤੇ ਦੀਵਾਲੀ ਤੇ, ਤਾਂ ਕਈ ਗੈਪ ਵੀ ਪਏ ਨੇ। ਅਸੀਂ ਸਾਰੀਆਂ ਘਟਨਾਵਾਂ ਜਾਂ ਹਰ ਸਰਬੱਤ ਖਾਲਸੇ ਦਾ ਜ਼ਿਕਰ ਨਹੀਂ ਕਰਾਂਗੇ, ਬਟ ਮੁੱਖ ਅਸੀਂ ਕੁਛ ਘਟਨਾਵਾਂ ਜਿਹੜੀਆਂ ਚੁਣੀਆਂ ਨੇ, ਕੁਛ ਇਤਿਹਾਸ ਦੀ ਸਿਰਫ਼ ਆਪ ਨੂੰ ਇੱਕ ਸਨੈਪਸ਼ਾਟ ਦੇਣ ਦੇ ਲਈ ਕਿ ਇਹ ਦਿਨ ਕਈ ਕੁਛ ਹੋਇਆ, ਤਾਂ ਸਾਡੇ ਲਈ ਇਹ ਬਹੁਤ ਸਾਰਾ ਇਤਿਹਾਸ ਹੈ ਜਿਹਨੂੰ ਅੱਜ ਅੱਗੇ ਆਉਣ ਵਾਲੀ ਸਾਡੀ ਜਨਰੇਸ਼ਨ ਨੂੰ ਪਾਸ ਕਰਨਾ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਤਾਂ ਕਿ ਆਪ ਜੀ ਦੇ ਵਿੱਚ ਇੱਕ ਚਾਹ ਪੈਦਾ ਹੋਵੇ, ਇੱਕ ਇੰਟਰਸਟ ਪੈਦਾ ਹੋਵੇ ਕਿ ਤੁਸੀਂ ਇਹਨੂੰ ਹੋਰ ਪੜ੍ਹ ਕੇ ਇਹਦੇ ਵਿੱਚ ਹੋਰ ਡੂੰਘੇ ਜਾ ਸਕੋ। ਤੇ ਅੱਗੇ ਅਸੀਂ ਗੱਲ ਕਰਾਂਗੇ ਭਾਜੀ, ਬੜਾ ਇੰਪੋਰਟੈਂਟ ਸੀਗਾ ਇਹ 1748 ਵਾਲਾ ਸਰਬੱਤ ਖਾਲਸਾ, ਜੀ, ਬਿਲਕੁਲ ਜੀ, ਕਿ ਹਾਂਜੀ। ਜਦੋਂ ਦੀਵਾਲੀ ਵਾਲਾ ਸਰਬੱਤ ਖਾਲਸਾ, ਜਦੋਂ ਨਵਾਬ ਕਪੂਰ ਸਿੰਘ ਜੀ ਹੁਣਾਂ ਨੇ ਦਲ ਖਾਲਸਾ ਦੇ ਕਈ ਭਾਗ, ਮੈਂ ਕਹਾਂ ਕਿ ਕਈ ਗਰੁੱਪ ਸੀਗੇ, ਉਹਨਾਂ ਨੂੰ ਕਰੀਬਨ ਕਿਹਾ ਜਾਂਦਾ 30 ਗਰੁੱਪਸ ਦੇ ਵਿੱਚ ਡਿਵਾਈਡ ਕੀਤਾ। ਤਾਂ ਉਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਦੱਸੋ ਕਿ ਕਹਿੰਦੇ ਬਾਅਦ 'ਚ ਇਹਨਾਂ ਨੇ ਮਿਸਲਾਂ ਦੀ ਵੀ ਫਾਰਮ ਜਾਂ ਮਿਸਲਾਂ ਦੀ ਵੀ ਜਿਹੜੀ ਇੱਕ ਤਰੀਕੇ ਨਾਲ ਬੇਸ ਇਹ ਬਣਿਆ, ਮਿਸਲਾਂ ਵੀ ਇਹਨਾਂ 'ਚੋਂ ਨਿਕਲੀਆਂ। ਤਾਂ ਜੀ, ਪਹਿਲਾਂ ਇਹ ਬਿਲਕੁਲ। ਦੱਸੀ ਕਿ ਲੋੜ ਕੀ ਪਈ ਕਿ ਜਿਹੜੇ ਦਲ ਖਾਲਸਾ ਸੀਗਾ ਐਡੀ ਵੱਡੀ ਜਥੇਬੰਦੀ, ਉਹਨੂੰ 30 ਪਾਰਟਸ ਦੇ ਵਿੱਚ ਡਿਵਾਈਡ ਕਰਨ ਲਈ? ਜੀ ਭਾਈ ਸਾਹਿਬ, ਜਦੋਂ ਦਲ ਖਾਲਸਾ ਦੀ ਜਿਹੜੀ ਸੀਗੀ ਗਿਣਤੀ ਵਧਣ ਕਰਕੇ ਉਹਨਾਂ ਨੂੰ, ਜਿਸ ਤਰ੍ਹਾਂ ਆਪਾਂ ਵੀ ਇੱਥੇ ਕਰਦੇ ਹਾਂ ਜੀ, ਕਿ ਜੇ ਇੱਕ ਜਗ੍ਹਾ ਤੇ ਕੋਈ ਆਰਗੇਨਾਈਜੇਸ਼ਨ ਜਦੋਂ ਗਿਣਤੀ ਵੱਧ ਜਾਂਦੀ ਆ, ਆਪਾਂ ਉਹਨੂੰ ਡਿਪਾਰਟਮੈਂਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਆ। ਉਹ ਹੂੰ, ਡਿਪਾਰਟਮੈਂਟਸ ਦੇ ਹੈਡ ਆਪਾਂ ਲਾ ਦਿੰਦੇ ਆ। ਤਾਂ ਉਦੋਂ ਵੀ ਹੂੰ, ਇਸ ਤਰ੍ਹਾਂ ਸੀਗਾ ਜੀ, ਇਲਾਕਿਆਂ ਦੇ ਹਿਸਾਬ ਨਾਲ ਵੀ ਜਿਹੜੇ ਦਲ ਖਾਲਸਾ ਦੇ ਜਥੇ ਬਣੇ ਸੀਗੇ, ਤਾਂ ਹਰੇਕ ਇਲਾਕੇ ਦੇ ਹਿਸਾਬ ਨਾਲ ਉਹਨਾਂ ਨੇ ਉਸ ਇਲਾਕੇ ਦੇ ਜਾਣੂ ਸਿੰਘ ਨੂੰ ਜਾਂ ਮੋਢੀ ਸਿੰਘ ਨੂੰ, ਜਾਂ ਜਿਹੜਾ ਬਹਾਦਰੀ ਦਿਖਾਈ ਜਾਂਦੀ ਸੀ, ਜਿਹਨੇ ਪਿਛਲੇ ਯੁੱਧ ਦੇ ਵਿੱਚ ਬਹਾਦਰੀ ਦਿਖਾਈ ਆ, ਤਾਂ ਉਹਨੂੰ ਇਨਾਮ ਵਜੋਂ ਜਿਹੜਾ ਉਸ ਦਲ ਦਾ ਜਿਹੜਾ ਬਿਲਕੁਲ, ਜਥੇਦਾਰ ਨਿਯਤ ਕਰ ਦਿੱਤਾ ਜਾਂਦਾ ਸੀਗਾ, ਕਿਉਂਕਿ ਸੰਗਤ ਵੀ ਫਿਰ ਉਹਦੀ ਬਹੁਤ ਰਿਸਪੈਕਟ ਕਰਦੀ ਸੀਗੀ। ਤਾਂ ਇਸੇ ਤਰ੍ਹਾਂ ਹੀ ਇਸ ਸਿਲਸਿਲੇ ਦੇ ਵਿੱਚ ਨਵਾਬ ਕਪੂਰ ਸਿੰਘ ਜੀ ਜਿਹੜੇ ਉਸ ਵੇਲੇ ਦਲ ਖਾਲਸਾ ਦੇ ਜਥੇਦਾਰ ਸਨ, ਤਾਂ ਨਵਾਬ ਕਪੂਰ ਸਿੰਘ ਜੀ ਬਾਰੇ ਮੈਂ ਦੱਸਣਾ ਚਾਹੁੰਦਾ ਜੀ, ਇਹ ਬਹੁਤ ਦੂਰ ਅੰਦੇਸ਼ ਔਰ ਬਹੁਤ ਬਹਾਦਰ ਔਰ ਬਹੁਤ ਹੀ ਨਿਮਰਤਾ ਵਾਲੇ ਜਿਹੜੇ ਸਿੱਖ ਸਨ। ਇਹਨਾਂ ਦੇ ਬਾਰੇ ਵੀ ਸ਼ਾਇਦ ਸੰਗਤ ਨੂੰ ਪਤਾ ਹੋਵੇਗਾ ਜੀ, ਕਿ ਜਦੋਂ ਇਹ ਛੋਟੇ ਹੁੰਦੇ ਸਨ ਤੇ ਜਦੋਂ ਇਹ ਸੰਗਤ ਦੇ ਵਿੱਚ ਘੋੜਿਆਂ ਦੀ ਲਿੱਦ ਸਾਫ਼ ਕਰਿਆ ਕਰਦੇ ਸੀ, ਤਾਂ ਜਿਹੜੇ ਸਿੰਘਾਂ ਹੂੰ, ਦੇ ਘੋੜੇ ਹੁੰਦੇ ਸੀ ਉਹਨਾਂ ਦੀ ਲਿੱਦ ਸਾਫ਼ ਕਰਦੇ ਸਨ। ਤਾਂ ਇੱਕ ਵਾਰੀ ਮੁਗਲਾਂ ਨੇ ਜਿਹੜਾ ਸੀ ਸਿੰਘਾਂ ਨਾਲ ਸੰਧੀ ਕਰਨ ਵਾਸਤੇ, ਕਿਉਂਕਿ ਮੁਗਲਾਂ ਦੀ ਅੱਖ ਵਿੱਚ ਸਿੰਘ ਰੜਕਣ ਲੱਗ ਪਏ ਸੀ ਜਦੋਂ ਉਹ ਜਿਹੜਾ ਯੁੱਧ ਦੇ ਵਿੱਚ ਸਿੰਘਾਂ ਦੇ ਆਹਮਣੇ-ਸਾਹਮਣੇ ਜਾਂਦੇ ਸੀ, ਤਾਂ ਆਪਣਾ ਬੜਾ ਹੂੰ, ਨੁਕਸਾਨ ਕਰਾ ਕੇ ਮੁੜਦੇ ਸੀ ਮੁਗਲ। ਹਾਲਾਂਕਿ ਮੁਗਲਾਂ ਦਾ ਹੂੰ, ਨੰਬਰ ਬਹੁਤ ਤਗੜਾ ਸੀ, ਉਹ ਸਮੇਂ ਦੀ ਸਰਕਾਰ ਸੀ, ਪਰ ਉਹਨਾਂ ਦੀ ਅੱਖ ਬਿਲਕੁਲ, ਵਿੱਚ ਸਿੱਖ ਬੜੇ ਰੜਕਦੇ ਸਨ। ਤਾਂ ਉਹਨਾਂ ਨੇ ਸੰਧੀ ਕਰਨ ਵਾਸਤੇ ਦਲ ਖਾਲਸਾ ਨੂੰ ਇੱਕ ਪ੍ਰਸਤਾਵ ਭੇਜਿਆ ਸੀਗਾ ਵੀ ਤੁਸੀਂ ਜਿਹੜਾ ਇੱਕ ਨਵਾਬੀ ਲੈ ਲਓ ਸਾਡੇ ਕੋਲੋਂ, ਤੇ ਹੂੰ, ਤੁਸੀਂ, ਤੁਹਾਡੇ ਚੋਂ ਇੱਕ ਜਣੇ ਨੂੰ ਅਸੀਂ ਨਵਾਬ ਬਣਾ ਦਿੰਦੇ ਆ। ਜਿਹੜੀ ਇਹ ਨਵਾਬੀ ਹੈ, ਇਹ ਲੈ ਕੇ ਉਹਨਾਂ ਨੇ, ਮੁਗਲਾਂ ਨੇ ਇਹ ਸੋਚਿਆ ਸੀ ਵੀ ਅਸੀਂ ਇਹਨਾਂ ਨੂੰ ਆਪਣੇ ਕੀ ਕਹਿੰਦੇ, ਜੁੱਤੀ ਥੱਲੇ ਕਰ ਅਧੀਨ ਲਾਂਗੇ, ਕਰ ਲਓ, ਜੁੱਤੀ ਥੱਲੇ ਅਧੀਨ ਕਰ ਕਰ ਲਾਂਗੇ। ਲਾਂਗੇ ਇੱਕ ਨਵਾਬੀ ਦੇ ਕੇ, ਵੀ ਇਹਨਾਂ ਨੂੰ ਕੁਛ ਦੇ ਦਾਂਗੇ, ਲਾਈਕ ਸ਼ੋਇੰਗ ਦੈਮ ਅ ਹੂੰ, ਕੈਰਟ, ਹੈ ਨਾ, ਵੀ ਇਹਨਾਂ ਨੂੰ ਅਸੀਂ ਆਪਣੇ ਅਧੀਨ ਕਰ ਲਾਂਗੇ। ਤਾਂ ਉਹਨਾਂ ਨੇ ਹੂੰ, ਜਿਹੜੀ ਇਹ ਨਵਾਬੀ ਦਾ ਪ੍ਰਸਤਾਵ ਭੇਜਿਆ ਸੀ, ਤਾਂ ਬਹੁਤੇ ਮੋਢੀ ਸਿੰਘਾਂ ਨੇ ਉੱਥੇ ਹੀ ਠੁਕਰਾਤਾ। ਜਦੋਂ ਇਹ ਦਰਬਾਰ ਦੇ ਵਿੱਚ ਆਇਆ, ਤਾਂ ਬਹੁਤੇ ਮੋਢੀ ਉਸ ਸਿੰਘਾਂ ਨੇ ਸਮੇਂ ਉਸੇ ਭਾਈ ਸ਼ਾਮ ਸਿੰਘ ਸੀਗੇ ਨਾ, ਸ਼ਾਮ ਸਿੰਘ ਸੀ, ਆਪਣੇ ਭਾਈ ਜੀ, ਸ਼ਾਮ ਜੀ, ਸਿੰਘ ਹਾਂਜੀ। ਜਥੇਦਾਰ ਜੀ। ਉਹਨਾਂ ਨੇ ਜੀ ਉੱਥੇ ਉਸੇ ਵੇਲੇ ਠੁਕਰਾਤਾ, ਪਰ ਕੁਝ ਸਿੰਘਾਂ ਨੇ ਉਸ ਵੇਲੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਜਥੇਦਾਰ ਜੀ, ਆਪਾਂ ਨੂੰ ਠੀਕ ਹੈ ਅਸੀਂ ਅਧੀਨ ਨਹੀਂ, ਬਟ ਇਸ ਤਰ੍ਹਾਂ ਸਿੱਧਾ ਠੁਕਰਾ ਕੇ ਭੇਜਣਾ ਵੀ ਵਾਪਸ ਨਹੀਂ, ਚੰਗਾ ਨਹੀਂ ਲੱਗਦਾ। ਆਪਾਂ ਕਿਉਂ ਨਾ ਹੂੰ, ਬਈ ਰੱਖ ਲੈਂਦੇ ਆ ਇਹਨੂੰ। ਤੇ ਇਹ ਹੂੰ, ਵੀ ਦੱਸੀਏ ਵੀ ਜਿਹੜਾ ਖਾਲਸਾ ਆ, ਉਹ ਨਵਾਬੀਆਂ ਜਿਹੜੀਆਂ ਆ ਉਹਨੂੰ ਗੁਰੂ ਸਾਹਿਬ ਆਪ ਦਿੰਦੇ ਨੇ, ਪਾਤਸ਼ਾਹੀਆਂ ਦਿੰਦੇ ਨੇ। ਅਸੀਂ ਕਿਸੇ ਛੋਟੀ ਹੂੰ, ਮੋਟੀ ਨਵਾਬੀ ਦੇ ਭੁੱਖੇ ਨਹੀਂ ਹੈਗੇ। ਤੇ ਖਾਲਸਾ ਦੇ ਹੂੰ, ਜਿਹੜਾ ਆ, ਗੁਰੂ ਮਹਾਰਾਜ ਤੋਂ ਪਾਤਸ਼ਾਹੀ ਦਾ ਦਾਵਾ ਲੈ ਕੇ ਜੰਮਿਆ। ਤਾਂ ਉਹਨਾਂ ਨੇ ਹੂੰ, ਕਿਹਾ ਵੀ ਚਲੋ, ਉਹਨਾਂ ਨੇ ਜਿਹੜੇ ਭਾਈ ਸਾਹਿਬ ਸੇਵਾ ਕਰ ਰਹੇ ਸਨ, ਕਪੂਰ ਸਿੰਘ ਜੀ, ਉਹਨਾਂ ਨੂੰ ਆਵਾਜ਼ ਮਾਰੀ ਕਿ ਤੁਸੀਂ ਨਵਾਬੀ ਲੈ ਲਓ। ਤਾਂ ਭਾਈ ਸਾਹਿਬ ਨੇ ਵੀ ਉਸੇ ਵੇਲੇ ਹੱਥ ਜੋੜ ਕੇ ਕਿਹਾ ਜੀ, ਮੈਨੂੰ ਇਹ ਦੁਨਿਆਵੀ ਨਵਾਬੀਆਂ ਦੀ ਲੋੜ ਨਹੀਂ, ਮੈਂ ਤਾਂ ਅੱਗੇ ਨਵਾਬ ਬਣਿਆ, ਮੈਂ ਜਿਹੜੀ ਸਿੰਘਾਂ ਦੇ ਘੋੜਿਆਂ ਦੀ ਸੇਵਾ ਕਰ ਰਿਹਾ, ਮੈਨੂੰ ਉਹ ਸੇਵਾ ਬਿਲਕੁਲ, ਠੀਕ ਆ। ਤਾਂ ਉਹਨਾਂ ਨੂੰ ਬੜੇ ਹੂੰ, ਪਿਆਰ ਨਾਲ ਫਿਰ ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਜਿਹੜਾ ਕਹਿਣ ਲੱਗ ਪਏ ਸਨ। ਤਾਂ ਭਾਈ ਸਾਹਿਬ ਨੇ ਹੂੰ। ਉਸ ਵੇਲੇ ਫਿਰ ਜਦੋਂ ਜਥੇਦਾਰ, ਨਵਾਬੀ ਵੀ ਭਾਈ ਸਾਹਿਬ ਜੀ, ਉਹ ਮੈਂ ਇੱਕ ਸਿਰਫ ਇੱਕ ਹੀ ਐਡ ਕਰਨੀ ਕਿ ਨਵਾਬੀ ਵੀ ਉਹਨਾਂ ਨੇ ਕਿਹਾ ਸੀ ਕਿ 5 ਸਿੰਘਾਂ ਦੇ ਚਰਨਾਂ ਨੂੰ ਛੂਹ ਕੇ ਫਿਰ ਉਹਨਾਂ ਨੇ ਕਿਹਾ ਸੀ ਨਵਾਬੀ ਲਈ ਸੀਗੀ। ਹਾਂਜੀ, ਬਿਲਕੁਲ ਜੀ, ਮੈਂ ਨਾ ਕਿ ਅੱਜ-ਕੱਲ੍ਹ ਜਿੱਦਾਂ ਸਾਡੇ ਜਥੇਦਾਰ ਜਾਂ ਅੱਜ-ਕੱਲ੍ਹ ਜਿੱਦਾਂ ਸਾਡੇ ਕਹਿੰਦੇ ਨੇ ਕਿ ਵੱਡੇ ਅਹੁਦੇ ਲੈਂਦੇ ਆ, ਕਿ ਅਸੀਂ ਮਰਦੇ ਇੱਕ ਦੂਜੇ ਦੇ ਪਿੱਛੇ, ਤਾਂ ਸਿੰਘ ਉਦੋਂ ਕਿੱਦਾਂ ਇਹ ਲੈਂਦੇ ਹੁੰਦੇ ਸੀਗੇ ਕਿ ਮੈਂ ਪੰਜਾਂ ਦੇ ਥੱਲੇ ਹੋ ਕੇ ਕੰਮ ਕਰਾਂਗਾ, ਪੰਥ ਦੇ ਥੱਲੇ ਹੋ ਬਿਲਕੁਲ। ਕੇ, ਨਵਾਬੀ ਜਿਹੜੀ ਚੋਟ ਥੱਲੇ ਤਾਂ ਪੰਥ ਉੱਪਰ। ਬਿਲਕੁਲ ਜੀ, ਇਹ ਭਾਵਨਾ ਦੇਖੋ ਕਿੰਨੀ ਪ੍ਰਬਲ ਸੀ ਉਹਨਾਂ 'ਚ। ਅੱਜ-ਕੱਲ੍ਹ ਤੇ ਜ਼ਿਆਦਾ ਭਾਵਨਾ ਦੂਸਰੀ ਬਣੀ ਆ ਕਿ ਅੰਨਾ ਹੂੰ, ਵੰਡੇ ਰੇਵੜੀਆਂ, ਮੁੜ-ਮੁੜ ਆਪਣਿਆਂ ਨੂੰ ਦੇ, ਕਿ ਤੂੰ ਮੈਨੂੰ ਦੇ ਦੇ, ਮੈਂ ਤੈਨੂੰ ਦੇ ਦਾਂ, ਤੇ ਅਸੀਂ ਆਪਣੇ ਇੱਕ-ਦੂਜੇ ਦੇ ਕਾਰਜ ਸਵਾਰ ਲਈਏ। ਪਰ ਪੰਥ ਦਾ ਜਿਹੜਾ ਉਸ ਵੇਲੇ ਦੇ ਸਿੰਘ ਸੀਗੇ, ਪੰਥ ਵਸੇ ਮੈਂ ਜੁੜਾਂ ਵਾਲੀ ਭਾਵਨਾ ਵਾਲੇ ਸਿੰਘ ਸਨ ਜੀ ਸਾਰੇ। ਤਾਂ ਉਸ ਹੂੰ, ਵੇਲੇ ਜਿਹੜਾ ਨਵਾਬ ਕਪੂਰ ਸਿੰਘ ਹੋਣਾ ਨੇ ਦੂਰਅੰਦੇਸ਼ੀ ਤੋਂ ਜਿਹੜਾ ਕੰਮ ਲੈਂਦਿਆਂ ਹੋਇਆਂ ਜੱਸਾ ਸਿੰਘ ਆਹਲੂਵਾਲੀਆ ਨੂੰ 30 ਦਲਾਂ ਦੇ ਵਿੱਚੋਂ ਇੱਕ ਦਲ ਦੀ ਕਮਾਂਡ ਸੌਂਪੀ। ਤਾਂ ਉਸ ਵੇਲੇ 30 ਦਲ ਸਨ। ਇਹ ਜਿਹੜੀ ਇੱਕ ਬੇਸ ਬਣਿਆ ਬਾਅਦ ਦੇ ਵਿੱਚ, ਜਿਹੜੀਆਂ ਆਪਣੇ ਕੋਲ ਮਿਸਲਾਂ ਬਣੀਆਂ 12 ਮਿਸਲਾਂ, ਤਾਂ
ਉਹਦਾ ਜਿਹੜਾ ਮਿਸਲਾਂ ਦਾ ਜਿਹੜਾ ਬੇਸ ਬਣਿਆ, ਇਹ 30 ਦਲਾਂ ਤੋਂ ਬਣਿਆ ਸੀਗਾ ਜੀ। ਤਾਂ ਮਿਸਲਾਂ ਦੀ ਵੀ ਜਿਹੜੀ ਅੱਗੇ ਆਪਾਂ ਗੱਲ ਕਰਾਂਗੇ, ਮਿਸਲਾਂ ਨੇ ਆਪਣਾ ਇਤਿਹਾਸ ਬਹੁਤ ਜਿਹੜਾ ਆ ਬਹੁਤ ਇਤਿਹਾਸ ਬਣਾਇਆ ਮਿਸਲਾਂ ਨੇ। ਤਾਂ ਮਿਸਲਾਂ ਜਿਹੜੀਆਂ ਇਸ ਤਰ੍ਹਾਂ ਵੀ ਨਹੀਂ ਕਿ ਜਿਵੇਂ ਅੱਜ ਵੀ ਆਪਾਂ ਵੇਖਦੇ ਹਾਂ ਜੀ ਕਿ ਜੇ 5 ਉਂਗਲਾਂ ਬਰਾਬਰ ਨਹੀਂ ਆ, ਤਾਂ ਉਸ ਵੇਲੇ ਵੀ ਮਿਸਲਾਂ ਵੀ ਆਪਸ ਦੇ ਵਿੱਚ ਕਦੇ-ਕਦੇ ਜਿਹੜੀਆਂ ਖਹਿ ਪੈਂਦੀਆਂ ਸਨ, ਲੜ ਪੈਂਦੀਆਂ ਸਨ। ਇੱਥੇ ਚਲੋ ਮੈਂ 1748 ਵਾਲੇ 'ਚ ਇੱਕ ਹੋਰ ਜ਼ਿਕਰ ਕਰਨਾ ਚਾਹੁੰਦਾ ਜੀ ਘਟਨਾ ਦਾ। ਜਦੋਂ ਇਹ ਘਟਨਾ ਵਾਪਰੀ ਕਿ 30 ਦਲਾਂ ਦੇ ਵਿੱਚ 30 ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਨਵਾਬ ਕਪੂਰ ਸਿੰਘ ਜੀ ਨੇ, ਤੇ ਇੱਕ ਗਰੁੱਪ ਦੀ ਜਿਹੜੀ ਸੀ ਇੱਕ ਦਲ ਦੀ ਜਿਹੜੀ ਜਥੇਦਾਰੀ ਸੀਗੀ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਸੌਂਪੀ ਸੀ। ਤਾਂ ਉਸ ਵੇਲੇ ਕਿਉਂਕਿ ਸਿੱਖ ਜਿਹੜੇ ਮੁਗਲਾਂ ਦੀ ਅੱਖ 'ਚ ਰੜਕਦੇ ਸੀ, ਤਾਂ ਮੁਗਲਾਂ ਨੇ ਵੀ ਉਸ ਵੇਲੇ ਇਹ ਦਿਨ ਨੂੰ ਜਿਹੜਾ ਇਹ ਦੇਖ ਲਿਆ ਸੀ ਵੀ ਇਸ ਦਿਨ ਇਕੱਠੇ ਹੁੰਦੇ ਨੇ, ਇਹ ਪਰਿਵਾਰਾਂ ਨਾਲ ਆਏ ਹੁੰਦੇ ਆ ਤੇ ਆਪਾਂ ਇਹਨਾਂ ਤੇ ਹਮਲਾ ਕਰ ਸਕਦੇ ਹਾਂ। ਉਹਨਾਂ ਨੇ ਵੀ ਮੁਗਲਾਂ ਨੇ ਜਿਹੜਾ ਮੀਰ ਮਨੂੰ ਦੀ ਅਗਵਾਈ ਦੇ ਵਿੱਚ ਜਿਹੜਾ ਇੱਥੇ ਹਮਲਾ ਬੋਲਿਆ ਜੀ ਅੰਮ੍ਰਿਤਸਰ। ਤਾਂ ਉਸ ਵੇਲੇ ਦੀ ਇੱਕ ਦੇਖੋ ਘਟਨਾ ਇਹ ਵੀ ਆ ਕਿ ਜਿਹੜਾ ਦਲ ਆਇਆ ਸੀ, ਜਿਹੜੀ ਮੁਗਲ ਫੌਜ ਆਈ ਸੀ, ਉਹਦੇ ਵਿੱਚ ਮੀਰ ਮਨੂੰ ਸੀਗਾ ਇੱਕ ਇੰਚਾਰਜ, ਤੇ ਇੱਕ ਉਹਦੇ ਵਿੱਚ ਨਾਲ ਇੰਚਾਰਜ ਸੀਗੇ ਸਰਦਾਰ ਜੱਸਾ ਸਿੰਘ ਰਾਮਗੜੀਆ। ਹੁਣ ਦੇਖੋ ਵਾਲੀ ਗੱਲ ਹੈ ਜੀ ਕਿ ਸਿੱਖ ਉੱਤੇ ਹਮਲਾ ਕਰਨ ਵਾਸਤੇ ਸਿੱਖ ਆਇਆ, ਤਾਂ ਇਹਦੇ ਵਾਸਤੇ ਵੀ ਜਿਹੜਾ ਮੈਂ ਥੋੜਾ ਜਿਹਾ ਪਿਛੋਕੜ ਦਾ ਆਪ ਜੀ ਨਾਲ ਸਾਂਝਾ ਕਰਦੇ ਹਾਂ ਕਿ ਜੱਸਾ ਸਿੰਘ ਰਾਮਗੜੀਆ ਜਿਹੜੇ ਸੀ, ਇਹਨਾਂ ਨੂੰ ਪੰਥ ਵਿੱਚੋਂ ਉਸ ਵੇਲੇ ਛੇਕਿਆ ਹੋਇਆ ਸੀ ਕਿਉਂਕਿ ਸਰਕਾਰੀ ਨੌਕਰੀ ਕਰਦੇ ਸੀ। ਤਾਂ ਉਸ ਵੇਲੇ ਕਿਉਂਕਿ ਸਰਕਾਰ ਦੁਸ਼ਮਣ ਸੀਗੀ, ਤੇ ਜਿਹੜਾ ਵੀ ਕੋਈ ਸਿੱਖ ਸਰਕਾਰੀ ਨੌਕਰੀ 'ਚ ਜਾਂਦਾ ਸੀ ਤਾਂ ਉਹਨੂੰ ਜਿਹੜਾ ਬਹੁਤ ਹੀ ਮਾੜੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਤਾਂ ਜੱਸਾ ਸਿੰਘ ਰਾਮਗੜੀਆ ਜੀ ਨੂੰ ਜਿਹੜਾ ਪੰਥ 'ਚੋਂ ਛੇਕਿਆ ਸੀ, ਤੇ ਉਹ ਇਸ ਮੁਗਲ ਫੌਜ ਦੇ ਨਾਲ ਇੰਚਾਰਜ ਬਣ ਕੇ ਅਗਵਾਈ ਕਰਕੇ ਜਲੰਧਰ ਤੋਂ ਫੌਜ ਆਈ ਸੀ, ਜਿਨ੍ਹਾਂ ਨੇ ਅੰਮ੍ਰਿਤਸਰ ਤੇ ਹਮਲਾ ਬੋਲਿਆ ਸੀ। ਤਾਂ ਉਸ ਵੇਲੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨਾਲ ਰਾਮ ਰੌਣੀ ਦਾ ਕਿਲ੍ਹਾ ਸੀਗਾ ਜੀ, ਜਿਵੇਂ ਅੱਜ ਕੱਲ੍ਹ ਉੱਥੇ ਰਾਮਗੜੀਆ ਬੁੰਗਾ ਦੇਖਦੇ ਆਪਾਂ, ਤਾਂ ਉੱਥੇ ਰਾਮ ਰੌਣੀ ਦਾ ਕਿਲ੍ਹਾ ਸੀ। ਤਾਂ ਉਹ ਰਾਮ ਰੌਣੀ ਦੇ ਜਦੋਂ ਸਿੰਘਾਂ ਨੇ ਵੇਖਿਆ ਕਿ ਹਮਲਾ ਹੋਇਆ, ਕਾਫੀ ਸਾਰੇ ਸਿੰਘ ਤਾਂ ਜਿਹੜੇ ਸੀ ਉੱਥੋਂ ਜਿਹੜੇ ਕਿ ਚਲੇ ਗਏ ਪਰਿਵਾਰਾਂ ਨੂੰ, ਉਹਨਾਂ ਨੇ ਇੱਕ ਪਰਿਵਾਰਾਂ ਨੂੰ ਪਹਿਲਾਂ ਭੇਜਿਆ ਕਿ ਪਰਿਵਾਰ ਜਿਹੜੇ ਸਹੀ ਸਲਾਮਤ ਸੁਰੱਖਿਅਤ ਇਹਨਾਂ ਨੂੰ ਆਪੋ ਆਪਣੀਆਂ ਥਾਵਾਂ ਤੇ ਪਹੁੰਚਾਇਆ ਜਾਵੇ। ਤਾਂ 500 ਸਿੰਘਾਂ ਦਾ ਜਿਹੜਾ ਜਥਾ ਸੀ, ਉਹਨਾਂ ਨੇ ਰਾਮ ਰੌਣੀ ਦੇ ਕਿਲ੍ਹੇ ਵਿੱਚ ਜਾ ਕੇ ਤੇ ਅੰਦਰ ਆਪਣੇ ਆਪ ਨੂੰ ਜਿਹੜਾ ਸੀਗਾ ਅੰਦਰ ਕੀ ਕਹਿੰਦੇ ਉੱਥੋਂ ਦੀ ਉਹਨਾਂ ਨੇ ਹਮਲਾ ਜਿਹੜਾ ਸੀ ਰੋਕਿਆ। ਤਾਂ ਉਹ ਉੱਥੇ ਅੰਦਰ ਜਾ ਕੇ ਕਿਲ੍ਹੇ ਵਿੱਚ ਬੈਠ ਗਏ। ਤਾਂ ਉਸ ਵੇਲੇ ਕਾਫੀ ਉਹਨਾਂ ਨੇ ਮੁਗਲਾਂ ਨੇ ਬਾਹਰੋਂ ਦੀ ਸਾਰਾ ਰਸਦ ਪਾਣੀ ਬੰਦ ਕਰਤਾ। ਕਾਫੀ ਦਿਨ ਲੰਘ ਗਏ, ਸਿੱਖ ਅੰਦਰ ਭੁੱਖੇ ਭਾਣੇ ਸਨ। ਤਾਂ ਇੱਕ ਦਿਨ ਜੱਸਾ ਸਿੰਘ ਰਾਮਗੜੀਆ ਕਿਲ੍ਹੇ ਦੀ ਕੰਧ ਦੇ ਬਾਹਰੋਂ ਲੰਘ ਰਿਹਾ ਸੀ। ਉਹ ਜਦੋਂ ਬਾਹਰ ਸੈਰ ਕਰ ਰਿਹਾ ਸੀ, ਤਾਂ ਅੰਦਰ ਸਿੰਘ ਜਿਹੜੇ ਸੀ, ਉਹਨੂੰ ਪਤਾ ਸੀ ਵੀ ਸਿੰਘ ਬੜੇ ਦਿਨਾਂ ਦੇ ਭੁੱਖੇ ਨੇ। ਕਿਤੇ ਨਾ ਕਿਤੇ ਅੰਦਰ ਸਿੱਖੀ ਉਹਦੇ ਜਿਹੜਾ ਜਜ਼ਬਾ ਸੀ ਉਹ ਉਛਾਲਾ ਮਾਰਿਆ, ਤੇ ਉਹਨੇ ਨਾਲ ਹੋ ਕੇ ਸੁਣਨ ਦੀ ਕੋਸ਼ਿਸ਼ ਕੀਤੀ ਵੀ ਕੀ ਗੱਲਬਾਤ ਚੱਲ ਰਹੀ ਹੈ। ਤਾਂ ਸਿੰਘ ਜਿਹੜਾ ਸੀ ਆਪਣਾ ਗੱਲਾਂ ਬਾਤਾਂ ਤੋਂ ਬਾਅਦ ਸਿੰਘਾਂ ਨੇ ਉੱਚੀ ਸਾਰੀ ਜਕਾਰਾ ਗਜਾਇਆ। ਤਾਂ ਜਦੋਂ ਉਹਨਾਂ ਨੇ ਜਕਾਰਾ ਗਜਾਇਆ, ਤਾਂ ਜੱਸਾ ਸਿੰਘ ਰਾਮਗੜੀਆ ਦੇ ਅੰਦਰ ਹਲੂਣਾ ਵੱਜਿਆ ਵੀ ਸਿੰਘ ਇੰਨੀ ਚੜ੍ਹਦੀ ਕਲਾ 'ਚ ਅਜੇ ਵੀ, ਅਸੀਂ ਤਾਂ ਸਾਰਾ ਬਾਹਰੋਂ ਰਸਦ ਪਾਣੀ ਬੰਦ ਕਰਤਾ। ਤਾਂ ਉਹਦੇ ਅੰਦਰ ਦਾ ਜਿਹੜਾ ਸੀ, ਉਹਨੇ ਹਲੂਣਾ ਦਿੱਤਾ ਉਹਨੂੰ ਵੀ ਇਹ ਤੂੰ ਆਪਣੇ ਭਰਾਵਾਂ ਨਾਲ ਕੀ ਕਰੀ ਜਾਂਦਾ। ਤਾਂ ਉਹਨੇ ਜਿਹੜਾ ਸੀ ਭੱਜ ਕੇ ਅੰਦਰ ਜਾ ਕੇ ਦਰਵਾਜ਼ਾ ਖੜਕਾਇਆ ਕਿਲ੍ਹੇ ਦਾ, ਤੇ ਕਿਹਾ ਕਿ ਮੈਨੂੰ ਤੁਸੀਂ ਅੰਦਰ ਆ ਲੈਣ ਦਿਓ। ਤਾਂ ਸਿੰਘਾਂ ਨੇ ਉਹਨੂੰ ਅੰਦਰ ਬੁਲਾਇਆ, ਉਹਨੇ ਅੰਦਰ ਸਿੰਘਾਂ ਕੋਲੋਂ ਜਾ ਕੇ ਮਾਫੀ ਮੰਗੀ। ਸਿੰਘਾਂ ਨੇ ਉਹਨੂੰ ਆਪਣੇ ਗੱਲ ਨਾਲ ਲਾਇਆ, ਤੇ ਉਹਨੂੰ ਉਸ ਵੇਲੇ ਪੰਥ ਦੇ ਵਿੱਚ ਮੁੜ ਸ਼ਾਮਲ ਕੀਤਾ। ਉਹਨੇ ਫਿਰ ਜਿਹੜਾ ਸੀ ਬਾਹਰ ਨਿਕਲ ਕੇ ਦੀਵਾਨ ਕੌੜਾ ਮੱਲ ਜੀ ਰਾਹੀਂ ਜਿਹੜਾ ਸੀ ਮੀਰ ਮਨੂੰ ਨਾਲ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਇਹ ਵੀ ਹੋਇਆ ਕਿ ਅਹਿਮਦ ਸ਼ਾਹ ਅਬਦਾਲੀ ਨੇ ਵੀ ਹਮਲਾ ਕਰਤਾ ਸੀ। ਤਾਂ ਮੀਰ ਮਨੂੰ ਨੂੰ ਇਹ ਲੱਗਿਆ ਕਿ ਮੈਂ ਹੁਣ ਇੱਧਰ ਦਾ ਨਾ ਰਹਿਣਾ ਤੇ ਨਾ ਮੈਂ ਉੱਧਰ ਦਾ ਰਹਿਣਾ। ਤਾਂ ਫਿਰ ਉਹਨਾਂ ਨੇ ਜਿਹੜਾ ਸਿੱਖਾਂ ਨਾਲ ਉਸ ਵੇਲੇ ਸੁਲ੍ਹਾ ਕਰਵਾਈ ਸੀ। ਇਹ ਉਸ 1748 ਦੀ ਮਹਾਨਤਾ। ਬਿਲਕੁਲ, ਮੈਂ ਇੱਥੇ ਹੀ ਬੜਾ ਜ਼ਿਕਰ ਕਰਨਾ ਚਾਹੂੰਗਾ ਕਿ ਮੈਂ ਕਈ ਵਾਰ ਜਦੋਂ ਗੱਲ ਵੀ ਕਰਦਾ ਆਪਣੇ ਸਿੰਘਾਂ ਦੇ ਨਾਲ, ਤਾਂ ਉਦੋਂ ਕਰਦਾ ਹੁੰਦਾ ਕਿ ਮੀਰ ਮਨੂੰ ਅਸੀਂ ਜ਼ਿਆਦਾਤਰ ਕਿੱਦਾਂ ਯਾਦ ਕਰਦੇ ਇਤਿਹਾਸ ਦੇ ਵਿੱਚ, ਕਿ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਯਾਦ ਕਰਦੇ ਕਿ ਇਹਦੀ ਜਿਹੜੀ ਜੇਲ੍ਹ ਸੀਗੀ, ਉਹਦੇ ਵਿੱਚ ਬੀਬੀਆਂ ਦੇ ਕਹਿੰਦੇ ਨਾ ਬੱਚਿਆਂ ਦੇ ਟੋਟੇ ਕਰਾ ਕੇ ਉਹਨਾਂ ਦੇ ਗਲਾਂ 'ਚ ਹਾਰ ਪਵਾਏ ਗਏ ਸੀਗੇ। ਉਹ ਮੀਰ ਮਨੂੰ ਦੇ ਰਾਜ ਵਿੱਚ ਹੋਇਆ ਸੀਗਾ। ਮਗਰ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਉਹਦੇ ਰਾਜ ਵਿੱਚ ਦੀਵਾਨ ਕੌੜਾ ਮੱਲ ਦੇ ਥਰੂ ਆਪਾਂ ਕਹੀਏ ਕਿ ਜੱਸਾ ਸਿੰਘ ਰਾਮਗੜੀਆ ਹੋਣਾ ਦੇ ਥਰੂ ਇੱਕ ਪੀਸ ਵੀ ਰਹੀ ਸੀਗੀ। ਅਗਰ ਮੈਂ ਉਹਨੂੰ ਅੱਜ ਦੀ ਭਾਸ਼ਾ ਵਿੱਚ ਯੂਜ਼ ਕਰਾਂ, ਉਹਨੂੰ ਕਹਿੰਦੇ ਹੁੰਦੇ ਆ ਕਿ ਕੋਈ ਆਪਣੀ ਆਪਸ 'ਚ ਲੜਾਈ ਨਹੀਂ ਸੀਗੀ। ਉਹਨਾਂ ਨੇ ਇੱਕ ਤਰੀਕੇ ਨਾਲ ਪੀਸ ਰੱਖਿਆ ਸੀ, ਤਾਂ ਕਿ ਉਹਦਾ ਰੀਜ਼ਨ ਵੀ ਇਹ ਸੀਗਾ, ਇਹਦਾ ਮਤਲਬ ਇਹ ਵੀ ਨਹੀਂ ਕਿ ਉਹਨਾਂ ਦੀ ਆਪਸੀ ਲੜਾਈ ਖਤਮ ਹੋ ਗਈ ਸੀਗੀ, ਜਾਂ ਮੁਗਲਾਂ ਨੇ ਦੁਸ਼ਮਣੀ ਜਿਹੜੀ ਉਹਨਾਂ ਦੀ ਸੀਗੀ ਸਿੱਖਾਂ ਦੇ ਨਾਲ, ਕਿਉਂਕਿ ਉਹ ਦੁਸ਼ਮਣ ਸਮਝਦੇ ਸੀਗੇ, ਉਹਨਾਂ ਨੇ ਛੱਡਤੀ ਸੀ। ਨਹੀਂ, ਸਿੱਖਾਂ ਦਾ ਵੀ ਇੱਕ ਰਾਜਨੀਤਿਕ ਮੈਂ ਕਹਿੰਦਾ ਕਿ ਇਹ ਸਟ੍ਰੈਟੇਜੀ ਸੀਗੀ ਕਿ ਬਹੁਤ ਚਿਰ ਹੋ ਗਿਆ ਜੰਗਲਾਂ 'ਚ ਰਹਿੰਦੇ, ਇੱਕ ਤਰੀਕੇ ਨਾਲ ਆਪਣੇ ਆਪ ਨੂੰ ਰਿਵਾਈਵ ਕਰੀਏ। ਆਪਣੇ ਆਪ ਨੇ, ਆਪਣੇ ਭਾਵੇਂ ਸਰੀਰ ਦੇ ਜ਼ਖਮ ਨੇ ਜਾਂ ਹੋਰ ਨੇ, ਆਪਣੇ ਆਪ ਦੀਆਂ ਫੌਜਾਂ ਨੇ, ਉਹਨਾਂ ਨੂੰ ਰਿਵਾਈਵ ਕਰੀਏ। ਤੇ ਉਹਨਾਂ ਨੇ ਇੱਕ ਪੀਸ ਜਿਹੜੀ ਸੀਗੀ ਉਹਨਾਂ ਨੇ ਕੀਤੀ ਸੀਗੀ। ਬਟ ਅੱਜ ਦੇ ਸਮੇਂ ਵਿੱਚ ਮੈਂ ਇਹਨੂੰ ਫਿਰ ਰੈਲੇਵੈਂਟ ਕਰੂੰਗਾ ਕਿ ਅੱਜ ਅਸੀਂ ਜਦੋਂ ਇੱਦਾਂ ਦੀ ਕਿਤੇ ਪੀਸ ਦੀ ਗੱਲ ਕਰਦੇ ਹਾਂ ਨਾ ਸਿੱਖ, ਤਾਂ ਉਹ ਫਿਰ ਉਹ 'ਤੇ ਕਈ ਤਰ੍ਹਾਂ ਦੇ ਜਿਹੜੇ ਧੱਬੇ ਉਹ ਲਾ ਦਿੱਤੇ ਜਾਂਦੇ ਆ। ਤਾਂ ਸਾਨੂੰ ਇਤਿਹਾਸ ਤੋਂ ਸੇਧ ਜ਼ਰੂਰ ਲੈਣੀ ਚਾਹੀਦੀ ਆ ਕਿ ਅਸੀਂ ਕਿੱਥੇ ਖੜੇ ਹਾਂ। ਤੇ ਭਾਜੀ ਅਗਰ ਆਪਾਂ ਨਾਲ ਗੱਲ ਕਰੀਏ 1761 ਦੇ ਜਿਹੜਾ ਸਰਬੱਤ ਖਾਲਸਾ ਸੀਗਾ,
ਕਿ ਉਹ ਤੋਂ ਕੁਝ ਸਾਲ ਬਾਅਦ ਹੀ ਮੈਂ ਕਹੂੰਗਾ ਕਿ ਕੁਝ ਸਾਲਾਂ ਬਾਅਦ ਹੀ 1761 ਦਾ ਜਿਹੜਾ ਸਰਬੱਤ ਖਾਲਸਾ ਹੁੰਦਾ, ਉਦੋਂ ਸਿੱਖ ਕੁਝ ਅਹਿਮ ਫੈਸਲੇ ਲੈਂਦੇ ਆ ਕਿ ਲਾਹੌਰ ਤੇ ਕਬਜ਼ਾ ਕਰਨਾ ਹੈ, ਲਾਹੌਰ ਨੂੰ ਜਿੱਤਣਾ, ਜਿੱਥੇ ਮੈਂ ਕਹਾਂ ਪੰਜਾਬ ਦੀ ਇੱਕ ਗੜ੍ਹ ਬਣਿਆ ਹੋਇਆ ਸੀਗਾ ਕਿ ਜਿੰਨੇ ਪੰਜਾਬ ਦੇ ਰਿਗਾਰਡਿੰਗ ਵੱਡੇ ਫੈਸਲੇ ਜਾਂ ਸ਼ਹਾਦਤਾਂ ਹੁੰਦੀਆਂ ਸੀ, ਲਾਹੌਰ ਤੋਂ ਹੀ ਫੈਸਲੇ ਹੋ ਕੇ ਆਉਂਦੇ ਸੀਗੇ। ਭਾਵੇਂ ਉਹ ਭਾਈ ਮਨੀ ਸਿੰਘ ਜੀ ਹੋ ਗਏ, ਹੋਰ ਵੀ ਜਿੰਨੇ ਸ਼ਹੀਦ ਸੀਗੇ, ਉਹਨਾਂ ਨੂੰ ਲਾਹੌਰ ਲਿਜਾਇਆ ਜਾਂਦਾ ਸੀਗਾ। ਇਦੋਂ ਇੱਕ ਸਿੰਘ ਫੈਸਲਾ ਕਰਦੇ ਨੇ, ਉਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਡਿਟੇਲ 'ਚ ਦੱਸਿਓ ਜੀ। ਜੀ ਇਸ ਫੈਸਲੇ ਤੋਂ ਤੁਸੀਂ ਦੇਖੋ ਭਾਈ ਸਾਹਿਬ ਸਿੰਘਾਂ ਦੀ ਚੜ੍ਹਦੀ ਕਲਾ ਦਾ ਕਿੰਨਾ ਪਤਾ ਲੱਗਦਾ ਆ ਕਿ ਸਿੱਖਾਂ ਨੇ ਹੂੰ, ਆਪਣੇ ਆਪ ਨੂੰ ਇਸ ਤਰ੍ਹਾਂ ਐਸਟੈਬਲਿਸ਼ ਕਰ ਲਿਆ ਸੀ ਉਸ ਵੇਲੇ ਖਾਲਸਾ ਫੌਜ ਨੇ ਕਿ ਲਾਹੌਰ ਤੇ ਕਬਜ਼ਾ ਕਰਨ ਦੀ ਗੱਲ ਕੀਤੀ ਗਈ ਕਿ ਹੂੰ, ਉਸ ਵੇਲੇ ਲਾਹੌਰ ਜਿਹੜਾ ਸੀਗਾ ਉਹਨੂੰ ਕਹਿ ਲਓ ਵੀ ਮੁਗਲਾਂ ਦਾ ਜਿਹੜਾ ਗੜ੍ਹ ਜਾਂ ਲਾਹੌਰ ਤੇ ਜਾਂ ਦਿੱਲੀ ਤੇ ਬਾਅਦ ਦੇ ਬਿਲਕੁਲ। ਵਿੱਚ ਚਲੋ ਇਤਿਹਾਸ ਆਉਂਦਾ ਵੀ ਦਿੱਲੀ ਤੇ ਵੀ ਸਰਦਾਰ ਬਘੇਲ ਸਿੰਘ ਉਹਨਾਂ ਨੇ ਕਬਜ਼ਾ ਕੀਤਾ ਸੀ। ਤਾਂ ਹੂੰ, ਇਹ ਪਹਿਲਾਂ ਜਿਹੜੀ ਗੱਲ ਆਉਂਦੀ ਵੀ ਲਾਹੌਰ ਤੇ ਸਾਡੇ ਨਾਲ ਜਿਹੜਾ ਇੰਨਾ ਇਤਿਹਾਸ ਜੁੜਿਆ ਕਿ ਗੁਰੂ ਸਾਹਿਬਾਨ ਤੋਂ ਲੈ ਕੇ ਜਿਹੜਾ ਸ਼ਹੀਦੀਆਂ ਦਾ ਜਿਹੜਾ ਸਿਲਸਿਲਾ ਚੱਲਿਆ, ਉਹਦੇ ਵਿੱਚ ਲਾਹੌਰ ਜਿਹੜਾ ਇੱਕ ਬੜਾ ਇੰਪੋਰਟੈਂਟ ਸਥਾਨ ਰੱਖਦਾ ਆ। ਲਾਹੌਰ ਦੇ ਵਿੱਚ ਬਹੁਤ ਸ਼ਹੀਦੀਆਂ ਹੋਈਆਂ, ਤਾਂ ਇਸ ਸ਼ਹਿਰ ਨੂੰ ਜਿੱਤਣਾ ਜਿਹੜਾ ਸੀ ਇੱਕ ਬੜੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ। ਸਿੱਖ ਰਾਜ ਨੂੰ ਕਾਇਮ ਕਰਨ ਦੀ ਜਿਹੜੀ ਸੀਗੀ ਉਹਦਾ ਪ੍ਰਤੀਕ ਸੀ ਕਿ ਦੇਖੋ ਅਸੀਂ ਜਿਉਂਦੇ ਜਾਗਦੇ ਤਾਂ ਹੈ, ਅਸੀਂ ਇੰਨੀ ਚੜ੍ਹਦੀ ਕਲਾ 'ਚ ਕਿ ਅਸੀਂ ਪਾਤਸ਼ਾਹੀ ਦਾ ਦਾਅਵਾ ਇੱਥੇ ਆ ਕੇ ਤੁਹਾਨੂੰ ਕੀਤਾ। ਖਾਲਸਾ ਬਿਲਕੁਲ, ਜਿਹੜਾ ਆਪਣੀ ਆਜ਼ਾਦੀ ਦਾ ਜਿਹੜਾ ਪ੍ਰਗਟਾਵਾ ਸੀ, ਇਹ ਲਾਹੌਰ ਨੂੰ ਜਿੱਤ ਕੇ ਕਰਦਾ ਸੀ। ਲਾਹੌਰ ਨੂੰ ਜਿੱਤ ਬਿਲਕੁਲ। ਕੇ ਕੀਤਾ ਖਾਲਸੇ ਨੇ। ਤਾਂ ਇਹ ਵੀ ਜਿਹੜਾ ਜੀ 1761 ਦੀ ਦੀਵਾਲੀ ਦੇ ਵਿੱਚ ਖਾਲਸੇ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਜਿਹੜਾ ਇਹ ਫੈਸਲਾ ਕੀਤਾ। ਤੁਸੀਂ ਦੇਖੋ 1748 ਵਿੱਚ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਇੱਕ ਗਰੁੱਪ ਦਾ ਜਿਹੜਾ ਜਥੇਦਾਰ ਬਣਾਇਆ ਸੀ ਤੇ 1761 ਤੱਕ ਜਿਹੜੇ ਜੱਸਾ ਸਿੰਘ ਆਹਲੂਵਾਲੀਆ ਸੀ ਖਾਲਸੇ ਦੇ ਜਥੇਦਾਰ ਬਣ ਚੁੱਕੇ ਸਨ। ਤਾਂ ਇਸ ਤੋਂ ਪਤਾ ਬਿਲਕੁਲ, ਲੱਗਦਾ ਕਿ ਇਹ ਵੀ ਆਪਾਂ ਦੇਖੀਏ ਕਿ ਇਹਦੇ ਦੌਰਾਨ ਕਿੰਨਾ ਕੁਝ ਹੁੰਦਾ ਹੈ ਕਿ ਅਗਰ ਆਪਾਂ ਕਹੀਏ ਕਿ ਜਿਹੜੇ ਇੱਕ ਸਮਝੌਤਾ ਰਹਿੰਦਾ ਮੀਰ ਮਨੂੰ ਦੇ ਨਾਲ, ਬਾਅਦ 'ਚੋਂ ਸਮਝੌਤਾ ਟੁੱਟਦਾ ਹੈ, ਦੀਵਾਨ ਕੌੜਾਮਲ ਜੀ ਹੁਣਾਂ ਦੀ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਆ, ਉਸ ਤੋਂ ਬਾਅਦ ਉਹ ਟੁੱਟ ਜਾਂਦਾ ਆ। ਫਿਰ ਸਿੰਘਾਂ ਦੇ ਨਾਲ ਇੱਕ ਜੰਗ ਚੱਲਦੀ ਹੈ, ਜਦ ਵਿੱਚ ਆਪਾਂ ਪਹਿਲਾਂ ਗੱਲ ਕੀਤੀ ਕਿ ਬੀਬੀਆਂ ਦੇ ਬਹੁਤ ਕਤਲੇਆਮ, ਜਿਹੜਾ ਬੀਬੀਆਂ ਨੂੰ ਸ਼ਹੀਦ ਕੀਤਾ ਜਾਂਦਾ, ਉਹਨਾਂ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਜਾਂਦਾ। ਇਹ ਸਾਰਾ ਕੁਝ ਇਸੇ ਦੌਰਾਨ ਹੋਇਆ 12 ਸਾਲਾਂ 'ਚ, 11-12 ਸਾਲ ਜਿਹੜੇ ਹੋਏ ਨੇ। ਜੀ ਬਿਲਕੁਲ ਔਰ ਦੇਖੋ ਉਸ ਤੋਂ ਬਾਅਦ ਦੇਖੋ ਫਿਰ ਇੰਨੀ ਚੜ੍ਹਦੀ ਕਲਾ ਕਿ ਫਿਰ ਉਹ ਲਾਹੌਰ ਨੂੰ ਜਿੱਤਣ ਦਾ ਫੈਸਲਾ ਕਰਦੇ ਨੇ। ਜੀ ਦੇਖੋ ਇਹ ਤੋਂ ਇਹਨਾਂ ਦੀ ਚੜ੍ਹਦੀ ਕਲਾ ਦਾ ਪਤਾ ਲੱਗ ਜਾਂਦਾ ਜੀ, ਪ੍ਰਗਟਾਵਾ ਇਹਨਾਂ ਨੇ ਕੀਤਾ ਖਾਲਸੇ ਦੀ ਆਜ਼ਾਦੀ ਦਾ। ਤੇ ਲਾਹੌਰ ਹੂੰ, ਜਦੋਂ ਇਹਨਾਂ ਨੇ ਹਮਲਾ ਕੀਤਾ ਤਾਂ ਲਾਹੌਰ ਦੇ ਜਿਹੜੇ ਵਾਸੀ ਸੀ ਉਹ ਇੰਨੇ ਕੁ ਜ਼ਿਆਦਾ ਡਰ ਗਏ ਕਿ ਖਾਲਸਾ ਆ ਗਿਆ ਚੜ੍ਹ ਕੇ, ਉਹਨਾਂ ਨੇ ਦਰਵਾਜ਼ੇ ਖੋਲ੍ਹਤੇ ਸੀ ਜੀ। ਉਹਨਾਂ ਨੇ ਅੱਗੋਂ ਕੋਈ ਹੂੰ, ਮਤਲਬ ਚੂੰ ਚਾਂ ਨਹੀਂ ਕੀਤੀ। ਉਹਨਾਂ ਨੇ ਦਰਵਾਜ਼ੇ ਖੋਲ੍ਹਤੇ ਹੂੰ, ਤੇ ਖਾਲਸੇ ਨੇ ਫਿਰ ਲਾਹੌਰ ਤੇ ਕਬਜ਼ਾ ਕੀਤਾ। ਉਹ ਲਾਹੌਰ ਤੇ ਜਦੋਂ ਕਬਜ਼ਾ ਕੀਤਾ ਤਾਂ ਖਾਲਸੇ ਨੇ ਜਿਹੜੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਸੀ, ਉਹਨਾਂ ਨੂੰ ਫਿਰ ਸੁਲਤਾਨੁਲ ਕੌਮ ਦਾ ਜਿਹੜਾ ਖਿਤਾਬ ਮਿਲਿਆ ਜੀ ਉਸ ਖਿਤਾਬ ਵੇਲੇ। ਮਿਲਿਆ ਹਾਂ ਸੀਗਾ। ਬਿਲਕੁਲ ਜੀ, ਤੇ ਨਾਲ ਹੀ ਇੱਕ ਸਿੱਕਾ ਵੀ ਜਿਹੜਾ ਜਾਰੀ ਕੀਤਾ ਸੀਗਾ ਬਾਬਾ ਬੰਦਾ ਸਿੰਘ ਬਹਾਦਰੀ ਦੀ ਜੇ ਤਰਜ਼ ਦੇ ਉੱਤੇ, ਕਿਉਂਕਿ ਉਦੋਂ ਇੱਕ ਜੀ ਸਿੱਕਾ ਬਿਲਕੁਲ। ਜਾਰੀ ਹੁੰਦਾ ਕਿ ਸ਼ਾਇਦ ਉਹ 'ਚ ਮਟੀਰੀਅਲ ਜਿਹੜਾ ਭਾਜੀ ਉਹ ਸੇਮ ਉਹ ਜਿਹੜਾ ਮਟੀਰੀਅਲ ਆ ਉਹ ਯੂਜ਼ ਕੀਤਾ ਜਾਂਦਾ, ਜੋ ਜਾਂ ਉਹ ਕਹਿੰਦੇ ਲਿਖਤਾਂ ਉਹ ਉਹਨਾਂ ਨੇ ਯੂਜ਼ ਕੀਤੀਆਂ ਹੋਲਡਿੰਗ ਜਿਹੜੀ ਜਾਂਦੀਆਂ ਨੇ। ਸੀਗੀ, ਜਿਹੜੀ ਛਾਪ ਸੀਗੀ ਉਹ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਸਿੱਕੇ ਵੇਲੇ ਦੀ ਸੀ। ਉਹਨਾਂ ਨੇ ਉਹ 'ਚ ਕੋਈ ਬਦਲਾਅ ਨਹੀਂ ਕੀਤਾ, ਪਰ ਸਿੱਕਾ ਜਾਰੀ ਬਦਲਾ ਕਰਨਾ, ਦੱਸਣਾ ਕਿ ਖਾਲਸੇ ਦੀ ਖੁਦਮੁਖਤਿਆਰੀ ਹੈ ਕਿ ਦੇਖੋ ਲਾਹੌਰ ਵੀ ਜਿੱਤਿਆ ਤੇ ਸਿੱਕਾ ਵੀ ਜਾਰੀ ਕਰਤਾ। ਇਹੀ ਬਿਲਕੁਲ। ਇੱਕ ਘਟਨਾ ਸੀਗੀ ਜੀ ਜਿਹੜੀ ਕਰਕੇ ਅਹਿਮਦ ਸ਼ਾਹ ਅਬਦਾਲੀ ਨੂੰ ਉੱਥੇ ਬੈਠੇ ਨੂੰ ਭਾਜੜਾਂ ਪੈ ਗਈਆਂ ਸੀ ਕਿ ਬਈ ਹੂੰ, ਇਹ ਉਹਨੂੰ ਪਤਾ ਲੱਗਾ ਵੀ ਲਾਹੌਰ ਤੇ ਕਬਜ਼ਾ ਹੋ ਗਿਆ, ਵੀ ਆਹ ਕੀ ਬਣ ਗਿਆ। ਉਹ ਹਰ ਹੂੰ, ਸਾਲ ਆਉਂਦਾ ਸੀਗਾ ਜੀ ਹਮਲਾ ਕਰਨ ਤੇ ਹਰ ਸਾਲ ਉਹ ਆਪਣੇ ਵੱਲੋਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਸਤੇ ਆਉਂਦਾ ਸੀ ਤੇ ਹਰ ਸਾਲ ਆਪਣਾ ਨੁਕਸਾਨ ਕਰਾ ਕੇ ਜਾਂਦਾ ਸੀ। ਤਾਂ ਫਿਰ ਬਿਲਕੁਲ। 1762 ਦੇ ਵਿੱਚ ਫਿਰ ਉਹਨੇ ਦੁਬਾਰਾ ਜਿਹੜਾ ਸੀ ਉਹਨੇ ਵੇਖਿਆ 1761 'ਚ ਉਹਨੂੰ ਪਤਾ ਲੱਗਾ ਵੀ ਆਹ ਕੁਝ ਬਣ ਗਿਆ, ਸਿੱਕਾ ਵੀ ਜਾਰੀ ਹੋ ਹੂੰ, ਗਿਆ ਆ। ਤਾਂ ਫਿਰ ਨੈਕਸਟ ਈਅਰ ਦਾ ਇਤਿਹਾਸ ਜਿਹੜਾ ਸੀ ਜੀ ਉਹ ਬਣਿਆ। ਬਿਲਕੁਲ। ਅਸੀਂ ਜਦੋਂ ਵੱਡਾ ਘੱਲੂਘਾਰਾ ਆਇਆ ਸੀ, ਅਸੀਂ ਉਹਦੇ ਤੇ ਵੀ ਫਿਰ ਦੁਬਾਰਾ ਵੀ ਗੱਲ ਕਰਾਂਗੇ। ਮਗਰ ਹੁਣ ਉਹ ਕਰਦੇ ਹਾਂ ਗੱਲ 1762 ਦੀ, ਕਿਉਂਕਿ ਇਹ ਵੀ ਬੜਾ ਇੰਪੋਰਟੈਂਟ ਸਾਲ ਹੈਗਾ ਸਿੱਖਾਂ ਦਾ। ਜਿੱਦਾਂ ਤੁਸੀਂ ਆਲਰੇਡੀ ਜ਼ਿਕਰ ਕਰ ਦਿੱਤਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਵਾਪਸ ਆਉਂਦਾ ਆ, ਔਰ ਉਦੋਂ ਫਰਵਰੀ ਜਾਂ ਸਾਲ ਦੀ ਸ਼ੁਰੂਆਤ ਦੇ ਵਿੱਚ ਵੱਡਾ ਘੱਲੂਘਾਰਾ ਹੁੰਦਾ ਆ। ਇੱਕ ਜੰਗ ਹੁੰਦੀ ਹੈ ਜਿਹਨੂੰ ਅਸੀਂ ਵੱਡੇ ਘੱਲੂਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਆ, ਕਿ ਜਦੋਂ ਅੱਧੀ ਕੌਮ ਜਿਹੜੀ ਸੀਗੀ ਉਹ ਤਕਰੀਬਨ ਸ਼ਹੀਦ ਹੋ ਜਾਂਦੀ ਹੈ ਤੇ ਜਿਹੜੀ ਬਚਦੀ ਵੀ ਹੈ ਉਹ ਵੀ ਫੱਟੜ ਹੁੰਦੀ ਹੈ। ਤਾਂ ਭਾਜੀ ਉਹ ਤੋਂ ਨਾਲ ਤੁਸੀਂ ਜ਼ਿਕਰ ਕਰੋ ਕਿ ਵੱਡੇ ਘੱਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਇਹ ਲੱਗਾ ਸੀਗਾ ਕਿ ਹੁਣ ਇਹ ਮੁੱਕ ਗਏ, ਹੁਣ ਬਚਾ ਕੁਛ ਨਹੀਂ ਇਹਨਾਂ 'ਚ। ਜੀ। ਜਿਹੜਾ ਕੋਈ ਬਚਿਆ ਆ ਉਹ ਜ਼ਖਮੀ ਹੈ, ਉਹ ਤੁਰਨ ਯੋਗ ਨਹੀਂ ਹੈਗਾ। ਉਹਨੂੰ ਲੱਗਾ ਕਿ ਇੱਕ ਵਾਰ ਸਿੱਖਾਂ ਨੂੰ ਮੁਕਾ ਦਿੱਤਾ ਆ। ਮਗਰ ਫਿਰ ਉਸੇ ਸਾਲ ਦੀਵਾਲੀ ਤੇ ਫਿਰ ਸਿੱਖਾਂ ਨੇ ਕੀ ਕੀਤਾ? ਜੀ ਬਿਲਕੁਲ, ਜਦੋਂ ਫਰਵਰੀ ਦੇ ਵਿੱਚ ਵੱਡਾ ਘੱਲੂਘਾਰਾ ਹੁੰਦਾ ਆ ਤਾਂ ਸਿੱਖਾਂ ਦੀ ਇੱਕ ਕੀ ਕਹਿੰਦੇ ਸਰਵਾਈਵਲ ਉੱਤੇ ਕੁਐਸਚਨ ਆ ਜਾਂਦਾ ਸੀ ਕਿ ਇੰਨੇ ਕੁ ਜ਼ਿਆਦਾ ਸਿੱਖਾਂ ਦੀ ਸ਼ਹੀਦੀ ਹੋਈ ਆ ਉਸ ਵੇਲੇ ਕਿ ਇਤਿਹਾਸ ਹੂੰ, ਦੇ ਵਿੱਚ ਕਿਤੇ-ਕਿਤੇ ਆਉਂਦਾ ਵੀ ਕੁਝ ਸੈਂਕੜੇ ਜਾਂ ਕੁਝ ਹਜ਼ਾਰ ਸਿੱਖ ਰਹਿ ਗਏ ਸਨ। ਤਾਂ ਜਿਹੜੇ ਹੂੰ, ਉਹ
ਇਹ ਵੀ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਵੀ ਉਹਨਾਂ ਹਜ਼ਾਰਾਂ ਦੀ ਵੰਸ਼ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਆ ਸਿੱਖੀ ਦੀ ਦਾਤ ਬਖਸ਼ੀ ਆ, ਤੇ ਆਪਾਂ ਕਿਤੇ ਨਾ ਕਿਤੇ ਬਿਲਕੁਲ। ਉਹਨਾਂ ਨਾਲ ਆਪਣੇ ਆਪ ਨੂੰ ਰਿਲੇਟ ਕਰਦੇ ਹਾਂ ਕਿ ਉਹਨਾਂ ਤੋਂ ਜਿਹੜਾ ਅੱਗੇ ਸਿੱਖੀ ਚੱਲੀ, ਉਹਨਾਂ ਦੇ ਵਿੱਚ ਅਸੀਂ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਰਿਲੇਟ ਕਰਕੇ ਮਾਣ ਮਹਿਸੂਸ ਕਰ ਸਕਦੇ ਹਾਂ ਜੀ। ਤਾਂ ਉਸ ਵੇਲੇ ਹੂੰ। ਜਦੋਂ ਵੱਡਾ ਘੱਲੂਘਾਰਾ ਹੋਇਆ, ਵੱਡੇ ਘੱਲੂਘਾਰੇ ਦੇ ਵਿੱਚ ਸਿੱਖਾਂ ਦੇ ਇੰਨੇ ਨੁਕਸਾਨ ਤੋਂ ਬਾਅਦ ਜੇ ਅੱਜ ਸਾਡੇ ਨਾਲ ਏਦਾਂ ਹੁੰਦਾ ਨਾ, ਤਾਂ ਅਸੀਂ ਕਿਤੇ ਨਾ ਕਿਤੇ ਕੌਮ ਦੀ ਇੱਕ ਜਿਹੜੀ ਮੈਂਟੈਲਿਟੀ ਹੈ ਨਾ, ਇੱਕ ਜਿਹੜੀ ਇੰਟੈਲੈਕਟ ਆ, ਉਹ ਪੂਰੀ ਢੇਰੀ ਢਾਹ ਕੇ ਬਹਿ ਜਾਂਦੀ ਹੈ। ਕਿੰਨੇ ਹੂੰ। ਸਾਲ ਅਸੀਂ ਸਵੈ ਪੜਚੋਲ ਕਰਨ ਚ ਲਾ ਦਿੰਦੇ ਆ। 84 ਦਾ ਸਵੈ ਬਿਲਕੁਲ ਆਪਾਂ ਪੜਚੋਲ। ਹਾਂ, ਆਪਾਂ ਲੈ ਲਈ 36 ਸਾਲ ਹੋ ਹੀ ਗਏ ਨੇ। ਹਾਂਜੀ, ਹਾਂਜੀ। ਉਹਦਾ ਸਵੈ ਪੜਚੋਲ ਅਜੇ ਵੀ ਚੱਲ ਰਿਹਾ, ਅਜੇ ਵੀ ਹੱਲ ਨਹੀਂ ਕੱਢਿਆ। ਪਰ ਇਹ ਜਿਹੜੀ ਚੜ੍ਹਦੀ ਕਲਾ, ਕਿਵੇਂ ਦੀ ਚੜ੍ਹਦੀ ਕਲਾ ਸੀ ਕਿ ਜੱਸਾ ਸਿੰਘ ਆਹਲੂਵਾਲੀਆ ਦੇ 22 ਫੱਟ ਲੱਗਣ ਤੋਂ ਬਾਅਦ ਵੱਡੇ ਘੱਲੂਘਾਰੇ 'ਚ ਹੂੰ। 22 ਵੱਡੇ ਜ਼ਖਮ ਹੋਏ ਸੀ ਉਹਨਾਂ ਦੇ, ਤੇ ਛੋਟੇ ਹੂੰ। ਜ਼ਖਮ ਕਿੰਨੇ ਸੀਗੇ। 22 ਵੱਡੇ ਫੱਟ ਸਹਾਰਨ ਤੋਂ ਬਾਅਦ ਵੀ ਜਿਹੜਾ ਜਥੇਦਾਰ ਇਹ ਕਵੇ ਕਿ ਇਹਨਾਂ ਨੂੰ ਆਪਾਂ ਵਾਪਸ ਆ ਕੇ ਦੱਸਾਂਗੇ, ਤੇ ਅਗਲਾ ਸਰਬੱਤ ਖਾਲਸਾ ਕਰਕੇ ਦੱਸਾਂਗੇ, ਕਿਉਂਕਿ ਰੀਜ਼ਨ ਸਰਬੱਤ ਖਾਲਸਾ ਸੀ ਅਹਿਮਦ ਸ਼ਾਹ ਅਬਦਾਲੀ ਹੂੰ। ਦੇ ਆਉਣ ਦਾ। ਤਾਂ ਉਹਨਾਂ ਨੇ ਕਿਹਾ ਸਰਬੱਤ ਖਾਲਸਾ ਤੋਂ ਬਾਅਦ ਅਸੀਂ ਜਿਹੜਾ ਫੈਸਲਾ ਲਿਆ ਸੀ, ਲਾਹੌਰ ਨੂੰ ਜਿੱਤਿਆ ਤੇ ਸਿੱਕਾ ਜਾਰੀ ਕੀਤਾ, ਤਾਂ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਅਟੈਕ ਕਰਤਾ ਤੇ ਫਰਵਰੀ ਦੇ ਵਿੱਚ ਵੱਡਾ ਘੱਲੂਘਾਰਾ ਹੋ ਜਾਂਦਾ। ਤਾਂ ਅਗਲੇ ਹੂੰ। ਦੇਖੋ ਜੀ 7-8 ਮਹੀਨਿਆਂ ਦੇ ਵਿੱਚ ਸਿੱਖ ਜਿਹੜੇ ਆ ਆਪਣੇ ਪੈਰਾਂ ਤੇ ਖੜੇ ਹੋ ਕੇ ਇੰਨੀ ਤਗੜੀ ਫੌਜ ਤਿਆਰ ਕਰਕੇ ਦੁਬਾਰਾ ਜਾ ਕੇ ਉੱਥੇ ਹਮਲਾ ਕਰਦੇ ਨੇ, ਤੇ ਦੁਬਾਰਾ ਜਿਹੜਾ ਆ ਉਹ ਜਿੱਤਦੇ ਨੇ ਜਾ ਕੇ। ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਸਰਬੱਤ ਖਾਲਸਾ ਕਰਦੇ ਨੇ ਜੀ, ਔਰ ਉਸੇ ਦੌਰਾਨ ਫਿਰ ਉਹ ਸਰਹੰਦ ਤੇ ਵੀ ਜਾ ਕੇ ਕਬਜ਼ਾ ਕਰਦੇ ਨੇ। ਹਾਂਜੀ, ਪਹਿਲਾਂ 6 ਮਹੀਨੇ ਦੇ ਵਿੱਚ ਹੀ ਸਰਹੰਦ ਤੇ ਪਹਿਲਾਂ ਕਬਜ਼ਾ ਕਰਦੇ ਨੇ। ਸਰਹੰਦ ਨੂੰ ਹਾਂ, ਹਰਾ ਕੇ, ਮੋਰਿੰਡੇ ਨੂੰ ਹਰਾ ਕੇ, ਤੇ ਨਾਲ ਹੀ ਫਿਰ ਅਕਤੂਬਰ ਦੇ ਵਿੱਚ ਜਾ ਕੇ ਅੰਮ੍ਰਿਤਸਰ ਦੇ ਵਿੱਚ ਸਰਬੱਤ ਖਾਲਸਾ ਕਰਦੇ ਨੇ। ਸਰਬੱਤ ਖਾਲਸਾ ਕਰਦੇ ਔਰ ਨੇ। ਉੱਥੇ ਫਿਰ ਵੱਡੇ ਜਿਹੜੇ ਫੈਸਲੇ ਲਏ ਜਾਂਦੇ ਨੇ। ਇਹ ਸੀਗੀ ਸਾਡੀ ਕੌਮ ਜਿਹਦੇ ਅਸੀਂ ਵਾਰਿਸ ਹਾਂ। ਸਾਨੂੰ ਇਸ ਸਪਿਰਿਟ ਦੀ ਲੋੜ ਆ ਕਿ ਜਿੱਥੇ ਅਸੀਂ ਕਿਤੇ ਨਾ ਕਿਤੇ ਅੱਜ ਜਿਹਨੂੰ ਅਸੀਂ ਮੈਂ ਕਹਾਂ ਕਿ ਜਿੱਥੋਂ ਅਸੀਂ ਅੱਜ ਟੁੱਟੇ ਹੋਏ ਹਾਂ, ਕਿ ਅੱਜ 36 ਸਾਲ ਬਾਅਦ ਵੀ ਅਸੀਂ ਆਪਣੇ ਆਪ ਨੂੰ ਮਾਈਨੋਰਿਟੀਜ਼ ਤੇ ਵਿਕਟਮ ਸਾਬਤ ਕਰਨ ਤੇ ਲੱਗੇ ਹੋਏ ਹਾਂ। ਅਸੀਂ ਉੱਠ ਨਹੀਂ ਪਾ ਰਹੇ ਹਾਂ। ਏਡੀ ਵੱਡੀ ਸਾਡੇ ਉੱਤੇ ਇੱਕ ਕਹਿੰਦੇ ਨੇ ਕਿ ਹਮਲਾ ਸੀਗਾ ਕਿ ਅਸੀਂ ਤਰੀਕੇ ਨਾਲ ਕੋਸ਼ਿਸ਼ ਕਰਦੇ ਹਾਂ, ਮਗਰ ਉੱਠ ਨਹੀਂ ਪਾ ਰਹੇ ਹਾਂ। ਬਾਰ-ਬਾਰ ਫਿਰ ਹਮਲੇ ਤੇ ਬੈਠੇ ਹਾਂ। ਮਗਰ ਉਹ ਵੀ ਸਿੱਖ ਸੀਗੇ ਜੀ, ਏਡੇ ਵੱਡੇ ਹਮਲੇ ਤੋਂ ਬਾਅਦ 6 ਮਹੀਨਿਆਂ ਦੇ ਵਿੱਚ ਦੁਬਾਰਾ ਖੜੇ ਹੋ ਗਏ ਸੀਗੇ। ਬਿਲਕੁਲ ਵੀਰ ਜੀ, ਤਾਂ ਬੜਾ ਜ਼ਰੂ 6 ਮਹੀਨਿਆਂ ਤੋਂ ਬਾਅਦ ਉਹਨਾਂ ਨੇ ਪਿਛਲੇ ਅਗਲੇ ਕੁਝ ਸਾਲਾਂ ਦੇ ਵਿੱਚ ਆਪਣਾ ਖਾਲਸਾ ਰਾਜ ਵੀ ਸਥਾਪਿਤ ਕੀਤਾ। ਇਹ ਸੀਗੀ ਸਾਡੀ ਜੀ ਅਸਲੀ ਦੀਵਾਲੀ, ਜਿਹਦਾ ਅਸੀਂ ਜ਼ਿਕਰ ਕਰਨਾ ਚਾਹੁੰਦੇ ਸੀਗੇ ਤੁਹਾਡੇ ਸਾਰਿਆਂ ਦੇ ਨਾਲ। ਕੋਈ ਕੰਟਰੋਵਰਸੀ ਨਹੀਂ, ਇਹ ਸਾਡੀ ਅਸਲੀ ਦੀਵਾਲੀ ਹੈ। ਇਸ ਕਰਕੇ ਜਦੋਂ ਮੈਨੂੰ ਪੁੱਛਦੇ ਹੋ, ਮੈਨੂੰ ਦੀਵਾਲੀ ਸ਼ਬਦ ਦੇ ਨਾਲ ਕੋਈ ਇਤਰਾਜ਼ ਨਹੀਂ, ਕਿਉਂਕਿ ਇਹ ਸਿੰਘਾਂ ਦਾ ਬੋਲਬਾਲਾ ਆ। ਸਿੰਘ ਇਹਨੂੰ ਦੀਵਾਲੀ ਸ਼ਬਦ ਵਰਤਦੇ ਸੀਗੇ, ਤਾਂ ਅਸੀਂ ਵੀ ਇਹਦੇ ਵਿੱਚ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈਗਾ ਕਿ ਸਾਡੇ ਲਈ ਦੀਵਾਲੀ ਕੀ ਸੀ। ਸਾਨੂੰ ਉਹ ਦੀਵਾਲੀ ਰਿਵਾਈਵ ਕਰਨ ਦੀ ਲੋੜ ਹੈ ਕਿ ਸਿੰਘਾਂ ਦੇ ਲਈ ਕੀ ਸੀ ਦੀਵਾਲੀ। ਇਹ ਨਹੀਂ ਕਿ ਰਾਮ ਵਾਲੀ ਜਾਂ ਹੋਰ ਵਾਲੀ, ਨਹੀਂ, ਸਿੰਘਾਂ ਦੇ ਲਈ ਕੀ ਸੀ ਦੀਵਾਲੀ। ਅਸੀਂ ਉਹ ਦਿਨ ਨੂੰ ਕੀ ਕਰਦੇ ਹੁੰਦੇ ਸੀਗੇ, ਕਿ ਉਹ ਦਿਨ ਬਿਲਕੁਲ। ਸਾਡੇ ਲਈ ਕੀ ਮਹੱਤਤਾ ਰੱਖਦਾ ਸੀਗਾ। ਕਿ ਅੱਜ ਸਾਡੇ 'ਚ ਸੰਵਾਦ ਦੀ ਕਮੀ ਹੈ। ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਅੱਜ ਅਸੀਂ ਬੈਠਦੇ ਨਹੀਂ, ਅਸੀਂ ਅੱਜ 2-3 ਜਾਣੇ ਵੀ ਨਹੀਂ ਬੈਠਦੇ। ਉਦੋਂ ਸਾਰਾ ਪੰਥ ਇਕੱਠਾ ਹੁੰਦਾ ਸੀਗਾ। ਸੋਚੋ ਕਿੱਡੀ ਤਕੜੀ ਸੋਚ ਸੀਗੀ, ਕਿੰਨਾ ਕੁਛ ਵਿੱਚੋਂ ਅਸੀਂ ਕੱਢ ਸਕਦੇ ਸੀਗੇ। ਅਗਰ ਅੱਜ ਪੰਥ ਕਿਤੇ ਬੈਠ ਕੇ ਸੋਚੇ, ਵਿਚਾਰ ਕਰੇ, ਮੈਂ ਕਹਿੰਦਾ ਅਸੀਂ ਫੇਰ ਰਿਵਾਈਵ ਕਰ ਸਕਦੇ ਹਾਂ, ਅਸੀਂ ਫੇਰ ਦੁਬਾਰਾ ਚੜ੍ਹਦੀ ਕਲਾ ਵਿੱਚ ਜਾ ਸਕਦੇ। ਬਟ ਸਾਨੂੰ ਉਹ ਸੋਚ ਤੇ ਉਹ ਦਿਨ ਦਿਹਾੜੇ ਸਾਡੇ ਜਿਹੜੇ ਰਿਵਾਈਵ ਕਰਨ ਦੀ ਲੋੜ ਹੈ, ਕਿ ਸਾਡੀ ਜਿਹੜੀ ਅਸਲੀ ਦੀਵਾਲੀ ਸੀਗੀ। ਹੁਣ ਅਸੀਂ ਗੱਲ ਕਰਾਂਗੇ ਜੀ 1780 ਦੀ। 1780 ਅੱਜ ਦੇ ਦਿਨ 'ਚ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਜਨਮ ਹੁੰਦਾ ਆ। ਅਸੀਂ ਸਾਰਿਆਂ ਨੇ ਪੜ੍ਹਿਆ, ਬਹੁਤ ਸਾਰੀਆਂ ਫਿਲਮਾਂ, ਕਿਤਾਬਾਂ। ਮੈਨੂੰ ਲੱਗਦਾ ਜੇ ਸਿੱਖ ਇਤਿਹਾਸ ਵਿੱਚ ਕਿਸੇ ਯੋਧੇ ਦੀ ਸਭ ਤੋਂ ਵੱਧ ਚਰਚਾ ਅੱਜ ਤੱਕ ਹੋਈ ਹੈ, ਜਿਹਦੀ ਦੁਨੀਆ ਵੀ ਚਰਚਾ ਕਰਦੀ ਹੈ, ਉਹ ਮਹਾਰਾਜਾ ਰਣਜੀਤ ਸਿੰਘ ਹੈ। ਤਾਂ ਜੀ ਭਾਜੀ ਬਿਲਕੁਲ। ਉਹਨਾਂ ਦੀ ਗੱਲ ਕਰਨੀ ਬਣਦੀ ਹੈ, ਤਾਂ ਕਿਉਂਕਿ ਜਿਹੜੀ ਅੱਜ ਦੀ ਅਸੀਂ ਦੀਵਾਲੀ ਦਾ ਰੂਪ ਦੇਖਦੇ ਹਾਂ ਅੰਮ੍ਰਿਤਸਰ ਦਾ, ਉਹ ਕਿਤੇ ਨਾ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਸ਼ੁਰੂਆਤ ਹੁੰਦੀ ਹੈ। ਕਿਉਂਕਿ ਉਹਨਾਂ ਤੋਂ ਪਹਿਲਾਂ ਤੁਸੀਂ ਦੇਖੋ, ਸਿਰਫ 18 ਸਾਲ ਪਹਿਲਾਂ ਵੱਡਾ ਘੱਲੂਘਾਰਾ ਹੋਇਆ। 18 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਆ, ਔਰ 21 ਸਾਲ ਦੀ ਉਮਰ ਦੇ ਵਿੱਚ ਉਹ ਖਾਲਸਾ ਰਾਜ ਦੀ ਸਥਾਪਨਾ ਕਰਦੇ ਨੇ। ਤਾਂ ਜੀ ਅਗਰ ਬਿਲਕੁਲ। ਟੈਕਨੀਕਲੀ ਦੱਸਿਆ ਜਾਵੇ ਕਿ 40-45 ਸਾਲ ਦੇ ਵਿੱਚ ਹੀ, ਇਹ ਸਮੇਂ ਦੇ ਵਿੱਚ ਹੀ ਕੀ ਹੁੰਦਾ 40 ਸਮਾਂ ਭਾਜੀ। 36 ਸਾਲ, 36 ਸਾਲ। ਸਾਲ ਸਾਨੂੰ 84 ਨੂੰ ਹੋ ਚੁੱਕੇ ਨੇ। ਹਾਂਜੀ, ਅਗਰ ਹਾਂਜੀ, ਕਹਾਂ ਹਾਂਜੀ। 78 ਦਾ, ਮੇਰਾ ਜਨਮ ਵੀ 78 ਦਾ ਆ, 42 ਹਾਂਜੀ। ਸਾਲ ਦੀ ਉਮਰ ਹੋ ਗਈ ਹੈ। 78 ਤੋਂ ਬਾਅਦ ਅੱਜ 42 ਸਾਲ ਹੋ ਚੁੱਕੇ ਨੇ। ਇੰਨੀ ਸਾਲਾਂ ਦੇ ਵਿੱਚ ਸਿੱਖਾਂ ਨੇ ਉਦੋਂ ਆਪਣਾ ਖਾਲਸਾ ਰਾਜ ਸਥਾਪਿਤ ਕਰ ਲਿਆ ਸੀਗਾ, ਵੱਡੇ ਘੱਲੂਘਾਰੇ ਤੋਂ ਬਾਅਦ। ਜੀ ਆਪਣੀ ਦੇਖੋ ਸਰਵਾਇਵਲ ਸਪਿਰਿਟ। ਦੀ ਲੜਾਈ ਤੋਂ ਨਿਕਲ ਕੇ ਖਾਲਸਾ ਰਾਜ ਦੀ ਸਥਾਪਨਾ ਕਰਨੀ ਜੀ। ਅਸੀਂ ਤੇ ਜੇ ਆਪਾਂ 84 ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਸੀ ਘਾਣ ਜਿਹੜਾ ਕੀਤਾ ਗਿਆ ਜੈਨੋਸਾਈਡ, ਉਹਦੇ 'ਚ ਪਰ ਸਾਡੀ ਸਰਵਾਈਵਲ ਦੀ ਗੱਲ ਨਹੀਂ ਸੀ ਇਹ। ਪਰ ਫਿਰ ਵੀ ਅਸੀਂ ਢੇਰੀ ਢਾਹ ਲਈ, ਅਸੀਂ ਸਵੈ ਪਰਚੋਲ ਦੇ ਰਾਹ ਪੈ ਗਏ। ਅਜੇ ਵੀ ਸਵੈ ਪਰਚੋਲ ਹੀ ਚੱਲ ਰਹੀ ਹੈ ਜੀ ਉਹਦੇ ਤੇ। ਉਹਦੇ ਤੇ ਕੋਈ ਆਪਣਾ ਬਿਲਕੁਲ। ਪਲੈਨਿੰਗ ਨਹੀਂ ਹੈ। ਤਾਂ ਸਿੰਘਾਂ ਨੇ ਉਸ ਵੇਲੇ ਦੇਖੋ ਪਲੈਨਿੰਗ ਕਰਕੇ, ਤੇ ਉਹਨਾਂ ਨੇ ਕੱਲੀ ਪਲੈਨਿੰਗ ਹੀ ਨਹੀਂ ਕੀਤੀ, ਉਹਨਾਂ ਨੇ ਉੱਤੇ ਐਕਟ ਵੀ ਕੀਤਾ। ਤੇ ਜਿਹੜੀ ਬਿਲਕੁਲ। ਗੱਲ ਆਉਂਦੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਹੋਣਾ ਦੀ, ਦੇਖੋ
ਸਰਦਾਰ ਚੜ੍ਹਤ ਸਿੰਘ ਹੋਣਾ ਦਾ ਪੋਤਰਾ, ਸਰਦਾਰ ਮਹਾਂ ਸਿੰਘ ਹੋਣਾ ਦਾ ਪੁੱਤਰ ਤੇ ਮਾਤਾ ਰਾਜ ਕੌਰ ਦੀ ਕੁੱਖੋਂ ਜਨਮਿਆ 1780 ਨੂੰ। ਹਾਂਜੀ, ਤੇ ਉਹਨਾਂ ਨੇ ਜਿਹੜਾ ਸੀ ਉਹ ਵੀ ਜਿਸ ਤਰ੍ਹਾਂ ਕਹਿੰਦੇ ਆਪਾਂ ਜੱਸਾ ਸਿੰਘ ਆਹਲੂਵਾਲੀਆ ਵੀ ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ ਹੈ ਜੀ, ਤੇ ਉਹਨਾਂ ਦੇ ਵੀ ਜਿਹੜੇ ਸ਼ੁਰੂ ਤੋਂ ਹੀ ਉਹਨਾਂ ਦੀ ਦੂਰ ਅੰਦੇਸ਼ੀ ਸੀਗੀ। ਅੱਛਾ, ਉਹਨਾਂ ਦੇ ਬਾਰੇ ਸੰਗਤ ਨੂੰ ਪਤਾ ਹੀ ਹੋਊਗਾ ਜੀ, ਚੇਚਕ ਕਰਕੇ ਉਹਨਾਂ ਦੀ ਜਿਹੜੀ ਇੱਕ ਅੱਖ ਜਾਂਦੀ ਰਹੀ ਸੀ, ਤਾਂ ਉਹਦੇ ਬਾਰੇ ਅਸੀਂ ਕਾਫੀ ਪੜ੍ਹਦੇ ਵੀ ਰਹੇ ਜੀ। ਮਹਾਰਾਜਾ ਰਣਜੀਤ ਸਿੰਘ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਦੇ ਸੀ ਹੈ ਜੀ, ਪਰ ਉਹਦਾ ਮਤਲਬ ਉਹ ਸਾਰਿਆਂ ਨੂੰ ਬਰਾਬਰ ਸਮਝਦੇ ਸੀ। ਹਾਂਜੀ, ਤੇ ਚਲੋ ਮੈਂ ਇੱਕ ਵਾਰ ਜਥੇਦਾਰ ਹੋਣਾ ਨੇ ਉਹਨਾਂ ਨੂੰ ਕਹਾਣੀਆਂ ਕਹਿ ਕੇ ਵੀ ਬੁਲਾਤਾ ਸੀਗਾ। ਉਹ ਵੀ ਦੇਖੋ, ਉਹ ਵੀ ਜਥੇਦਾਰ ਸੀਗੇ, ਉਹ ਵੀ ਜਥੇਦਾਰ, ਉਹ ਵੀ ਮਹਾਰਾਜੇ ਤੋਂ ਡਰਦੇ ਨਹੀਂ। ਡਰਦੇ ਨਹੀਂ ਸੀਗੇ। ਮਹਾਰਾਜਾ ਰਣਜੀਤ ਸਿੰਘ ਹੋਣਾ ਨੇ 21 ਸਾਲ ਦੀ ਉਮਰ ਦੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ। ਤੇ ਆਪਾਂ ਇਹ ਦੇਖੀਏ ਕਿ ਅੱਜ ਆਪਣੇ ਕੋਲ ਕਾਫੀ ਏਜਡ ਲੀਡਰ ਵੀ ਹੈਗੇ ਆ, ਜਾਂ ਕਾਫੀ ਜਵਾਨ ਵੀ ਇਹੋ ਜਿਹੇ ਪੰਥ ਦੇ ਵਿੱਚ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਸ਼ੁਰੂ 'ਚ ਆਪਾਂ ਸਮਝਦੇ ਸੀ ਕਿ ਸ਼ਾਇਦ ਇਹ ਬਹੁਤ ਵਧੀਆ ਜਿਹੜੇ ਅੱਗੇ ਚੱਲ ਕੇ ਲੀਡਰ ਬਣਨਗੇ, ਉਹ ਕੁਝ ਸੰਤ ਸਮਾਜ ਦਾ ਹਿੱਸਾ ਬਣ ਕੇ ਜਾਂ ਕੁਛ ਹੋਇਆ ਹੈ ਨਾ। ਪਰ ਕਈ ਵਾਰੀ ਕਿਸੇ ਤੋਂ ਬੜੀ ਉਮੀਦ ਹੁੰਦੀ ਤਾਂ ਬਾਅਦ ਦੇ ਵਿੱਚ ਉਹ ਚੀਜ਼ ਉਹ ਖਰੇ ਨਹੀਂ ਉਤਰਦੇ ਉਹਦੇ ਤੇ। ਪਰ ਮਹਾਰਾਜਾ ਰਣਜੀਤ ਸਿੰਘ 21 ਸਾਲ ਦੀ ਉਮਰ 'ਚ ਐਸੀ ਜਿਹੜੀ ਰਾਜਨੀਤੀ ਖੇਡੀ ਔਰ ਐਸੀ ਦੂਰਅੰਦੇਸ਼ੀ ਤੋਂ ਕੰਮ ਲਿਆ ਕਿ ਜਿਹੜੀਆਂ ਮਿਸਲਾਂ ਸਨ ਉਸ ਵੇਲੇ। ਅੱਛਾ ਜੀ, ਇਹ ਵੀ ਮੈਂ ਦੱਸਾਂ ਕਿ 1762 ਤੋਂ ਬਾਅਦ ਜਦੋਂ ਆਪਣੀਆਂ ਮਿਸਲਾਂ ਬਣ ਗਈਆਂ, ਮਿਸਲਾਂ ਨੇ ਅਲੱਗ-ਅਲੱਗ ਇਲਾਕਿਆਂ ਤੇ ਰਾਜ ਕਰਨਾ ਸ਼ੁਰੂ ਕਰਤਾ ਜੀ। ਉਹਨਾਂ ਨੇ ਜਿਸ ਤਰ੍ਹਾਂ ਕਿ ਹਨਾ ਭੰਗੀ ਮਿਸਲ ਹੋ ਗਈ, ਸ਼ਹੀਦਾਂ ਮਿਸਲ ਹੋ ਗਈ ਜਿਹੜੀ ਨਿਹੰਗ ਸਿੰਘਾਂ ਦੀ ਮਿਸਲ ਸੀਗੀ, ਇਸ ਤਰ੍ਹਾਂ ਕਰਕੇ ਜਿਹੜੀਆਂ ਹੋਰ ਮਿਸਲਾਂ ਸਨ, ਇਹਨਾਂ ਨੇ ਅਲੱਗ-ਅਲੱਗ ਇਲਾਕਿਆਂ ਤੇ ਰਾਜ ਕਰਨਾ ਸ਼ੁਰੂ ਕਰਤਾ। ਜੱਸਾ ਸਿੰਘ ਰਾਮਗੜੀਆ ਦੀ ਜਿਹੜੀ ਮਿਸਲ ਸੀਗੀ ਉਹ ਦੁਆਬੇ ਦੇ ਇਲਾਕੇ 'ਚ ਰਾਜ ਕਰਦੀ ਸੀ। ਤਾਂ ਉਸ ਵੇਲੇ ਜਿਹੜਾ ਮਿਸਲਾਂ ਹੁਣ, ਕਿਉਂਕਿ ਜਦੋਂ ਵੀ ਅਸੀਂ ਕੰਫਰਟ ਜ਼ੋਨ 'ਚ ਆ ਜਾਂਦੇ ਹਾਂ ਨਾ, ਅਸੀਂ ਆਪਸ 'ਚ ਲੜਨਾ ਸ਼ੁਰੂ ਕਰ ਦਿੰਦੇ ਹਾਂ। ਜਿੰਨਾ ਚਿਰ ਸਾਨੂੰ ਬਾਹਰਲਾ ਥ੍ਰੈਟ ਨਜ਼ਰ ਆਉਂਦਾ ਨਾ, ਉਹਨਾਂ ਚਿਰ ਅਸੀਂ ਇਕੱਠੇ ਰਹਿੰਦੇ ਹਾਂ। ਪਰ ਜਦੋਂ ਥ੍ਰੈਟ ਐਲੀਮੀਨੇਟ ਹੋ ਜਾਂਦਾ ਹੈ ਤਾਂ ਅਸੀਂ ਫਿਰ ਆਪਸ 'ਚ ਅਸੀਂ ਹੁਣ ਲੜੀਏ ਕਿਹਦੇ ਨਾਲ ਅਸੀਂ। ਬਿਲਕੁਲ ਨਹੀਂ, ਇਹ ਬੜੀ ਗੱਲ ਹੈ। ਮੈਂ ਦੱਸਦਾ ਕਿ ਇਸੇ ਮੁੱਦੇ ਤੇ ਮੈਂ ਸਿੰਘਾਂ ਨਾਲ ਕਈ ਵਾਰ ਚਰਚਾ ਕਰਦਾ, ਉਹਨਾਂ ਨਾਲ ਗੱਲ ਕਰਦੇ, ਕਹਿੰਦੇ ਵੀ ਹੁਣ ਹੁੰਦਾ ਕਿਉਂ ਨਹੀਂ? ਕਹਿੰਦੇ ਕਿਉਂਕਿ ਹੁਣ ਬੜੇ ਕੰਫਰਟ ਜ਼ੋਨ 'ਚ ਬੈਠੇ ਹਾਂ ਅਸੀਂ, ਇਸੇ ਕਰਕੇ ਅਸੀਂ ਆਪਸ 'ਚ ਇੱਕ ਦੂਜੇ ਦੇ ਉੱਤੇ ਲੱਗੇ ਹੋਏ ਹਾਂ, ਭਾਵੇਂ ਉਹ ਸੋਸ਼ਲ ਮੀਡੀਆ ਜਾਂ ਹੋਰ ਚੀਜ਼ਾਂ ਨੇ। ਤਾਂ ਉਹ ਕਹਿੰਦੇ ਪੁਰਾਤਨ ਵੀ ਸਿੰਘ ਏਦਾਂ ਹੁੰਦੇ ਸੀ, ਜਦੋਂ ਕਹਿੰਦੇ ਕਿ ਉਹਨਾਂ ਨੂੰ ਰੋਟੀ ਪਾਣੀ ਸੌਖਾ ਹੋ ਜਾਂਦਾ ਸੀ ਨਾ, ਕਿ ਜਗੀਰਾਂ ਆ ਗਈਆਂ, ਰੋਟੀ ਪਾਣੀ ਸੌਖਾ ਹੋ ਗਿਆ, ਫਿਰ ਉਹ ਕਹਿੰਦੇ ਆਪਸ 'ਚ ਇੱਕ ਦੂਜੇ ਨੂੰ ਕੰਪੀਟੀਟਰ ਦੇਖ ਕੇ ਉਦੋਂ ਲੜਦੇ ਹੁੰਦੇ ਸੀਗੇ। ਮਗਰ ਜਦੋਂ ਬਾਹਰੋਂ ਹਮਲਾ ਹੁੰਦਾ ਸੀਗਾ ਤੇ ਜਾਂ ਆਪਣਾ, ਫਿਰ ਉਹ ਇਕੱਠੇ ਹੋ ਕੇ, ਪਰ ਇਹ ਵੀ ਖਾਸੀਅਤ ਸੀਗੀ ਭਾਜੀ ਕਿ ਇਕੱਠੇ ਹੋ ਜਾਂਦੇ ਸੀਗੇ ਉਦੋਂ। ਇਕੱਠੇ ਹੋ ਜਾਂਦੇ ਸੀ, ਇਹ ਨਹੀਂ ਕਿ ਬਈ ਜੇ ਸਾਡੀ ਦੁਸ਼ਮਣੀ ਆ ਉਹਦੇ ਨਾਲ ਤੇ ਬਾਹਰੋਂ ਹਮਲਾ ਆ ਗਿਆ, ਮੈਂ ਨਹੀਂ ਆਉਣਾ ਤੇਰੀ ਵਾਰੀ। ਏਦਾਂ ਸਾਰੇ ਇਕੱਠੇ ਹੁੰਦੇ ਸੀ। ਤੇ ਉਹੀ ਗੱਲ ਜੀ, ਵੀ ਅੱਜ ਵੀ ਉਹ ਗੱਲ ਹੈ ਵੀ ਦੁੱਖ ਦਾਰੂ ਸੁੱਖ ਰੋਗ ਭਇਆ। ਜਿਹੜਾ ਸੁੱਖ ਜਦੋਂ ਮਿਲ ਜਾਂਦਾ ਰੋਗ ਬਣ ਜਾਂਦਾ ਸਾਡੇ ਲਈ, ਤਾਂ ਉਹਦਾ ਫਿਰ ਦਾਰੂ ਦੁੱਖ ਹੀ ਹੁੰਦਾ। ਤਾਂ ਚਲੋ ਉਹਨਾਂ ਦੀ ਗੱਲ ਕਰਦੇ ਹਾਂ ਜੀ। 21 ਸਾਲ ਦੀ ਉਮਰ 'ਚ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਮਿਸਲਾਂ ਦੇ ਨਾਲ ਤਰ੍ਹਾਂ ਦੀਆਂ ਸੰਧੀਆਂ ਕੀਤੀਆਂ, ਕਿਸੇ ਨਾਲ ਰਿਸ਼ਤੇਦਾਰੀ ਜੋੜੀ, ਕੋਈ ਵਿਆਹ ਸ਼ਾਦੀਆਂ ਕਰਵਾ ਕੇ ਜਾਂ ਕਿਸੇ ਤਰ੍ਹਾਂ ਰਿਸ਼ਤੇਦਾਰੀਆਂ। ਅੱਛਾ, ਇੱਕ ਮਿਸਲ 'ਚ ਜੇ ਉਹਨਾਂ ਨੇ ਕਿਸੇ ਦੀ ਸ਼ਾਦੀ ਹੋਈ ਆ ਉਹਨਾਂ ਦੀ, ਤਾਂ ਉਹ ਅਗਲੀ ਮਿਸਲ ਉਹਨਾਂ ਦੀ ਅੱਗੋਂ ਕੁਛ ਲੱਗਦੀ ਹੈ ਰਿਸ਼ਤੇ ਦੇ ਵਿੱਚ, ਤਾਂ ਇਸ ਤਰ੍ਹਾਂ ਕਰਕੇ ਉਹਨਾਂ ਨੇ ਸੰਧੀਆਂ ਕੀਤੀਆਂ। ਮੈਂ ਕਹਿੰਦਾ ਜੀ 21 ਸਾਲ ਦੇ ਜਵਾਨ ਦੇ ਵਿੱਚ ਇੰਨੀ ਪੇਸ਼ੈਂਸ ਕਿਸ ਤਰ੍ਹਾਂ ਹੋ ਸਕਦੀ ਆ ਕਿ ਬਈ ਜਾ ਕੇ ਗੱਲ ਕਰਨੀ ਹੋਵੇ। ਅੱਜ ਸਾਨੂੰ ਪਤਾ ਆ ਵੀ ਮੇਰੇ ਕਿਸੇ ਨਾਲ ਡਿਫਰੈਂਸਿਸ ਆ, ਮੈਂ ਜੇ ਘਰੋਂ ਉਹਦੇ ਨਾਲ ਗੱਲ ਕਰਨ ਜਾਣਾ, ਮੈਂ ਪਹਿਲਾਂ ਹੀ ਸੋਚ ਕੇ ਨਾ, ਜਿਹਨੇ ਮੈਨੂੰ ਆਹ ਕਿਹਾ ਮੈਂ ਤਾਂ ਬੋਲ ਪੈਣਾ। ਉਹਨਾਂ ਦਾ ਜਿਹੜਾ ਸੀਗਾ, ਕੀ ਕਹਿੰਦੇ ਆ, ਥ੍ਰੈਸ਼ਹੋਲਡ ਕਿੰਨਾ ਉੱਚਾ ਹੋਊਗਾ, ਵੀ ਜਿੱਥੇ ਆਪਾਂ ਕਹਿੰਦੇ ਨਾ ਮੇਰਾ ਥ੍ਰੈਸ਼ਹੋਲਡ ਪਾਰ ਹੋ ਗਿਆ, ਮੈਂ ਤਾਂ ਉੱਬਲ ਗਿਆ ਫਿਰ। ਪਰ ਉਹਨਾਂ ਦਾ ਉੱਚਾ ਹੋਊਗਾ ਜੀ ਕਿ ਜਿਹੜੇ ਸਿੱਖ ਆਪਸ 'ਚ ਜੰਗ 'ਚ ਲੜਦੇ ਵੀ ਰਹੇ ਆ, ਫਿਰ ਵੀ ਉਹਨਾਂ ਨੇ ਵਿਚਕਾਰ ਬਹਿ ਕੇ ਉਹਨਾਂ ਦੀ ਸੁਲ੍ਹਾ ਕਰਵਾ ਕੇ ਤੇ ਕਿਹਾ ਉਹਨਾਂ ਨੇ ਆਪਣੀ ਵਿਜ਼ਨ ਉਹਨਾਂ ਮਿਸਲਾਂ ਦੇ ਮੁਖੀਆਂ ਦੇ ਅੰਦਰ ਪਾਈ ਕਿ ਆਹ ਮੇਰੀ ਵਿਜ਼ਨ, ਮੈਂ ਇੱਕ ਖਾਲਸਾ ਰਾਜ ਚਾਹੁੰਦਾ, ਜਿਹੇ ਜਿਹਾ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਬਣਾਇਆ ਸੀਗਾ। ਉਸ ਰਾਜ ਦੀ ਜਿਹੜੀ ਡਿਊਰੇਸ਼ਨ ਘੱਟ ਸੀ, ਕਿਉਂਕਿ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ ਸੀ। ਤਾਂ ਉਹਨਾਂ ਨੇ ਉਹ ਵਿਜ਼ਨ ਰੱਖੀ ਆਪਣੇ ਅੰਦਰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਜਿਹੇ ਜਿਹੇ ਸਿੱਖ ਰਾਜ ਦੀ ਕਲਪਨਾ ਕੀਤੀ ਸੀ ਔਰ ਸ਼ੁਰੂ ਕੀਤਾ ਸੀ ਸਿੱਖ ਰਾਜ, ਉਹੋ ਜਿਹਾ ਸਿੱਖ ਰਾਜ ਉਹਨਾਂ ਨੇ ਵਿਜ਼ਨ ਲੈ ਕੇ ਤੇ ਉਹਨਾਂ ਨੇ 1801 ਦੇ ਵਿੱਚ ਉਸ ਸਿੱਖ ਰਾਜ ਦੀ 1799 ਤੋਂ ਉਹਨੇ ਸ਼ੁਰੂਆਤ ਕੀਤੀ ਤੋੜਨਾ ਇੱਧਰੋਂ ਉੱਧਰੋਂ ਮਿਸਲਾਂ ਨੂੰ। 1801 ਚ ਮਹਾਰਾਜਾ ਬਣ ਕੇ ਤੇ ਉਹਨਾਂ ਨੇ ਸਿੱਖ ਰਾਜ ਜਿਹੜਾ ਕਾਇਮ ਕਰ ਦਿੱਤਾ ਸੀ ਜੀ। ਔਰ 38 ਸਾਲ ਉਹ ਰਾਜ ਸਿੱਖ ਰਾਜ ਰਿਹਾ ਜੀ ਆਪਣਾ, ਜਿਹੜਾ ਸਭ ਤੋਂ ਕਹਿ ਲਓ ਵੀ ਉਹ ਸਮਾਂ ਜਿਹਦੇ ਚ ਸਿੱਖ ਪ੍ਰਫੁੱਲਤ ਹੋਏ ਆ, ਜਿਹਦੇ ਚ ਇੰਟੈਲੈਕਚੁਅਲ ਲੈਵਲ ਤੇ ਸਿੱਖਾਂ ਨੇ ਕਾਫੀ ਖੋਜਾਂ ਕੀਤੀਆਂ ਜਿਸ ਰਾਜ ਚ। ਕਿਉਂਕਿ ਜਦੋਂ ਤੁਹਾਨੂੰ ਲੜਾਈਆਂ ਤੋਂ ਵੇਲ ਮਿਲਦੀ ਹੈ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਰਿਸਰਚ ਉੱਤੇ ਜ਼ੋਰ ਦਿੱਤਾ ਜੀ, ਇਤਿਹਾਸ ਉੱਤੇ, ਜਿਹੜੇ ਗੁਰਬਾਣੀ ਦੇ ਕੀ ਕਹਿੰਦੇ ਆ ਅਰਥ ਕਰਵਾਣੇ ਜਾਂ ਹੋਰ ਇਹਨਾਂ ਚੀਜ਼ਾਂ ਤੇ ਸਿੱਖਾਂ ਨੂੰ ਜਿਹੜਾ ਮੌਕਾ ਮਿਲਿਆ ਇੱਕ ਬਹਿਣ ਦਾ ਔਰ ਬਹਿ ਕੇ ਆਪਣਾ ਜਿਹੜਾ ਇਤਿਹਾਸ ਸਾਂਭਣ ਦਾ ਜਾਂ ਗੁਰਬਾਣੀ ਉੱਤੇ ਹੋਰ ਖੋਜ ਕਰਨ ਦਾ ਮੌਕਾ ਮਿਲਿਆ ਜੀ। ਭਾਜੀ ਆਪਾਂ ਵੈਸੇ ਗੱਲ ਕਰਦੇ ਹਾਂ ਕਿ 38 ਸਾਲ ਸਮਾਂ ਕੁਝ ਵੀ ਨਹੀਂ ਹੁੰਦਾ,
ਅੱਜ ਕਹਿੰਦੇ ਨਾ ਭਾਰਤ ਨੂੰ ਆਜ਼ਾਦ ਹੋਏ ਨੂੰ ਵੀ ਕਹਿੰਦੇ 73 ਸਾਲ ਹੋ ਚੁੱਕੇ ਨੇ। 73 ਸਾਲ 'ਚ ਜਿਹੜੇ ਲੈਵਲ ਤੋਂ ਥੱਲੇ ਡਿੱਗੇ ਨੇ, ਇਹਦਾ ਮਤਲਬ ਕਿ ਰਾਜ ਨਹੀਂ ਆਇਆ, ਇਹਦਾ ਆਜ਼ਾਦ ਨਹੀਂ ਹੋਇਆ। ਕਿਉਂਕਿ 38 ਸਾਲ 'ਚ ਜੋ ਅਚੀਵਮੈਂਟਸ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ, ਇੱਕ ਕਿਹੜੇ ਲੈਵਲ ਤੋਂ ਆਉਣਾ ਕਿ ਜਦੋਂ ਤੁਹਾਡੇ ਉੱਤੇ ਦੁਸ਼ਮਣ ਤੁਹਾਨੂੰ ਮਾਰ ਰਿਹਾ ਆ ਔਰ ਉਹ ਤੋਂ ਤੁਸੀਂ ਇੱਕਦਮ ਰਾਜ ਸਥਾਪਿਤ ਕਰਨਾ ਔਰ ਉਹ ਤੋਂ ਬਾਅਦ ਕਿ ਤੁਸੀਂ ਐਜੂਕੇਸ਼ਨ ਲੈਵਲ ਤੇ ਇੰਨਾ ਹਾਈ ਚਲੇ ਜਾਣਾ। ਕਿਉਂਕਿ ਇਹ ਜੀ ਮੰਨਿਆ ਬਿਲਕੁਲ, ਜਾਂਦਾ ਹੈ ਕਿ ਜਿਹੜਾ ਉਹਨਾਂ ਦਾ ਐਜੂਕੇਸ਼ਨ ਲੈਵਲ ਸੀਗਾ ਪੰਜਾਬ ਦਾ ਉਸ ਸਮੇਂ ਦਾ, ਹਾਂਜੀ, ਹਾਂਜੀ, ਹਾਂਜੀ। ਉਹ ਵੱਡੇ-ਵੱਡੇ ਯੂਰੋਪੀਅਨ ਮੁਲਕਾਂ ਨੂੰ ਮਾਤ ਦਿੰਦਾ ਸੀਗਾ। ਕਿ ਬਿਲਕੁਲ ਉਸ ਜੀ, ਬਿਲਕੁਲ। ਲੈਵਲ ਦਾ ਐਜੂਕੇਸ਼ਨ ਲੈਵਲ ਸੀਗਾ ਕਿ ਉਹ ਚੀਜ਼ਾਂ ਬਣਾਈਆਂ ਗਈਆਂ, ਦਰਬਾਰ ਸਾਹਿਬ ਦੇ ਉੱਤੇ ਸੋਨਾ ਚੜ੍ਹਨ ਤੋਂ ਲੈ ਕੇ ਤੁਸੀਂ ਹੋਰ ਭਾਵਾਂ ਫਾਈਨੈਂਸ਼ੀਅਲੀ ਲੈ ਲਓ, ਪੰਜਾਬ ਉਸ ਸਮੇਂ ਫਾਈਨੈਂਸ਼ੀਅਲੀ ਬਹੁਤ ਉੱਪਰ ਸੀਗਾ ਕਿ ਵੀ 38 ਸਾਲ ਦੇ ਵਿੱਚ ਇਹ ਅਚੀਵਮੈਂਟ ਕਰਨਾ, ਕਿ ਵੀ ਮੈਂ ਕਹਿੰਦਾ ਵੀ ਅਗਰ ਅੱਜ ਵੀ ਕਰਨਾ ਹੋਵੇ ਕੋਈ ਬਸ ਉਹ ਸੋਚ ਚਾਹੀਦੀ ਆ। ਮਹਾਰਾਜਾ ਰਣਜੀਤ ਸਿੰਘ ਜੀ ਜੇ ਉਹ ਸੋਚ ਦੇ ਨਾਲ ਤੁਰੇ ਸੀਗੇ ਕਿ ਐਜੂਕੇਸ਼ਨ ਲੈਵਲ ਸਭ ਤੋਂ ਵੱਡੀ ਗੱਲ ਮੈਂ ਕਰਦਾ ਕਿ ਸਾਡੇ ਲੋਕ ਤਾਂ ਇੰਨਾ ਚਿਰ ਕਰਿਕੂਲਮ ਬਣਾਉਣ 'ਚ ਲਾ ਦਿੰਦੇ ਨੇ, ਜਿੰਨਾ ਚਿਰ 'ਚ ਉਹਨਾਂ ਨੇ ਲੋਕਾਂ ਨੂੰ ਪੜ੍ਹਾ ਕੇ ਵਿਦਵਾਨ ਵੀ ਤਿਆਰ ਕਰ ਦਿੱਤੇ। ਬਿਲਕੁਲ ਜੀ, 100% ਲਿਟਰੇਸੀ ਰੇਟ ਜਿਹੜਾ ਪੰਜਾਬ ਦਾ ਉਹਨਾਂ ਨੇ ਕਰਤਾ ਸੀਗਾ ਜੀ। ਔਰ ਇਹ ਕਰਨ 'ਚ ਉਹਨਾਂ ਨੂੰ 38 ਸਾਲ ਤਾਂ ਲੱਗੇ ਨਹੀਂ, ਉਹਨਾਂ ਨੇ ਜਿਹੜੇ ਸੀ 1810 ਦੇ ਨੇੜੇ-ਤੇੜੇ ਹੀ ਜਿਹੜੀ ਅੰਗਰੇਜ਼ਾਂ ਕਰ ਦੀ ਦਿੱਤਾ ਰਿਪੋਰਟ ਆਉਂਦੀ ਸੀ ਉਹਦੇ 'ਚ, ਉਦੋਂ ਹੀ ਉਹਨਾਂ ਨੇ ਦੇਖਿਆ ਵੀ ਪੰਜਾਬ ਦਾ ਲਿਟਰੇਸੀ ਰੇਟ 100% ਆ ਜੀ। ਦੇਖੋ 10 ਸਾਲ 10 ਸਾਲਾਂ ਲੱਗਣੇ, ਦੇ ਵਿੱਚ। 10 ਹੂੰ, ਸਾਲਾਂ ਦੇ ਵਿੱਚ ਉਹਨਾਂ ਨੇ ਜਿਹੜਾ ਸੀ ਉਹ ਜਿਹੜਾ ਵਿਜ਼ਨ ਸੀ, ਕਿਉਂਕਿ ਇਹ ਸੋਚੋ ਵੀ ਉਹ ਕਿੰਨੇ ਕੁ ਜ਼ਿਆਦਾ ਮੋਟੀਵੇਟਿਡ ਹੋਣਗੇ ਉਸ ਵੇਲੇ ਕਿ ਹੁਣੇ ਮੌਕਾ ਦਿੱਤਾ ਉਹਨਾਂ ਨੂੰ, ਸੰਗਤ ਨੇ ਮੌਕਾ ਹੂੰ, ਦਿੱਤਾ, ਗੁਰੂ ਸਾਹਿਬ ਨੇ ਉਹਨਾਂ ਨੂੰ ਮੌਕਾ ਬਖਸ਼ਿਆ, ਤਾਂ ਉਹਨਾਂ ਨੇ ਇਸ ਮੌਕੇ ਦਾ ਭਰਪੂਰ ਫਾਇਦਾ ਚੁੱਕਿਆ ਤੇ ਸਿੱਖਾਂ ਨੂੰ ਹਰ ਪੱਖੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਰਾਜਸੀ ਤੌਰ ਤੇ ਤਾਂ ਸਿੱਖਾਂ ਨੇ ਆਪਣਾ ਰਾਜ ਹੂੰ, ਲੈ ਲਿਆ ਸੀ। ਉਸ ਵੇਲੇ ਉਹਨਾਂ ਨੇ ਜਿਹੜਾ ਉਹਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਕਈ ਤਰ੍ਹਾਂ ਦੇ ਕਿੱਤੇ ਸ਼ੁਰੂ ਹੋਏ ਉਸ ਵੇਲੇ ਜਿਹੜੇ ਉੱਥੇ, ਤਾਂ ਉਹਨਾਂ ਬਿਲਕੁਲ। ਨੇ ਐਜੂਕੇਸ਼ਨ ਲੈਵਲ ਤੇ ਕਿੰਨਾ ਕੰਮ ਕੀਤਾ, ਸਕੂਲ ਬਣਾਏ ਉਹਨਾਂ ਨੇ। ਉਹਨਾਂ ਨੇ ਇਹ ਨਹੀਂ ਵੇਖਿਆ ਵੀ ਮੇਰੇ ਰਾਜ 'ਚ ਕਿਹੜਾ ਧਰਮ ਆ। ਉਹਨਾਂ ਨੇ ਅੱਛਾ ਇਹ ਵੀ ਹੂੰ, ਗੱਲ ਸਿੱਖਾਂ ਦੀ ਹੈਲਪ ਅ ਕਰਨ ਦੇ ਅ ਨਾਲ ਨਾਲ ਕੋਈ ਧਰਮ ਇਹ ਨਹੀਂ ਵੇਖਿਆ ਵੀ ਇਹ ਹਿੰਦੂ ਧਰਮ ਆ ਜਾਂ ਮੁਸਲਮਾਨ ਧਰਮ। ਉਹਨਾਂ ਨੇ ਹਰੇਕ ਧਰਮ ਦਾ, ਤਾਂ ਹੀ ਕਹਿੰਦੇ ਜੀ ਇੱਕ ਨਜ਼ਰ ਨਾਲ ਦੇਖਿਆ ਉਹਨਾਂ ਨੇ, ਇੱਕ ਅੱਖ ਨਾਲ ਨਹੀਂ ਦੇਖਿਆ। ਉਹੀ ਚੀਜ਼ ਆਪਾਂ ਦੇਖਦੇ ਕਿ ਇੱਕ ਅੱਖ ਨਾਲ ਦੇਖਿਆ ਮਗਰ ਜਦੋਂ ਤੁਸੀਂ ਇਹ ਦੇਖਦੇ ਆ ਕਿ ਉਸ ਸਮੇਂ ਸਿੱਖਾਂ ਦੀ ਪਾਪੂਲੇਸ਼ਨ ਕਿੰਨੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ? ਜੀ, 9%, 10%, ਹਾਂਜੀ, 15-20% ਹਿੰਦੂ ਸੀਗੇ, ਤਾਂ 80% ਜਾਂ 80 75 ਤੋਂ 80% ਮੁਸਲਿਮ ਪਾਪੂਲੇਸ਼ਨ ਸੀਗੀ। ਤਾਂ ਹੁਣ ਹਾਂਜੀ, ਆਪਾਂ ਕਹਿੰਦੇ ਕਿ ਅਗਰ ਬਰਾਬਰ ਵੀ ਦੇਖਣਾ ਤਾਂ ਉਹਦੇ ਵਿੱਚ ਵੀ ਦੂਜੀਆਂ ਮੈਜੋਰਟੀਆਂ ਨੇ। ਸਿੱਖ ਤਾਂ ਬਚੇ ਹੀ ਮਸੀਂ ਕਹਿੰਦੇ ਕਿ 9% 10%। ਅੱਜ ਸਿੱਖਾਂ ਦੀ ਪਾਪੂਲੇਸ਼ਨ ਪੰਜਾਬ ਦੇ ਵਿੱਚ 55% ਕਿਹਾ ਜਾਂਦਾ, 51 ਜਾਂ 52% ਕਿਹਾ ਜਾਂਦਾ ਹਾਂਜੀ, ਹਾਂਜੀ, ਔਰ ਉਹ ਹਾਂਜੀ। 'ਚ ਵੀ ਅਸੀਂ ਮਾਈਨੋਰਿਟੀ ਹਾਂ ਔਰ ਜਦੋਂ ਅਸੀਂ 9% ਸੀ ਅਸੀਂ ਰਾਜ ਕੀਤਾ ਔਰ ਰਾਜ ਵੀ ਬਿਲਕੁਲ ਐਸਾ ਜੀ। ਕੀਤਾ ਕਿ ਦੁਨੀਆ ਦੇਖਦੀ ਹੈ। ਰਾਜ ਦਾ ਵੀ ਤੁਸੀਂ ਦੇਖੋ, ਜੇ ਅੱਜ ਸਿੱਖ ਕਹਿੰਦੇ ਇੰਡੀਆ 'ਚ ਮਾਈਨੋਰਿਟੀ ਆ ਤਾਂ ਸਿੱਖਾਂ ਦੇ ਨਾਲ ਜੇ ਧੱਕਾ ਹੁੰਦਾ, ਪਰ ਉਸ ਵੇਲੇ ਵੀ ਤਾਂ ਸਿੱਖ ਜਿਹੜੇ ਕੀ ਕਹਿੰਦੇ ਮਾਈਨੋਰਿਟੀ ਸਨ, ਪਰ ਉਸ ਵੇਲੇ ਜਿਹੜੀ ਮੈਜੋਰਿਟੀ ਮੁਸਲਿਮ ਦੀ ਸੀਗੀ, ਉਹ ਕਿੰਨੇ ਖੁਸ਼ ਹੋਣਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿ ਆਪਾਂ ਨੂੰ ਸੁਣਨ 'ਚ ਨਹੀਂ ਆਉਂਦਾ ਕਿ ਕਿਸੇ ਨੇ ਕੋਈ ਬਗਾਵਤ ਕੀਤੀ ਹੋਵੇ ਉਹਨਾਂ ਦੇ ਰਾਜ ਦੇ ਵਿੱਚ, ਹੂੰ, ਕਿ ਅਸੀਂ ਕਿਉਂ ਨਾ ਆਪਣਾ ਜਿਹੜਾ ਪੁਰਾਣਾ ਮੁਗਲ ਰਾਜ ਸੀ ਉਹਨੂੰ ਵਾਪਸ ਲੈ ਆਈਏ। ਹੈਨਾ? ਕਿ ਹੂੰ, ਉਸ ਵੇਲੇ ਜੜ੍ਹਾਂ ਮਜ਼ਬੂਤ ਸਨ ਮੁਗਲ ਰਾਜ ਦੀਆਂ ਪਹਿਲਾਂ, ਮਹਾਰਾਜਾ ਰਣਜੀਤ ਹੂੰ, ਸਿੰਘ ਤੋਂ ਪਹਿਲਾਂ ਉਹ ਜੜ੍ਹਾਂ ਨੂੰ ਪੱਟਿਆ, ਪਰ ਪਾਪੂਲੇਸ਼ਨ ਤਾਂ ਸੇਮ ਸੀ। ਜਿਹੜੇ ਰਾਜ ਕਰਨ ਵਾਲੇ ਮੁਗਲ ਸੀ ਉਹ ਤਾਂ ਚਲੇ ਗਏ ਹੋਣਗੇ, ਪਰ ਜਿਹੜੀ ਜਨਰਲ ਮੁਸਲਿਮ ਪਾਪੂਲੇਸ਼ਨ ਸੀ ਉਹ ਤਾਂ ਉੱਥੇ ਹੀ ਸੀ। ਉਹਨਾਂ ਵਾਸਤੇ ਤੁਸੀਂ ਹੂੰ, ਦੇਖੋ ਤਗੜਾ ਚੇਂਜ ਆਇਆ, ਪਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਇੰਨੇ ਖੁਸ਼ ਕਿ ਕਿਸੇ ਬਗਾਵਤ ਦਾ ਜ਼ਿਕਰ ਨਹੀਂ ਮਿਲਦਾ, ਬਲਕਿ ਮਹਾਰਾਜਾ ਰਣਜੀਤ ਸਿੰਘ ਹੋਣਾ ਦੇ ਜਿਹੜੇ ਰਾਜ ਪ੍ਰਬੰਧ ਦੇ ਵਿੱਚ ਉਹਨਾਂ ਨੇ ਹਿੰਦੂ, ਮੁਸਲਿਮ, ਫਰਾਂਸੀਸੀ ਤੱਕ ਜਿਹੜੇ ਉਹਨਾਂ ਨੇ ਆਪਣੇ ਯੂਰੋਪੀਅਨ ਵੀ ਜਿਹੜੇ ਬੰਦੇ ਸੀਗੇ ਉਹਨਾਂ ਦੇ ਰਾਜ ਪ੍ਰਬੰਧ ਦੇ ਵਿੱਚ, ਤਾਂ ਉਹਨਾਂ ਨੇ ਹਰ ਇੱਕ ਨੂੰ ਜਿਹੜਾ ਬਿਲਕੁਲ। ਦਰਜਾ ਦਿੱਤਾ ਹੋਇਆ ਸੀ ਆਪਣੇ ਰਾਜ ਪ੍ਰਬੰਧ। ਤਾਂ ਇਹ ਆਪਾਂ ਨੂੰ ਦੇਖਣਾ ਚਾਹੀਦਾ ਕਿ ਉਹੋ ਜਿਹਾ ਜਿਹੜਾ ਰਾਜ ਹੈ, ਜੇ ਉਹਦੀ ਕਲਪਨਾ ਅੱਜ ਕੀਤੀ ਜਾਵੇ, ਜੇ ਅੱਜ ਸਿੱਖ ਇੱਕ ਰਾਜ ਦੀ ਕਲਪਨਾ ਕਰਦੇ ਤਾਂ ਕਿਤੋਂ ਨਾ ਕਿਤੋਂ ਉਹ ਰਾਜ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੱਲੋਂ ਸੇਧ ਲੈ ਕੇ ਦੇਖਿਆ ਜਾਂਦਾ ਕਿ ਉਹੋ ਜਿਹਾ ਰਾਜ ਜਿਹੜਾ ਬਣੇ। ਬਿਲਕੁਲ। ਹੂੰ। ਨਹੀਂ ਬਿਲਕੁਲ ਭਾਜੀ ਯੂਰਪ ਦੇ ਵਿੱਚ ਵੀ ਅੱਜ ਕਹਿੰਦੇ ਫਰਾਂਸ ਦੇ ਵਿੱਚ ਯਾਦ ਕੀਤਾ ਜਾਂਦਾ, ਉੱਥੇ ਅੱਜ ਵੀ ਉਹ ਪਰਿਵਾਰ ਹੈਗੇ ਨੇ, ਜਿਨ੍ਹਾਂ ਦੇ ਪਰਿਵਾਰਾਂ ਦੀ ਜਾਂ ਜਿਨ੍ਹਾਂ ਦੇ ਪੁਰਖਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੰਮ ਕੀਤਾ ਹੈ। ਮਾਈਗ੍ਰੇਸ਼ਨ ਕਾਫ਼ੀ ਹੋਈ ਸੀਗੀ, ਯੂਰਪ ਤੋਂ ਮਾਈਗ੍ਰੇਟ ਹੋ ਕੇ ਲੋਕ ਨੌਕਰੀ ਕਰਨ ਜਾਂਦੇ ਹੁੰਦੇ ਸੀ ਉਹਨਾਂ ਦੇ ਰਾਜ ਵਿੱਚ, ਜਿੰਨੀਆਂ ਹਾਂਜੀ, ਤਨਖਾਹਾਂ ਮਿਲਦੀਆਂ ਸੀ ਉਹਨਾਂ ਨੂੰ। ਤਾਂ ਅੱਜ ਅਸੀਂ ਇੱਥੇ ਹੋਈ ਵੀ ਉਲਟ ਅੱਜ ਉਲਟ ਚੱਲਿਆ ਹੋਇਆ ਆ ਕਿ ਵੀ ਭਾਜੀ ਮੈਂ ਉਹੀ ਜਿੱਦ ਕਰਦਾ ਕਿ ਅੱਜ ਦੇ ਹਿਸਾਬ ਦੇ ਨਾਲ ਕਿੰਨੀ ਫਾਈਨੈਂਸ਼ੀਅਲੀ ਕਿੰਨੀ ਸਟਰੈਂਥ ਸੀਗੀ। ਮਤਲਬ ਆਪਾਂ ਦੇਖੀਏ ਹਰ ਪਾਸਿਓਂ ਐਜੂਕੇਸ਼ਨ ਇਸੇ ਕਰਕੇ ਰਾਜ ਜਾਣਿਆ ਜਾਂਦਾ, ਇਕੱਲਾ ਤਾਕਤ ਡੰਡਾ ਦਾ ਰਾਜ ਨਹੀਂ ਜਾਣਿਆ ਜਾਂਦਾ ਕਿ ਮੁਗਲਾਂ ਦਾ ਰਾਜ ਜਾਣਿਆ ਜਾਂਦਾ ਡੰਡੇ ਦੇ ਲਈ। ਤਾਂ ਜਿਹੜਾ ਹਾਂਜੀ, ਸਿੱਖਾਂ ਦਾ ਰਾਜ ਜਾਣਿਆ ਜਾਂਦਾ ਉਹ ਸਾਰਿਆਂ ਨੂੰ ਇੱਕ ਰੱਖ ਕੇ ਐਜੂਕੇਸ਼ਨ ਨੇ ਕਿੰਨਾ ਹੈਲਥ ਤੇ ਕੀ ਕੁਛ ਹੋਇਆ ਉੱਥੇ, ਲੋਕਾਂ ਦੇ ਫਾਈਨੈਂਸ਼ੀਅਲੀ ਕੀ ਸਟੇਟਸ ਸੀਗਾ। ਇਹ ਸਾਰੀਆਂ ਚੀਜ਼ਾਂ ਨੇ ਉੱਪਰ ਗਈਆਂ, ਨਾ ਕਿ ਇਕੱਲੀਆਂ ਸਿੱਖਾਂ ਦੀਆਂ, ਬਾਕੀ ਸਾਰਿਆਂ ਦੀਆਂ ਬਰਾਬਰ। ਇਹ ਨਹੀਂ ਬਿਲਕੁਲ ਕਿ ਜੀ। ਉੱਥੇ ਉਹਨਾਂ ਨੇ ਸਿਰਫ ਸਾਰਾ 9% ਸਿੱਖਾਂ ਨੂੰ ਹੀ ਚੱਕ ਕੇ ਉੱਪਰ ਬਿਠਾਤਾ, ਜਦਕਿ ਉਹਨਾਂ ਦੇ ਤੁਸੀਂ ਕਦੀ ਦੇਖੋ ਨਾ ਕਿ ਪੜ੍ਹੋ ਤਾਂ ਤੁਹਾਨੂੰ ਪਤਾ ਲੱਗਦਾ ਉਹਨਾਂ ਦੇ ਆਲੇ-ਦੁਆਲੇ ਦੂਜੇ ਧਰਮਾਂ ਦੇ ਮੁਸਲਮਾਨ ਕਿੰਨੇ ਸੀਗੇ, ਬਾਹਰੋਂ ਆਏ ਜਿਹੜੇ ਗੋਰੇ ਫਰਾਂਸ ਦੇ ਲੋਕ ਕਿੰਨੇ ਸੀਗੇ, ਉਹਨਾਂ ਨੂੰ ਕਈ ਜ਼ਿੰਮੇਦਾਰੀਆਂ
ਵੱਡੀਆਂ ਅਹੁਦੇ ਦੀਆਂ ਦਿੱਤੀਆਂ ਹੋਈਆਂ ਸੀਗੀਆਂ। ਹਿੰਦੂ ਕਿੰਨੇ ਸੀਗੇ ਉਹਨਾਂ ਦੇ ਵਿੱਚ, ਸਿੱਖ ਸਾਰੀਆਂ ਜ਼ਿੰਮੇਦਾਰੀਆਂ ਤਾਂ ਨਹੀਂ ਸੀਗੇ। ਇਹ ਚੀਜ਼ ਸਾਨੂੰ ਅੱਜ ਸਿੱਖਣ ਦੀ ਲੋੜ ਹੈ। ਜੀ, ਬਿਲਕੁਲ। ਅੱਛਾ, ਮਹਾਰਾਜਾ ਰਣਜੀਤ ਸਿੰਘ ਹੋਣੀ ਇੱਕ ਮਹਾਰਾਜਾ ਹੋਣ ਦੇ ਨਾਤੇ ਦੇਖੋ ਤੁਸੀਂ ਕਿ ਉਸ ਵੇਲੇ ਜਿਹੜੇ ਸੀ ਅਕਾਲੀ ਫੂਲਾ ਸਿੰਘ ਹੋਣਾ ਦੀ ਜਥੇਬੰਦੀ ਉਹਨਾਂ ਦੇ ਨਾਲ ਸੀਗੀ। ਜਰਨੈਲ ਹਰੀ ਸਿੰਘ ਨਲਵੇ ਵਰਗੇ ਜਿਹੜੇ ਜਰਨੈਲ ਉਹਨਾਂ ਦੇ ਜਰਨੈਲ ਕੋਲ ਸੀਗੇ। ਤਾਂ ਕਿੰਨਾ ਇੱਕ ਕੋਆਰਡੀਨੇਸ਼ਨ ਦੇ ਨਾਲ ਚੱਲਦਾ ਹੋਊਗਾ। ਕਹਿ ਲਓ ਕਿ ਜਿਵੇਂ ਜੇ ਉਹਨੂੰ ਅੱਜ ਦੇ ਸੰਦਰਭ ਦੇ ਵਿੱਚ ਆਪਾਂ ਕੰਪੇਅਰ ਕਰੀਏ ਤਾਂ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਸਿੱਖਾਂ ਦੀਆਂ ਜਥੇਬੰਦੀਆਂ ਨੇ, ਹਰ ਜਥੇਬੰਦੀ ਇੱਕ ਸਪੈਸ਼ੈਲਿਟੀ ਲੈ ਕੇ ਆਉਂਦੀ ਹੈ ਆਪਣੀ, ਠੀਕ ਹੈ ਜੀ। ਤੇ ਉਹ ਜਿਹੜੀ ਸਪੈਸ਼ੈਲਿਟੀ ਹੈ ਆਪਾਂ ਉਹਨੂੰ ਵੇਖਣ ਦੀ ਬਜਾਏ ਆਪਾਂ ਡਿਫਰੈਂਸਿਸ ਦੇਖ ਲੈਂਦੇ ਹਾਂ। ਤਾਂ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਵੀ ਤਰ੍ਹਾਂ-ਤਰ੍ਹਾਂ ਦੇ ਜਿਹੜੇ ਸੀਗੇ ਸਿੱਖ ਜਿਹੜੇ ਅਲੱਗ-ਅਲੱਗ ਸਪੈਸ਼ੈਲਿਟੀ ਲੈ ਕੇ ਆਉਂਦੇ ਸੀਗੇ, ਹਨਾ। ਤੇ ਉਹ ਫਿਰ ਵੀ ਉਹ ਸਾਰੇ ਨਾਲ ਰਲ ਕੇ ਚੱਲਦੇ ਸੀ। ਤਾਂ ਕਿਤੇ ਨਾ ਕਿਤੇ ਜੇ ਮਹਾਰਾਜੇ ਦੀ ਗਲਤੀ ਹੁੰਦੀ ਸੀ ਤਾਂ ਮਹਾਰਾਜੇ ਨੂੰ ਵੀ ਸਜ਼ਾ ਲਾਈ ਜਾਂਦੀ ਸੀ। ਜਿਵੇਂ ਇਤਿਹਾਸ ਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਹੋਣਾ ਨੇ ਜਿਹੜੀ ਸਜ਼ਾ ਲਾਈ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਜਦੋਂ ਦਰਬਾਰ ਸਾਹਿਬ ਆਏ ਸੀ ਤਾਂ ਉਹਨੂੰ ਇਮਲੀ ਦੇ ਦਰਖਤ ਨਾਲ ਬੰਨ੍ਹ ਕੇ ਜਿਹੜਾ ਉਹ ਕੋੜੇ ਮਾਰਨ ਦੀ ਜਿਹੜੀ ਸਜ਼ਾ ਵੀ ਉਹ ਵੀ ਇਤਿਹਾਸ ਦੇ ਵਿੱਚ ਘਟਨਾ ਸਾਹਮਣੇ ਆਉਂਦੀ ਹੈ ਜੀ। ਕੀ ਅੱਜ ਆਪਣੇ ਕੋਲ ਕੋਈ ਹੈ ਇਹੋ ਜਿਹਾ ਜਥੇਦਾਰ ਜਿਹੜਾ ਸੰਗਤ ਦੇ ਅੱਗੇ ਇਸ ਤਰ੍ਹਾਂ ਸਿਰ ਨਿਵਾ ਕੇ ਸਜ਼ਾ ਪ੍ਰਵਾਨ ਕਰੇਗਾ? ਅੱਜ ਤਾਂ ਅਸੀਂ ਕੀ ਕਹਿੰਦੇ ਆ ਜੀ, ਆਪਣੇ ਹਿਸਾਬ ਨਾਲ ਅਰਥ ਵੀ ਕਰ ਲੈਂਦੇ ਹਾਂ ਗੁਰਬਾਣੀ ਦੇ, ਆਪਣੇ ਆਪ ਨੂੰ ਬਚਾਉਣ ਵਾਸਤੇ ਅਸੀਂ ਰਹਿਤ ਮਰਿਆਦਾ ਵੀ ਬਦਲ ਦਿੰਦੇ ਹਾਂ। ਤੇ ਜੇ ਅਸੀਂ ਵੀ ਆਪਣੇ ਇੱਕ ਵੱਡੇ ਅਹੁਦੇ ਵਾਲੇ ਬੰਦੇ ਨੂੰ ਬਚਾਉਣਾ ਤਾਂ ਉਹਦੇ ਹਿਸਾਬ ਨਾਲ ਅਸੀਂ ਢੁਕਵਾਂ ਜਿਹਾ ਇਤਿਹਾਸ ਵੀ ਲਿਆ ਕੇ ਅੱਗੇ ਰੱਖ ਦਿੰਦੇ ਹਾਂ। ਢੁਕਵਾਂ ਜਿਹਾ ਇਤਿਹਾਸ ਵੀ ਸਾਹਮਣੇ ਰੱਖ ਦਿੰਦੇ। ਹਾਂਜੀ, ਨਹੀਂ, ਬੜਾ ਕੁਛ ਹੈ ਜੀ। ਅਸੀਂ ਬਹੁਤ ਕੁਛ ਅੱਜ ਦੇ ਸਮੇਂ ਦੇ ਵਿੱਚ ਇਹਨੂੰ ਕਨੈਕਟ ਕਰ ਸਕਦੇ ਹਾਂ ਕਿ ਅਸੀਂ ਕਿੱਥੋਂ ਆਏ ਹਾਂ। ਸਾਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੈ ਜੀ, ਔਰ ਇਹਨੂੰ ਬਾਰ-ਬਾਰ ਯਾਦ ਰੱਖਣਾ ਬੜਾ ਜ਼ਰੂਰੀ ਹੈ। ਤੇ ਇਹ ਸੀਗਾ ਜੀ ਸਾਡਾ ਖਾਸ ਪ੍ਰੋਗਰਾਮ ਅੱਜ ਦਾ, ਸਿੱਖਾਂ ਦੀ ਦੀਵਾਲੀ। ਇਹ ਹੈ ਸਿੱਖਾਂ ਦੀ ਦੀਵਾਲੀ ਜੀ। ਸਿੱਖ ਤੇ ਦੀਵਾਲੀ ਦਾ ਕੀ ਰਿਸ਼ਤਾ ਆ? ਇਹ ਰਿਸ਼ਤਾ ਆ ਜਿਹੜਾ ਸਿੱਖ ਦਾ ਦੀਵਾਲੀ ਦਾ ਆ, ਕਿ ਜਿਹਦੇ ਬਾਰੇ ਅਸੀਂ ਅੱਜ ਤੁਹਾਡੇ ਸਾਹਮਣੇ ਚਰਚਾ ਕਰ ਰਹੇ ਸੀਗੇ। ਬੜਾ ਜ਼ਰੂਰੀ ਸੀਗਾ ਇਹ ਰਿਸ਼ਤੇ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ। ਤਾਂ ਅਖੀਰ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜਾ ਅਸੀਂ ਇੱਕ ਰੂਪ ਅੱਜ ਯਾਦ ਰੱਖਦੇ, ਬੰਦੀ ਛੋੜ ਦਿਵਸ। ਭਾਜੀ ਹੁਣ ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਅਪਡੇਟ ਕਰੀਏ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਬੰਦੀ ਛੋੜ ਦਿਵਸ ਦੀਆਂ ਤਰੀਕਾਂ ਸ਼ਾਇਦ ਥੋੜ੍ਹੀਆਂ ਵੱਖਰੀਆਂ ਸੀਗੀਆਂ, ਮਗਰ ਇਹ ਜੁੜਿਆ ਕਿੱਦਾਂ ਇਹ ਦੀਵਾਲੀ ਦੇ ਨਾਲ? ਜੇ ਆਪਾਂ ਬਰੀਫ ਜਿਹਾ ਇਹਦੇ ਉੱਤੇ ਆਪਾਂ ਕਰ ਸਕੀਏ ਤਾਂ ਕਿ ਫਿਰ ਆਉਣ ਵਾਲੇ ਅੱਗੇ ਫਿਊਚਰ ਵਿੱਚ ਆਪਾਂ ਹੋਰ ਵੀ ਇਹਦੇ ਬਾਰੇ ਗੱਲ ਕਰਾਂਗੇ। ਬਹੁਤ ਸਾਰੇ ਟੌਪਿਕ ਨੇ ਜਿਨ੍ਹਾਂ ਨੂੰ ਆਪਾਂ ਲੈ ਕੇ ਆਵਾਂਗੇ। ਜੀ ਭਾਈ ਸਾਹਿਬ, ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਉਹਨਾਂ ਨੂੰ ਜਿਹੜਾ ਕੈਦ ਕੀਤਾ ਜਾਂਦਾ ਆ, ਤਾਂ ਉਸ ਵੇਲੇ ਸਿੱਖ ਜਿਹੜੇ ਸੀ ਕਿਉਂਕਿ ਗੁਰੂ ਸਾਹਿਬ ਨੂੰ ਮਿਲ ਨਹੀਂ ਸਕਦੇ ਸਨ, ਤਾਂ ਉਹ ਜਿਹੜੇ ਉਹਨਾਂ ਦੇ ਦਰਸ਼ਨਾਂ ਦੀ ਤਾਂਘ ਰੱਖਣ ਵਾਲੇ ਸਿੱਖ ਸਨ, ਉਹ ਦੇਖੋ ਉੱਥੋਂ ਦੀ ਜਿਹੜੀ ਆਪਣੀ ਪ੍ਰਥਾ ਚੱਲੀ ਅੱਜ ਦਰਬਾਰ ਸਾਹਿਬ ਅਜੇ ਵੀ ਫੋਲੋ ਹੁੰਦੀ ਹੈ ਜੀ। ਉਹ ਜਿਹੜਾ ਪ੍ਰਥਾ ਚੱਲੀ ਹੈ ਕਿ ਸਿੱਖ ਜਿਹੜੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਜਥੇ ਬਣਾ ਕੇ ਜਾਂਦੇ ਸਨ, ਤਾਂ ਕਿਲ੍ਹੇ ਦੇ ਬਾਹਰ ਜਿਹੜਾ ਉਹ ਕੀਰਤਨ ਕਰਦੇ ਗਵਾਲੀਅਰ ਦੇ ਕਿਲ੍ਹੇ ਦੇ ਬਾਹਰ, ਹਾਂਜੀ, ਉੱਥੇ ਜਾ ਕੇ ਜੀ ਉਹ ਫਿਰ ਉੱਥੇ ਪਰਿਕਰਮਾ ਕਰਕੇ ਤੇ ਉੱਥੇ ਬਾਹਰੋਂ ਹੀ ਮੱਥਾ ਟੇਕ ਕੇ ਗੁਰੂ ਮਹਾਰਾਜ ਨੂੰ ਤੇ ਉਹ ਵਾਪਸ ਆ ਜਾਂਦੇ ਸੀ। ਤਾਂ ਉਹੀ ਪ੍ਰਥਾ ਜਿਹੜੀ ਹੈ ਇੱਕ ਸੰਕੇਤਕ ਤੌਰ ਤੇ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਚੌਂਕੀਆਂ ਦੇ ਰੂਪ ਦੇ ਵਿੱਚ ਚੱਲ ਰਹੀ ਹੈ ਜੀ। ਉਹ ਦਰਬਾਰ ਪਰਿਕਰਮਾ ਕਰਦੇ ਨੇ, ਫਿਰ ਉੱਥੇ ਡਿਉੜੀ ਕਿਵਾੜ ਤੇ ਖਲੋ ਕੇ ਅਰਦਾਸ ਕਰਦੇ ਨੇ ਜੀ। ਤਾਂ ਉਹ ਜਿਹੜੀ ਉਹਨਾਂ ਦੀ ਸੰਗਤਾਂ ਦੀ ਬੇਬਲਤਾ ਜਿਹੜੀ ਸੀਗੀ, ਦਰਸ਼ਨਾਂ ਦੀ ਤਾਂਘ ਉਸ ਵੇਲੇ ਨਜ਼ਰ ਆਉਂਦੀ ਸੀ ਕਿ ਸੰਗਤ ਕਿੰਨੇ ਦਰਸ਼ਨ ਕਰਨ ਨੂੰ ਬੇਬਲ ਸੀ। ਉੱਥੇ ਤੱਕ ਜਾ ਕੇ ਜਿਹੜਾ ਗੁਰੂ ਮਹਾਰਾਜ ਦੇ ਕੀਰਤਨ ਕਰਕੇ ਤੇ ਉੱਥੋਂ ਵਾਪਸ ਆ ਜਾਂਦੇ ਸਨ। ਤਾਂ ਜਦੋਂ ਗੁਰੂ ਸਾਹਿਬ ਕੀ ਕਹਿੰਦੇ ਆ ਕਿਲ੍ਹੇ ਦੇ ਵਿੱਚੋਂ ਬਾਹਰ ਆਉਂਦੇ ਨੇ ਤਾਂ ਆਪਣੇ ਨਾਲ ਉਹ 52 ਰਾਜੇ ਵੀ ਲੈ ਕੇ ਆਉਂਦੇ ਨੇ। ਅੱਛਾ, ਇਹ 52 ਰਾਜੇ ਉਹੀ ਬਾਅਦ ਚ ਪਹਾੜੀ ਰਾਜੇ ਬਣਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਨ੍ਹਾਂ ਦੀਆਂ ਜੰਗਾਂ ਹੁੰਦੀਆਂ ਨੇ। ਇਤਿਹਾਸ ਕਿਵੇਂ ਜੁੜਿਆ ਹੈ? ਤਾਂ ਉਹ ਜਿਹੜੇ 52 ਰਾਜੇ ਸਨ, ਉਹਨਾਂ ਗੁਰੂ ਸਾਹਿਬ ਨੂੰ ਜਦੋਂ ਕੀ ਕਹਿੰਦੇ ਆ ਰਿਹਾ ਕੀਤਾ ਜਾਂਦਾ ਹੈ, ਤਾਂ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਰਿਹਾ ਕਰ ਰਹੇ। ਗੁਰੂ ਸਾਹਿਬ ਕਹਿੰਦੇ ਮੈਂ ਜਾਣਾ ਤਾਂ ਜੇ ਇਹ 52 ਮੇਰੇ ਨਾਲ ਜਾਣਗੇ। ਤਾਂ ਉੱਥੇ ਵੀ ਦੇਖੋ ਗੁਰੂ ਸਾਹਿਬ ਨੇ ਕਿਹੜਾ ਕੌਤਕ ਵਰਤਾਇਆ, ਤੇ ਉਹਨਾਂ ਨੇ ਕਿਹਾ ਕਿ ਇਹ ਅੱਛਾ ਜਾ ਸਕਦੇ ਨੇ ਤੁਹਾਡੇ ਨਾਲ ਜਿਹੜਾ ਤੁਸੀਂ ਉਹਨਾਂ ਤੁਹਾਡੇ ਜਿਹੜਾ ਚੋਲੇ ਦੀਆਂ ਕਲੀਆਂ ਨੂੰ ਫੜ ਕੇ ਕਲੀਆਂ ਲੱਗੀਆਂ ਚਲਾ ਜਾਏਗਾ। ਤਾਂ ਉਹਨਾਂ ਵਾਸਤੇ 52 ਕਲੀਆਂ ਦਾ ਜਿਹੜਾ ਚੋਲਾ ਤਿਆਰ ਕੀਤਾ ਗਿਆ। ਤਾਂ ਉਹ 52 ਕਲੀਆਂ ਨੂੰ ਫੜ ਕੇ ਜਿਹੜੇ 52 ਦੇ 52 ਰਾਜੇ ਜਿਹੜੇ ਸੀ ਉਹ ਵੀ ਬਾਹਰ ਆ ਗਏ ਨਾਲ। ਤਾਂ ਅੱਜ ਮੇਰੇ ਮਨ ਚੋਂ ਸ਼ਬਦ ਆਉਂਦਾ ਹੁੰਦਾ, ਹੱਬੇ ਸਾਕ ਕੁੜਾਵੇ ਡਿੱਠੇ ਤਾਂ ਉਹ ਪੱਲੇ ਤੇ ਡੈ ਲੱਗੀ, ਕਿ ਉਹ ਪੱਲੇ ਲੱਗ ਗਏ ਗੁਰੂ ਸਾਹਿਬ ਦਾ। ਗੁਰੂ ਸਾਹਿਬ ਉਹਨਾਂ ਨੂੰ ਜਿਹੜਾ ਅੱਜ ਆਪਾਂ ਇਹਨੂੰ ਇਸ ਤਰ੍ਹਾਂ ਰਿਲੇਸ਼ਨ ਨਾਲ ਜੋੜੇ, ਗੁਰੂ ਸਾਹਿਬ ਸਾਨੂੰ ਵੀ ਪੱਲੇ ਨਾਲ ਜੋੜ ਲਓ ਤੇ ਸਾਡਾ ਵੀ ਪਾਰ ਉਤਾਰਾ ਜਿਹੜਾ ਇਸ ਭਵ ਸਾਗਰ ਤੋਂ ਕਰੋ। ਤਾਂ ਜਦੋਂ ਗੁਰੂ ਸਾਹਿਬ ਉੱਥੋਂ ਤੁਰਦੇ ਨੇ ਜੀ ਗਵਾਲੀਅਰ ਤੋਂ, ਤਾਂ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਅੰਮ੍ਰਿਤਸਰ ਆਉਣ ਦੇ ਵਿੱਚ ਤਕਰੀਬਨ 6 ਮਹੀਨੇ ਲੱਗ ਜਾਂਦੇ ਨੇ। ਮੇਰਾ ਖਿਆਲ ਹੈ ਫਰਵਰੀ ਦੇ ਵਿੱਚ ਜਿਹੜਾ ਉੱਥੋਂ ਗਵਾਲੀਅਰ ਤੋਂ ਤੁਰਦੇ ਨੇ, ਤਾਂ ਜਿਵੇਂ ਰਾਜ ਸੰਗਤਾਂ ਨੂੰ ਪਤਾ ਲੱਗਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਕਿਲ੍ਹੇ ਚੋਂ ਰਿਹਾ ਹੋ ਕੇ ਆ ਰਹੇ ਨੇ, ਸੰਗਤਾਂ ਉੱਥੇ ਇਕੱਠੀਆਂ ਹੋ ਕੇ ਉਹਨਾਂ ਦਾ ਸਵਾਗਤ ਕਰਦੀਆਂ। ਹਰ ਸ਼ਹਿਰ ਦੇ ਵਿੱਚ ਰਸਤੇ 'ਚ ਰੁਕ ਕੇ ਆਉਂਦੇ ਨੇ, ਤਾਂ ਹੀ ਜਿਹੜਾ 6 ਮਹੀਨੇ ਲੱਗ ਜਾਂਦੇ ਇਹਨਾਂ ਨੂੰ, ਤਕਰੀਬਨ 5-6 ਮਹੀਨੇ ਦਾ ਟਾਈਮ ਲੱਗਦਾ ਜੀ ਉੱਥੇ ਪਹੁੰਚਣ। ਅਗਸਤ ਵਿੱਚ ਮੇਰਾ ਖਿਆਲ ਹੈ ਜੀ ਜਦੋਂ ਉੱਥੇ
ਪਹੁੰਚਦੇ ਨੇ ਤਾਂ ਇੰਨੇ ਚਿਰ 'ਚ ਇੰਨੀ ਕੁ ਸੰਗਤ ਦਾ ਉੱਥੇ ਇਕੱਠ ਹੋ ਜਾਂਦਾ, ਕਿਉਂਕਿ ਹਰ ਸ਼ਹਿਰ ਤੋਂ ਜਿੱਥੋਂ ਗੁਰੂ ਸਾਹਿਬ ਗੁਜ਼ਰੇ ਸੰਗਤ ਨੇ ਉੱਥੇ ਦਾ ਸਵਾਗਤ ਕੀਤਾ, ਪਰ ਨਾਲ ਕਾਫੀ ਜਿਹੜੀ ਸੰਗਤ ਸੀ ਨਾਲ ਹੀ ਗੁਰੂ ਸਾਹਿਬ ਦੇ ਜਿਹੜਾ ਨਾਲ ਉਹਨਾਂ ਦੇ ਨਾਲ ਔਲਾਦ ਯਾਤਰਾ ਨਾਲ ਉਹਨਾਂ ਨੇ ਸ਼ੁਰੂ ਕਰ ਦਿੱਤੀ। ਤੇ ਜਦੋਂ ਅੰਮ੍ਰਿਤਸਰ ਪਹੁੰਚਦੇ ਨੇ ਤਾਂ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਸੰਗਤ ਪਹੁੰਚਦੀ ਹੈ ਉੱਥੇ। ਤਾਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਸੰਗਤ ਸੀ ਉਹਨਾਂ ਨੂੰ ਕਾਫੀ ਚਿਰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਉੱਥੋਂ ਮਹਾਰਾਜ ਆ ਰਹੇ ਨੇ, ਤਾਂ ਉਹਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜੀ। ਜਿਹੜਾ ਇੱਕ ਖੁਸ਼ੀ ਦਾ ਮਾਹੌਲ ਪੂਰੇ ਸ਼ਹਿਰ ਦੇ ਵਿੱਚ ਫੈਲ ਗਿਆ ਸੀ, ਤਾਂ ਇੱਕ ਖੁਸ਼ੀ ਜ਼ਾਹਰ ਕੀਤੀ ਉਹਨਾਂ ਨੇ ਉੱਥੇ ਦੀਪਮਾਲਾ ਕਰਕੇ, ਸਾਰੇ ਪਾਸੇ ਦੀਵੇ ਜਗਾ ਕੇ, ਕਿ ਜਿਹਨੂੰ ਆਪਾਂ ਇੱਕ ਸੰਕੇਤਕ ਰੂਪ 'ਚ ਕਹਿ ਸਕਦੇ ਕਿ ਹਾਂ ਵੀ ਜਿਹੜਾ ਗੁਰੂ ਸਾਹਿਬ ਦੇ ਜਾਣ ਨਾਲ ਸਾਡੇ ਮਨਾਂ 'ਚ ਹਨੇਰਾ ਪੈ ਗਿਆ ਸੀ, ਉਹ ਗੁਰੂ ਸਾਹਿਬ ਆਏ ਆ ਤੇ ਜਦੋਂ ਦੀਵਾ ਜਗਦਾ ਸਾਰੇ ਪਾਸੇ ਚਾਨਣ ਹੋ ਜਾਂਦਾ, ਤਾਂ ਉਹ ਤਾਂ ਸੂਰਜ ਨਾਲੋਂ ਵੀ ਵੱਧ ਚਾਨਣ ਦੇਣ ਵਾਲੇ ਜਿਹੜੇ ਗੁਰੂ ਆ ਗਏ, ਤਾਂ ਉਹਨਾਂ ਦੇ ਸਵਾਗਤ ਵਾਸਤੇ ਉਹਨਾਂ ਨੇ ਇੱਕ ਆਪਣੇ ਵੱਲੋਂ ਜਿਹੜਾ ਹੀਆ ਕੀਤਾ, ਉਹਨਾਂ ਨੇ ਦੀਵੇ ਵਾਲੇ ਦੁਨਿਆਵੀ ਦੀਵੇ ਜਿਹੜੇ ਜਗਾ ਕੇ ਉਹਨਾਂ ਨੇ। ਹਾਂਜੀ, ਉਹੀ ਜੀ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਵਿੱਚ, ਪਰ ਜਿਹੜੀ ਗੁਰੂ ਦੀ ਸਿੱਖਿਆ ਨਾ ਮਨ ਦਾ ਦੀਵਾ ਵੀ ਜਗਾਉਣਾ ਚਾਹੀਦਾ। ਜੇ ਤੁਸੀਂ ਦੀਵਾ ਬਾਲ ਹੀ ਰਹੇ ਹੋ ਥੱਲੇ ਅੱਜ ਬਹਿ ਕੇ, ਤਾਂ ਤੁਸੀਂ ਇਹ ਜ਼ਰੂਰ ਯਾਦ ਰੱਖੋ ਕਿ ਮੈਂ ਗੁਰੂ ਦੀ ਜਿਹੜੀ ਸਿੱਖਿਆ ਨਾ ਮੇਰੇ ਮਨ ਦਾ ਵੀ ਦੀਵਾ ਜਗੇ, ਕੱਲਾ ਮੈਂ ਆਹ ਜਗਾ ਕੇ ਮੈਂ ਕੰਮ ਨਾ ਸਾਰ ਲਾਂ, ਕਿ ਕੱਲਾ ਮੈਂ ਇਹਨੂੰ ਇੱਕ ਦਿਖਾਵੇ ਦੇ ਰੂਪ 'ਚ ਨਾ ਲੈ ਲਾਂ। ਬਸ ਉਹੀ ਸ਼ਬਦ ਹੈ ਜੀ, ਦੀਵਾਲੀ ਕੀ ਰਾਤ ਦੀਵੇ ਵਾਲੀ, ਜਿਹਨੂੰ ਅੱਜ ਅਸੀਂ ਮੇਨ ਮੈਂ ਕਹਿੰਦਾ ਹੈਡਲਾਈਨ ਜਿਹੜਾ ਦੀਵਾਲੀ ਦੀ ਬਣ ਚੁੱਕੀ ਹੈ। ਤਾਂ ਉਹਦਾ ਅਰਥ ਇਹੀ ਹੈ ਜੀ, ਉਹਦਾ ਦੀਵਾਲੀ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਬਟ ਉਹ ਗੁਰੂ ਸਾਹਿਬ ਨੇ ਜੋ ਸਾਨੂੰ ਸੇਧ ਦਿੱਤੀ ਹੈ। ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ, ਕਿ ਤੁਸੀਂ ਅੱਜ ਬੜੇ ਸ਼ਾਰਟ ਟਰਮ ਦੇ ਵਿੱਚ ਆਪਣੀ ਗੱਲ ਹੋਈ ਕੱਲ ਕਿ ਆਪਾਂ ਪ੍ਰੋਗਰਾਮ ਕਰਨਾ ਹੈ, ਤਾਂ ਬੜੇ ਸ਼ਾਰਟ ਟਰਮ ਦੇ ਵਿੱਚ ਆਪਾਂ ਇਹਦੀ ਤਿਆਰੀ ਕਰਕੇ ਆਏ ਹਾਂ। ਥੈਂਕ ਯੂ ਤੁਹਾਡਾ ਬਹੁਤ, ਕਿ ਇਹ ਜ਼ਰੂਰੀ ਹੈ ਭਾਜੀ ਇਤਿਹਾਸ ਸਾਡੇ ਸਾਹਮਣੇ ਰੱਖਣਾ, ਕਿ ਜਿਵੇਂ ਆਪਾਂ ਪਹਿਲਾਂ ਵੀ ਚਰਚਾ ਕਰਦੇ ਸੀ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡੀਆਂ ਕਨਵਰਸੇਸ਼ਨ 'ਚੋਂ ਨਿਕਲ ਚੁੱਕੀਆਂ ਨੇ, ਕਿਉਂਕਿ ਅੱਜ ਤੁਸੀਂ ਗੂਗਲ ਵੀ ਕਰਦੇ ਹੋ ਨਾ, ਦੀਵਾਲੀ ਕੁਝ ਹੋਰ ਆਉਂਦੀ ਹੈ। ਸਿੱਖਾਂ ਦੀ ਜਿਹੜੀ ਦੀਵਾਲੀ ਜਿਹੜੀ ਅਸੀਂ ਅੱਜ ਚਰਚਾ ਕੀਤੀ ਹੈ, ਕਿ ਸਿੱਖਾਂ ਦੀ ਦੀਵਾਲੀ ਸੀਗੀ ਇਕੱਠੇ ਹੋਣਾ, ਉਹਨਾਂ ਦੇ ਆਪਸੀ ਮੇਲ, ਉਹਨਾਂ ਦੇ ਮਨਾਂ ਦੇ ਮੇਲ, ਉਹਨਾਂ ਨੇ ਬੈਠ ਕੇ ਚਰਚਾ ਕਰਨੀ, ਉਹ ਸੀਗੀ ਸਾਡੀ ਦੀਵਾਲੀ। ਕਿ ਦੀਵਾਲੀ ਵਾਲਾ ਦਿਨ ਹੁੰਦਾ ਸੀਗਾ ਜਦੋਂ ਅਸੀਂ ਇਕੱਠੇ ਹੁੰਦੇ ਸੀਗੇ ਸਾਰੇ, ਅਸੀਂ ਆਪਣੇ ਪੰਥਕ ਧਾਰਮਿਕ ਹਰ ਮੁੱਦੇ ਦੇ ਉੱਤੇ ਅਸੀਂ ਚਰਚਾ ਕਰਦੇ ਸੀਗੇ, ਰਾਜਨੀਤਿਕ ਤੌਰ ਦੇ ਉੱਤੇ, ਤੇ ਆਪਣੀ ਆਉਣ ਵਾਲੀ ਫਿਊਚਰ ਸਟ੍ਰੈਟਜੀਜ਼ ਜਿਹੜੀਆਂ ਬਣਾਉਂਦੇ ਸੀਗੇ, ਜਿਨ੍ਹਾਂ ਦਾ ਨਤੀਜਾ ਅਸੀਂ ਹੁਣੀ ਡਿਸਕਸ ਕੀਤਾ ਕਿ ਇਤਿਹਾਸ ਵਿੱਚ ਜੋ 1961 1761 1762 ਜਾਂ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਆ, ਇਹ ਸਾਰਾ ਉਹਨਾਂ ਹੀ ਚਰਚਾਵਾਂ ਦੇ ਵਿੱਚੋਂ ਨਿਕਲਿਆ ਜੀ। ਇਹਦੇ ਨਾਲ ਹੀ ਇਹੀ ਸੰਗਤ ਨੂੰ ਬੇਨਤੀ ਹੈ ਜੀ ਕਿ ਇਸ ਜਿਹੜਾ ਦੀਵਾਲੀ ਦਾ ਜਿਹੜਾ ਫੈਸਟੀਵਲ ਕਲਚਰਲ ਉੱਥੇ ਮਨਾਇਆ ਜਾਂਦਾ ਸੀ, ਤੇ ਆਪਣੇ ਧਰਮ ਦੇ ਨਾਲ ਜਿਹੜਾ ਉਹਦਾ ਰਿਲੇਸ਼ਨ ਬਣਿਆ ਆ ਓਵਰ ਦਾ ਈਅਰਸ, ਤੁਸੀਂ ਇਹ ਵੀ ਦੇਖੋ ਕਿ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਨੇ ਵਿਸਾਖੀ ਵੀ ਚੁਣੀ ਸੀ। ਵਿਸਾਖੀ ਦਾ ਦਿਨ ਵੀ ਤਾਂ ਉਹ ਪਹਿਲਾਂ ਤੋਂ ਹੀ ਇੱਕ ਤਿਉਹਾਰ ਚੱਲਦਾ ਹੁੰਦਾ ਸੀਗਾ, ਵਾਢੀਆਂ ਦੇ ਜਿਹੜੇ ਸੀਜ਼ਨ ਸੀਗੇ ਚੱਲਦੇ ਆਉਂਦੇ ਸੀ, ਪਰ ਗੁਰੂ ਸਾਹਿਬ ਨੇ ਉਸ ਨੂੰ ਚੁਣ ਕੇ ਉਹਨੂੰ ਅੱਜ ਇੰਨਾ ਇੰਪੋਰਟੈਂਟ ਬਣਾਤਾ ਕਿ ਖਾਲਸੇ ਦੀ ਸਾਜਨਾ ਦਿਵਸ, ਤੇ ਉਹਦੇ ਨਾਲ ਦੇਖੋ ਉਦੋਂ ਇਤਿਹਾਸ ਬਣਿਆ 1699 ਚ, ਉਸੇ ਇਤਿਹਾਸ ਦੇ ਚੱਲਦਿਆਂ 1978 ਦਾ ਇਤਿਹਾਸ ਵੀ ਬਣ ਗਿਆ, ਉਹ ਵੀ ਵਿਸਾਖੀ ਨਾਲ ਸੰਬੰਧਿਤ, ਕਿਉਂਕਿ ਉੱਥੇ 13 ਸਿੰਘ ਅੰਮ੍ਰਿਤ ਲਈ ਨਿਰੰਕਾਰੀਆਂ ਨਾਲ ਜੂਝਦੇ ਹੋਏ ਸ਼ਹੀਦ ਹੋਏ, ਜਿਹੜੀ ਗੁਰੂ ਘਰ ਦੀ ਆਨ ਬਾਨ ਤੇ ਸ਼ਾਨ ਵਾਸਤੇ, ਤਾਂ ਉਹ ਇਤਿਹਾਸ ਵੀ ਸਾਡੇ ਨਾਲ ਅੱਜ ਜੁੜ ਗਿਆ। ਇਸੇ ਤਰ੍ਹਾਂ ਓਵਰ ਦਾ ਈਅਰਸ ਜੇ ਕੋਈ ਇੱਕ ਦਿਨ ਏਦਾਂ ਦਾ ਹੈਗਾ ਆ, ਤਾਂ ਉਹਦੇ ਨਾਲ ਆਪਣਾ ਇਤਿਹਾਸ ਜੁੜਦਾ ਜਾਂਦਾ ਹੈ। ਸੰਗਤ ਨੂੰ ਬੇਨਤੀ ਹੈ ਮੇਰੇ ਵੱਲੋਂ ਇੱਕ ਹੱਥ ਜੋੜ ਕੇ, ਕਿ ਤੁਸੀਂ ਵੀ ਇਹ ਪਲੀਜ਼ ਜਿਹੜੀ ਜਥੇਬੰਦਕ ਮਨ ਮੁਟਾਵ ਹੁੰਦੇ ਕਈ ਵਾਰੀ, ਕਿ ਬਈ ਮੈਂ ਇਹਨਾਂ ਦਾ ਹੋਰ ਹਿਸਾਬ ਆ ਜਾਂ ਉਹਨਾਂ ਦਾ ਹੋਰ ਹਿਸਾਬ ਆ, ਇਹਨੂੰ ਤੁਸੀਂ ਪੋਜ਼ਿਟਿਵ ਲੈ ਕੇ ਆਪਾਂ ਨੂੰ ਸੋਚਣਾ ਚਾਹੀਦਾ ਕਿ ਹਰ ਜਥੇਬੰਦੀ ਆਪਣੇ ਨਾਲ ਪੋਜ਼ਿਟਿਵ ਕੀ ਲੈ ਕੇ ਆ ਰਹੀ ਹੈ, ਤਾਂ ਉਹਦੇ ਨਾਲ ਆਪਾਂ ਜਿਹੜੇ ਆਪਣੇ ਮਨ ਮੁਟਾਵ ਮਿਟਾ ਕੇ, ਕੀ ਕਹਿੰਦੇ ਆ ਜੀ, ਸਾਂਝ ਕਰੀਜਾ ਗੁਨਾਹ ਕੇਰੀ ਛੋੜ ਅਵਗਣ ਚੱਲੀ ਹੈ, ਤੇ ਜਿਹੜੇ ਗੁਨਾਹ ਦੀ ਸਾਂਝ ਪਾਈ ਜਾਵੇ ਜੀ। ਹਾਂਜੀ ਵੀਰ ਜੀ, ਉਹਦੇ ਨਾਲ ਹੀ ਤੁਹਾਡਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਅਖੀਰ 'ਚ ਮੈਂ ਇਹੀ ਕਹਾਂਗਾ ਕਿ ਜਿਹੜੀ ਅੱਜ ਕੱਲ੍ਹ ਭਾਰਤ ਮੁਲਕ ਵਿੱਚ ਵੀ ਤਾਂ ਸਾਡੇ ਪੰਥ ਵਿੱਚ ਇੱਕ ਦੀ ਗੱਲ ਚੱਲ ਪਈ ਹੈ, ਕਿ ਇੱਕ ਸੰਵਿਧਾਨ, ਇੱਕ ਪੰਥ, ਇੱਕ ਮਰਿਆਦਾ, ਸਾਰੀ ਚੀਜ਼ਾਂ ਨੂੰ ਇੱਕ ਕਰਨ ਦੀ ਗੱਲ ਚੱਲ ਪਈ ਆ। ਇਹ ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ ਤਾਂ ਫਿਰ ਸਾਨੂੰ ਜਾਣੂ ਹੁੰਦਾ ਕਿ ਇੱਥੇ ਸਿਰਫ ਇੱਕ ਹੋਰ ਦੀ ਇੱਕ ਦੀ ਗੱਲ ਹੈ, ਉਹ ਇੱਕ ਓਂਕਾਰ ਹੈ। ਹੋਰ ਜਿਹੜੀ ਅਖੀ ਮਰਿਆਦਾ ਜਾਂ ਹੋਰ ਚੀਜ਼ਾਂ ਨੇ ਉਹ ਇੱਕ ਹਰੇਮਾ ਹਮੇਸ਼ਾ ਵੱਖਰੀਆਂ ਰਹੀਆਂ ਨੇ। ਤਾਂ ਉਹਦੇ ਬਾਰੇ ਵੀ ਅਸੀਂ ਚਰਚਾ ਜਿਹੜੀਆਂ ਆਉਣ ਵਾਲੇ ਪ੍ਰੋਗਰਾਮਾਂ 'ਚ ਕਰਾਂਗੇ। ਜਿਵੇਂ ਭਾਜੀ ਨੇ ਕਿਹਾ ਕਿ ਸਾਨੂੰ ਹਰੇਕ ਦੇ ਗੁਣ ਲੈਣੇ ਚਾਹੀਦੇ ਆ, ਹਰੇਕ ਜਥੇਬੰਦੀ, ਹਰੇਕ ਸੰਸਥਾ ਆਪਣੇ ਨਾਲ ਗੁਣ ਲੈ ਕੇ ਆਉਂਦੀ ਹੈ, ਹਰ ਸਿੰਘ ਆਪਣੇ ਨਾਲ ਗੁਣ ਲੈ ਕੇ ਆਉਂਦਾ ਆ। ਉਹ ਗੁਣਾਂ ਨੂੰ ਪਛਾਣੀਏ ਤੇ ਨਾਲ ਜੁੜ ਕੇ ਤਾਂ ਅੱਗੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ। ਅੱਜ ਇਹਦੀ ਬਹੁਤ ਲੋੜ ਆ। ਇਹ ਸੀਗੀ ਜੀ ਸਿੱਖਾਂ ਦੀ ਦੀਵਾਲੀ ਤੇ ਚਰਚਾ। ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ। ਤਾਂ ਜ਼ਰੂਰ ਹੌਸਲਾ ਅਫਜ਼ਾਈ ਕਰਿਓ ਜੀ, ਤੇ ਜਿੱਥੇ ਵੀ ਤੁਹਾਡਾ ਜਿਹੜੇ ਕਿਸੇ ਵੀ ਪਲੇਟਫਾਰਮ 'ਤੇ ਤੁਸੀਂ ਹੈਗੇ ਹੋ, ਵਟਸਐਪ, ਫੇਸਬੁੱਕ, ਯੂਟਿਊਬ, ਤੁਸੀਂ ਇਹਨੂੰ ਸ਼ੇਅਰ ਕਰਕੇ ਹੋਰ ਵੀ ਸੰਗਤ ਤੱਕ ਜ਼ਰੂਰ ਪਹੁੰਚਾਇਓ। ਆਉਣ ਵਾਲੇ ਦਿਨਾਂ 'ਚ ਮਿਲਾਂਗੇ ਜੀ ਫਿਰ, ਤੇ ਹੋਰ ਇਤਿਹਾਸ ਦੇ ਜਿਹੜੇ ਸਾਡੇ ਦਿਨ ਨੇ ਉਹਨਾਂ 'ਤੇ ਚਰਚਾ ਕਰਾਂਗੇ। ਤਾਂ ਫਿਰ ਇੱਕ ਵਾਰ ਜੀ
ਪ੍ਰਤੀਸ਼ੋਧ ਦਿਵਸ ਤੇ ਦੀਵਾਲੀ ਦੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ। ਤਾਂ ਉਮੀਦ ਕਰਦੇ ਹਾਂ ਕਿ ਜਿਵੇਂ ਪੰਥ ਪਹਿਲਾਂ ਇਕੱਠਾ ਹੁੰਦਾ ਸੀ ਪੁਰਾਤਨ ਸਮੇਂ, ਫਿਰ ਦੁਬਾਰਾ ਉਹ ਮਰਿਆਦਾ ਜਿਹੜੀ ਹੈ, ਉਹ ਰਿਵਾਜ ਜਿਹੜਾ ਇਕੱਠੇ ਹੋਣ ਦਾ ਦੁਬਾਰਾ ਸੁਰਜੀਤ ਹੋਵੇ ਤਾਂ ਪੰਥ ਚੜ੍ਹਦੀ ਕਲਾ ਦੇ ਵਿੱਚ ਜਾਵੇ। ਧੰਨਵਾਦ ਜੀ ਸਾਰਿਆਂ ਦਾ। ਤੁਹਾਡਾ ਵੀ ਭਾਜੀ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।